ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਿੰਦੂ ਪਰਿਵਾਰ 'ਚੋਂ ਆਏ ਜਿਹੜੇ ਸੱਜਣ ਹਨ ਉਹਨਾਂ ਨੂੰ ਨਮਸਕਾਰ ਔਰ ਮੁਸਲਮਾਨ ਪਰਿਵਾਰ ਤੋਂ ਆਇਆਂ ਨੂੰ ਅਸਲਾਮ ਅਲੈਕਮ। ਲੁਧਿਆਣਾ ਦੇ ਸ਼ਹਿਰ ਵਿੱਚ ਆਪ ਜੀ ਨੇ ਸਾਰਿਆਂ ਨੂੰ ਬੁਲਾ ਕੇ ਇਸਤਰੀ ਦੀ ਤਾਕਤ ਬਾਰੇ ਗੁਰਮਤਿ ਦੇ ਨਜ਼ਰੀਏ ਨਾਲ ਵਿਚਾਰ ਸਾਂਝ ਕਰਨ ਦੀ ਜਿਹੜੀ ਇਹ ਮੁਹਿੰਮ ਸਟਾਰਟ ਕੀਤੀ ਹੈ, ਉਸ ਉਪਰਾਲੇ ਦਾ ਮੈਂ ਧੰਨਵਾਦੀ ਹਾਂ। ਮੈਨੂੰ ਵੀ ਆ ਕੇ ਹੀ ਪਤਾ ਲੱਗਾ ਕਿ ਇਹ ਵਾਲਾ ਟੌਪਿਕ ਲਿਆ ਜਾਏਗਾ। ਅਸੀਂ ਕੁਛ ਵੀ ਸਿੱਖਣਾ ਹੈ ਤਾਂ ਆਪਣੇ ਆਲੇ ਦੁਆਲੇ ਤੋਂ ਸਿੱਖਦੇ ਹਾਂ। ਜੋ ਆਪਣੇ ਆਲੇ ਦੁਆਲੇ ਤੋਂ ਨਹੀਂ ਸਿੱਖ ਸਕਦਾ ਉਹ ਕਿਤਾਬਾਂ ਤੋਂ ਵੀ ਨਹੀਂ ਸਿੱਖ ਸਕਦਾ, ਅਤੇ ਜੋ ਕਿਤਾਬਾਂ ਤੋਂ ਨਹੀਂ ਸਿੱਖ ਸਕਦਾ ਉਹ ਫਿਰ ਜੋ ਸਾਡੇ ਕੋਲ ਕੀਮਤੀ ਗ੍ਰੰਥ ਨੇ ਉਹਨਾਂ 'ਚੋਂ ਵੀ ਨਹੀਂ ਸਿੱਖ ਸਕਦਾ। ਸੋ ਸਭ ਤੋਂ ਸਿੰਪਲ ਇੰਸਟੈਂਟਲੀ ਸਾਨੂੰ ਜਿਹੜਾ ਮੈਸੇਜ ਮਿਲ ਸਕਦਾ ਉਹ ਸਾਡੇ ਨੇੜਿਓਂ ਤੇੜਿਓਂ ਮਿਲ ਸਕਦਾ ਹੈ, ਭਾਵੇਂ ਉਹ ਪੇੜ ਪੌਦੇ ਹੋਣ, ਭਾਵੇਂ ਸਾਡੇ ਆਸ-ਪਾਸ ਲੋਕ ਹੋਣ, ਭਾਵੇਂ ਸਾਡੇ ਆਸ-ਪਾਸ ਜੀਅ ਜੰਤ ਹੋਣ, ਅਤੇ ਭਾਵੇਂ ਇਹ ਕਾਇਨਾਤ ਹੈ। ਸੋ ਜੋ ਅੱਜ ਦੇ ਟੌਪਿਕ ਵਿੱਚ ਅਸੀਂ ਸਮਝਾਂਗੇ ਤਾਂ ਅਸੀਂ ਇਹ ਦੇਖ ਰਹੇ ਹਾਂ ਕਿ ਇਸਤਰੀ ਬਾਰੇ ਕਿਹਾ ਜਾਂਦਾ ਹੈ ਕਿ ਬਈ ਇਸਤਰੀ ਨੂੰ ਬਰਾਬਰਤਾ ਦਿੱਤੀ ਜਾਏ, ਤਾਂ ਇਸਤਰੀ ਦੀ ਵਰਲਡ ਵਾਈਡ ਇਹ ਮੰਗ ਵੀ ਹੈ ਕਿ ਸਾਨੂੰ ਬਰਾਬਰਤਾ ਦਿੱਤੀ ਜਾਏ। ਆਈ ਥਿੰਕ ਜਿਹੜੇ ਪਾਸੋਂ ਇਸਤਰੀ ਦੇ ਕੀਮਤੀ ਗੁਣਾਂ ਦੀ ਕਦਰ ਨਹੀਂ ਕੀਤੀ ਗਈ, ਸ਼ਾਇਦ ਉਹਦੇ ਕਾਰਨ ਇਸਤਰੀ ਵੱਲੋਂ ਇਹ ਮੰਗ ਪੈਦਾ ਹੋਈ। ਲੇਕਿਨ ਬਰਾਬਰਤਾ ਕਿਸੇ ਦੀ ਕਿਸੇ ਨਾਲ ਹੋ ਨਹੀਂ ਸਕਦੀ, ਇਸ ਕਰਕੇ ਕਿ ਰੱਬ ਨੇ ਹਰ ਕਿਸੇ ਨੂੰ ਯੂਨੀਕ ਬਣਾਇਆ ਹੈ। ਅਸੀਂ ਕਿਸੇ ਦੀ ਕਿਸੇ ਨਾਲ ਬਰਾਬਰਤਾ ਨਹੀਂ ਕਰ ਸਕਦੇ ਹਾਂ। ਕਦੇ ਵੀ ਕੋਈ, ਜਦੋਂ ਦੋ ਮਨੁੱਖ ਸੇਮ ਨਹੀਂ ਨੇ, ਉਹਨਾਂ ਦੇ ਫਿੰਗਰਪ੍ਰਿੰਟ ਸੇਮ ਨਹੀਂ ਨੇ, ਉਹਨਾਂ ਦਾ DNA ਸੇਮ ਨਹੀਂ ਹੈ। ਸਕੇ ਭੈਣ ਭਰਾ ਦਾ DNA ਸੇਮ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਫਿੰਗਰਪ੍ਰਿੰਟਸ ਡਿਫਰੈਂਟ ਨੇ, ਉਹਨਾਂ ਦਾ ਸੋਚਣ ਦਾ ਢੰਗ ਡਿਫਰੈਂਟ ਹੈ। ਤਾਂ ਅਸੀਂ ਇਹ ਰੱਖ ਕੇ ਚੱਲ ਰਹੇ ਹਾਂ ਕਿ ਕੋਈ ਕਿਸੇ ਦੇ ਬਰਾਬਰ ਨਹੀਂ ਹੈ, ਪਰ ਕੋਈ ਕਿਸੇ ਤੋਂ ਘਟੀਆ ਨਹੀਂ ਹੈ। ਇਹ ਅਸੀਂ ਕੁਦਰਤ ਦੇ ਨਿਯਮ ਵਿੱਚ ਸਿੱਖ ਰਹੇ ਹਾਂ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸੋ ਅਸੀਂ ਅੱਜ ਜਦੋਂ ਇਸਤਰੀ ਦੀ ਗੱਲ ਕਰਦੇ ਹਾਂ, ਵਿਮਨ ਦੀ ਗੱਲ ਕਰਦੇ ਹਾਂ, ਸਾਡੀ ਮਾਂ ਧੀ ਭੈਣ ਦੀ ਗੱਲ ਕਰਦੇ ਹਾਂ, ਤਾਂ ਅਸੀਂ ਇਹ ਕਹਿੰਦੇ ਹਾਂ ਕਿ ਉਹ ਬੇਟੀ ਵੀ ਹੈ, ਉਹ ਭੈਣ ਵੀ ਹੈ, ਉਹ ਮਾਂ ਵੀ ਹੈ, ਉਹ ਪਤਨੀ ਵੀ ਹੈ, ਉਹ ਦਾਦੀ ਵੀ ਹੈ, ਉਹ ਨਾਨੀ ਵੀ ਹੈ। ਉਹਦੇ ਸਾਰੇ ਇਹ ਰੋਲ ਹਨ। ਪਰ ਤੁਸੀਂ ਇਹ ਦੇਖੋ ਕਿ ਇਹ ਸਾਰੇ ਰੋਲ ਮਰਦ 'ਚ ਵੀ ਹਨ। ਉਹ ਬੇਟਾ ਵੀ ਹੈ, ਉਹ ਭਰਾ ਵੀ ਹੈ, ਉਹ ਪਿਓ ਵੀ ਹੈ, ਉਹ ਪਤੀ ਵੀ ਹੈ, ਉਹ ਦਾਦਾ ਵੀ ਹੈ, ਉਹ ਨਾਨਾ ਵੀ ਹੈ। ਪਰ ਇੱਕ ਗੱਲ ਜ਼ਰੂਰ ਵਿਚਾਰਨ ਵਾਲੀ ਹੈ ਕਿ ਜਦੋਂ ਬਚਪਨ ਵਿੱਚ ਦੋਨੋਂ ਭੈਣ ਭਰਾ ਨੂੰ ਪਾਲਿਆ ਜਾਂਦਾ ਹੈ, ਤਾਂ ਜਿਹੜੀ ਸਾਡੀ ਭੈਣ ਹੈ, ਜਿਹੜੀ ਕੁੜੀ ਹੈ, ਉਹਨੂੰ ਕਿਹਾ ਜਾਂਦਾ ਹੈ ਕਿ ਤੂੰ ਤਾਂ ਪਰਾਏ ਘਰ ਜਾਏਗੀ। ਉਸਨੂੰ ਪਹਿਲਾਂ ਹੀ ਪਰਾਏ ਘਰ ਦਾ ਕਹਿ ਕੇ ਉਹਨੂੰ ਘਿਓ, ਮੱਖਣ, ਚੂਰੀ ਨਹੀਂ ਖਵਾਈ ਜਾਂਦੀ। ਪਹਿਲਾਂ ਕਾਕੇ ਨੂੰ ਖਵਾਓ, ਕਾਕੇ ਨੂੰ ਇੰਪੋਰਟੈਂਸ ਦਿੱਤੀ ਜਾਂਦੀ ਹੈ। ਕਾਕਾ ਇਸ ਘਰ ਦਾ ਚਿਰਾਗ ਹੈ, ਕਾਕੇ ਨਾਲ ਵੰਸ਼ ਚੱਲੇਗਾ। ਕਾਕੇ ਦੇ ਕਾਰਨ ਸਾਰਾ ਜ਼ਾਤ ਪਾਤ ਸਿਸਟਮ ਦਾ ਬੜਾ ਜ਼ਬਰਦਸਤ ਇੱਕ ਨੈਗੇਟਿਵ ਥਾਟ ਪ੍ਰੋਸੈਸ ਦਾ, ਡਿਸਕ੍ਰਿਮੀਨੇਸ਼ਨ ਦਾ ਜਾਲ ਵਿਛਿਆ ਹੋਇਆ ਹੈ। ਜ਼ਾਤ, ਇਹ ਸਾਡੀ ਜ਼ਾਤ, ਇਸ ਜ਼ਾਤ ਦੇ ਅਸੀਂ ਇਸ ਬਰਾਦਰੀ ਦੇ, ਔਰ ਸਾਡਾ ਵੰਸ਼ ਚੱਲੇਗਾ ਕਾਕੇ ਦੇ ਨਾਲ। ਪਰ ਅਸੀਂ ਇਸਤਰੀ ਨਾਲ ਇੰਜ ਨਹੀਂ ਕਰ ਰਹੇ। ਸਾਨੂੰ ਇਸਤਰੀ ਦੀ ਤਾਕਤ ਬਾਰੇ ਪਤਾ ਨਹੀਂ ਹੈ। ਵਿਮਨ ਐਮਪਾਵਰਮੈਂਟ ਦਾ ਮਤਲਬ ਬਿਲਕੁਲ ਇਸ ਪੱਖੋਂ ਅਸੀਂ ਸਮਝ ਲਈਏ ਕਿ ਮੈਂ ਕਿਸੇ ਨੂੰ ਤਾਕਤ ਨਹੀਂ ਦੇ ਸਕਦਾ। ਜੋ ਕੁਛ ਵੀ ਹੈ ਰੱਬੀ ਗੁਣ ਹਨ। ਕਾਸ਼ ਉਹਨਾਂ ਦੀ ਵਿਚਾਰ ਜ਼ਿਆਦਾ ਕੀਤੀ ਜਾਏ।
ਬਜਾਏ ਇਸ ਦੇ ਕਿ ਅਸੀਂ ਉਹਨਾਂ ਨੂੰ ਨੀਵਾਂ ਪਾਈਏ। ਕਿਸੇ ਨੂੰ ਵੀ ਨੀਵਾਂ ਨਹੀਂ ਪਾ ਸਕਦੇ ਹਾਂ। ਸੋ ਜਦੋਂ ਅਸੀਂ ਦੇਖਦੇ ਹਾਂ ਕਿ ਉਹ ਬੇਟਾ ਵੀ ਹੈ, ਉਹ ਭਰਾ ਵੀ ਹੈ, ਉਹ ਪਤੀ ਵੀ ਹੈ, ਪਿਓ ਵੀ ਹੈ, ਦਾਦਾ ਦਾਦਾ ਨਾਨਾ ਵੀ ਹੈ, ਤਾਂ ਇੱਕ ਗੱਲ ਦਾ ਫਰਕ ਨਜ਼ਰ ਆਉਣਾ ਸ਼ੁਰੂ ਹੋ ਗਿਆ ਕਿ ਉਹ ਹਰ ਗੱਲ ਮਨਵਾਉਂਦਾ ਹੈ। ਭਾਵੇਂ ਉਹ 4 ਸਾਲ ਦਾ ਹੈ ਅਤੇ ਭਾਵੇਂ 3 ਸਾਲ ਦੀ ਹੈ, 2 ਸਾਲ ਦੀ ਭੈਣ ਹੈ, ਜਾਂ ਉਹਨੂੰ ਕੱਪ ਚਾਹ ਦੇ ਆ, ਜਾਂ ਉਹਦੇ ਵਾਸਤੇ ਤੋਲੀਆ ਚੁੱਕ ਲਿਆ, ਜਾਂ ਉਹਦੇ ਵਾਸਤੇ ਤੇਲ ਲੈ ਆ, ਜਾਂ ਉਹਦੇ ਵਾਸਤੇ ਇਹ ਕਰ ਉਹ ਕਰ। ਭੈਣ ਨੂੰ ਕਿਹਾ ਜਾਂਦਾ ਹੈ। ਉਹਨੂੰ ਕਾਕੇ ਦਾ ਬ੍ਰੌਟਅਪ, ਮੈਂ ਬਾਰ-ਬਾਰ ਕਾਕੇ ਲਫ਼ਜ਼ ਵਰਤ ਰਿਹਾ, ਮੁੰਡੇ ਦਾ ਬ੍ਰੌਟਅਪ, ਉਸ ਦਾ ਬ੍ਰੌਟਅਪ ਇਹ ਹੋ ਜਾਂਦਾ, ਮੈਂ ਕਹਿਣਾ ਮਨਵਾਉਣਾ ਹੈ, ਮੈਂ ਤੇ ਕੁਝ ਖਾਸ ਹਾਂ। ਦੂਜੇ ਪਾਸੇ ਕੁੜੀ, ਉਹਨੂੰ ਸਮਝ ਆ ਜਾਂਦੀ ਹੈ ਮੈਂ ਕਹਿਣਾ ਮੰਨਣਾ ਹੈ, ਮੈਂ ਖਾਸ ਨਹੀਂ ਹਾਂ। ਦੇਖਿਆ ਜਾਏ ਤਾਂ ਉਹ ਇਸ ਗੱਲ ਨੂੰ ਬੜੀ ਪੇਸ਼ੈਂਸ ਦੇ ਨਾਲ ਸੁਣ ਲੈਂਦੀ ਹੈ, ਬੜੀ ਪੇਸ਼ੈਂਸ ਦੇ ਨਾਲ ਇਸ ਉੱਤੇ ਕੰਮ ਵੀ ਕਰਨਾ ਸ਼ੁਰੂ ਕਰ ਦਿੰਦੀ ਹੈ। ਉਹ ਇਹ ਜ਼ਿੱਦ ਨਹੀਂ ਕਰ ਰਹੀ ਹੈ ਕਿ ਮੇਰੇ ਨਾਲ ਇੰਝ ਕਿਉਂ ਕਰ ਰਹੇ ਹੋ। ਹੁਣੇ ਉਹ ਬੱਚੀ ਹੈ, ਵੱਡੇ ਹੋ ਕੇ ਐਕਟੀਵਿਸਟ ਦੀ ਗੱਲ ਸੁਣ ਕੇ ਉਹ ਇੰਝ ਕਹਿੰਦੀ ਹੈ, ਗੱਲ ਵੱਖਰੀ ਹੈ। ਪਰ ਜਦੋਂ ਇੰਝ ਕਹਿੰਦੀ ਨਹੀਂ ਹੈ, ਇਸ ਤਰ੍ਹਾਂ ਆਸਤਾ ਉਹਦੀ ਇਹ ਤਾਕਤ ਵੱਧਦੀ ਜਾਂਦੀ ਹੈ। ਉਹਦੇ ਕੋਲ ਇੱਕ ਤਾਕਤ ਆ ਜਾਂਦੀ ਹੈ, ਪੇਸ਼ੈਂਸ। ਉਹਦੇ ਕੋਲ ਇੱਕ ਸਬਰ ਆ ਜਾਂਦਾ ਹੈ, ਉਹਨੂੰ ਸਹਾਰਨ ਦੀ ਸ਼ਕਤੀ ਆ ਜਾਂਦੀ ਹੈ। ਮੈਂ ਨਹੀਂ ਕਹਿ ਰਿਹਾ ਕਿ ਇਹ ਤਰੀਕਾ ਠੀਕ ਹੈ ਜਾਂ ਨਹੀਂ, ਪਰ ਜਿਸ ਨੂੰ ਅਸੀਂ ਕਹਿੰਦੇ ਹਾਂ ਬਲੈਸਿੰਗ ਇਨ ਡਿਸਗਾਈਜ਼ ਕਹਿ ਸਕਦੇ ਹਾਂ, ਜਾਂ ਅਸੀਂ ਦੁੱਖ ਦਾਰੂ ਸੁੱਖ ਰੋਗ ਪਿਆ ਕਹਿੰਦੇ ਹਾਂ। ਸੋ ਉਹਨੂੰ ਇੱਕ ਪੇਸ਼ੈਂਸ, ਇੱਕ ਸਬਰ, ਇੱਕ ਟੋਲਰੈਂਸ ਦਾ ਲੈਵਲ ਸਟਾਰਟ ਹੋ ਜਾਂਦਾ ਹੈ, ਔਰ ਇਹ ਉਹਦਾ ਵੱਧਦਾ ਜਾਂਦਾ ਹੈ। ਭਾਵੇਂ ਉਹ ਧੀ ਦੇ ਲੈਵਲ ਤੋਂ, ਭੈਣ ਦੇ ਲੈਵਲ ਤੋਂ ਪਤਨੀ ਦੇ ਲੈਵਲ ਤੱਕ ਪਹੁੰਚਦੀ ਹੈ। ਤਾਂ ਪਤਨੀ ਦੇ ਲੈਵਲ 'ਤੇ ਜਦੋਂ ਪਹੁੰਚੀ ਤਾਂ ਅਸੀਂ ਇੱਕ ਹੋਰ ਗੱਲ ਨੋਟ ਕਰਾਂਗੇ ਕਿ ਉਹਨੂੰ ਸਿਖਾਇਆ ਗਿਆ ਤੂੰ ਪਰਾਏ ਘਰ ਜਾ ਰਹੀ ਹੈ, ਸੱਸ ਦਾ ਧਿਆਨ ਰੱਖਣਾ ਹੈ। ਉਹਨੂੰ ਬਾਰ-ਬਾਰ ਡਰਾਇਆ ਗਿਆ ਜਿਸ ਘਰ ਵਿੱਚ ਜਾ ਰਹੀ ਹੈ ਉੱਥੇ ਸੱਸ ਇੰਝ ਕਰ ਦਿੰਦੀ ਹੈ, ਸਹੁਰਾ ਇੰਝ ਕਰ ਦਿੰਦਾ ਹੈ, ਪਤੀ ਇੰਝ ਕਰ ਦਿੰਦਾ। ਅਸੀਂ ਉਹਨੂੰ ਡਰਾਉਂਦੇ ਹਾਂ, ਉਹ ਵਿਚਾਰੀ ਸੁਣਦੀ ਰਹਿੰਦੀ ਹੈ। ਲੇਕਿਨ ਅਸੀਂ ਕਦੇ ਵੀ ਸਹੁਰੇ ਘਰ ਦੀ ਚੰਗੀ ਪਿਕਚਰ ਉਹਦੇ ਦਿਮਾਗ ਵਿੱਚ ਨਹੀਂ ਰੱਖੀ। ਇਹਦਾ ਮਤਲਬ ਇਹ ਵੀ ਉਹਦੀ ਸ਼ਕਤੀ ਬਣ ਜਾਂਦੀ ਹੈ ਕਿ ਤੁਸੀਂ ਜਿਤਨਾ ਵਰਸਟ ਮੈਨੂੰ ਸਹੁਰਾ ਘਰ ਸੁਣਾ ਰਹੇ ਹੋ, ਆਈ ਐਮ ਪ੍ਰੀਪੇਅਰਡ ਕਿ ਮੈਂ ਜਾਵਾਂਗੀ। ਤੇ ਪਈੜ ਐਸ਼ੋ ਸੇਵ ਤੂੰ ਸਹੁਰੜੇ ਸੁਖਵਾਸ ਗੁਰਮਿਲ ਚੱਜ ਚਾਰ ਸਿੱਖ ਤੁਧ ਕਦੇ ਨਾ ਲੱਗਿਆ ਦੁੱਖ। ਤਾਂ ਉਹ ਕਹਿੰਦੀ ਹੈ ਫਿਰ ਜਿਹੜੇ ਮੈਂ ਚੰਗੇ ਗੁਣ ਲੈ ਕੇ ਜਾਵਾਂਗੀ ਨਾ, ਉਹਨਾਂ ਦੇ ਨਾਲ ਮੈਂ ਚੰਗੀ ਬੱਚੀ ਸਾਬਤ ਹੋਵਾਂਗੀ, ਤੁਹਾਡਾ ਨਾਂ ਬਦਨਾਮ ਨਹੀਂ ਕਰਾਂਗੀ। ਭਾਵੇਂ ਤੁਸੀਂ ਮੈਨੂੰ ਕਹਿ ਰਹੇ ਹੋ ਡਾਢੇ ਨੇ, ਡਾਢੇ ਕੋਈ ਸੱਸ ਸਹੁਰਾ ਹੁੰਦੇ ਨਹੀਂ ਨੇ, ਉਹਨਾਂ ਦੀ ਵੀ ਅਟੈਚਮੈਂਟ ਹੁੰਦੀ ਹੈ ਆਪਣੇ ਪੁੱਤਰ ਦੇ ਨਾਲ। ਤਾਂ ਉਹ ਵੀ ਸੋਚਦੇ ਨੇ ਕਿ ਅਸੀਂ 20-25 ਸਾਲ ਪੁੱਤਰ ਨੂੰ ਪਾਲਿਆ ਹੈ ਅਤੇ ਇਸ ਬੱਚੀ 'ਤੇ ਸਾਡਾ ਹੱਕ ਹੈ, ਸਾਡੇ ਪੁੱਤਰ ਨੂੰ ਲੈ ਨਾ ਜਾਏ। ਤਾਂ ਉਹ ਆਸਤਾ ਇਹ ਵੀ ਤਾਕਤ ਸਿੱਖ ਜਾਂਦੀ ਹੈ ਕਿ ਜਿਨ੍ਹਾਂ ਨੂੰ ਤੁਸੀਂ ਡਾਢੇ ਕਹਿ ਰਹੇ ਹੋ, ਜਿਨ੍ਹਾਂ ਨੂੰ ਤੁਸੀਂ ਓਪਰੇ ਕਹਿ ਰਹੇ ਹੋ, ਜਿਨ੍ਹਾਂ ਨੂੰ ਤੁਸੀਂ ਪਰਾਏ ਘਰ ਜਾਣਾ ਕਹਿ ਰਹੇ ਹੋ, ਮੈਂ ਉੱਥੇ ਵੀ ਐਡਜਸਟ ਕਰਨਾ ਸਿੱਖਾਂਗੀ। ਤਾਂ ਪਹਿਲੀ ਲਾਮ ਇਸ ਕਰਕੇ ਤਾਂ ਹੀ ਇੰਝ ਬਣਾਈ ਗਈ ਹੈ, ਐਡਜਸਟ ਡੋਂਟ ਪ੍ਰੋਟੈਸਟ। ਤੋ ਆਪਣੇ ਘਰ ਜਦੋਂ ਆਪਣੀ ਮਾਂ ਨੂੰ ਕਹਿੰਦੀ ਹੈ ਤਾਂ ਮਾਂ ਕਹਿੰਦੀ ਕੋਈ ਗੱਲ ਨਹੀਂ, ਤੇਰਾ ਵੀਰਾ ਹੀ ਹੈ ਨਾ, ਇਸ ਤਰ੍ਹਾਂ ਸ਼ਿਕਾਇਤਾਂ ਨਹੀਂ ਕਰੀਦਾ, ਤੇਰਾ ਆਪਣਾ ਵੀਰ ਹੀ ਹੈ ਨਾ, ਚੱਲ ਤੂੰ ਵੀਰ ਨੂੰ ਪਿਆਰ ਕਰ। ਉਹਨੂੰ ਇਹ ਵਾਲੀ ਲਾਮ ਦੀ ਪਹਿਲੀ ਜਿਹੜੀ ਸ਼ਰਤ ਹੈ ਨਾ, ਐਡਜਸਟ ਡੋਂਟ ਪ੍ਰੋਟੈਸਟ, ਇਹ ਬੜੀ ਸੁਚੱਜੇ ਢੰਗ ਦੇ ਨਾਲ ਉਹਦੀ ਸ਼ਕਤੀ ਬਣ ਜਾਂਦੀ ਹੈ। ਉਹ ਘਰੋਂ ਸਿੱਖਦੀ ਜਾ ਰਹੀ ਹੈ, ਪੇਕੇ ਤੋਂ, ਔਰ ਸਹੁਰੇ ਘਰ ਜਾ ਕੇ ਇਸ ਦੀ ਪ੍ਰੈਕਟਿਸ ਕਰੇਗੀ। ਮੈਂ ਰਸਤੇ ਵਿਚਕਾਰ ਜਿਹੜੇ ਉਹਦੇ ਸਕੂਲਿੰਗ ਹੈ, ਉਹਦਾ ਕਾਲਜ ਹੈ, ਉਹਦਾ ਕਾਰਪੋਰੇਟ ਸੈਕਟਰ ਹੈ, ਮੈਂ ਉਹਦੀ ਗੱਲ ਨਹੀਂ ਕਰ ਰਿਹਾ ਵਾਂ। ਮੈਂ ਸਿੱਧਾ ਉਹਨੂੰ ਬਚਪਨ ਤੋਂ ਵੱਡੇ ਹੋ ਕੇ ਉਹਦੇ ਪੇਕੇ ਤੋਂ ਸਹੁਰੇ ਜਿਹੜਾ ਉਹਦਾ ਜੀਵਨ ਚੇਂਜ ਹੁੰਦਾ ਹੈ। ਮੇਰੇ ਖਿਆਲ ਨਾਲ ਉਹਦੀ ਸਬਰ ਦੀ ਇਤਨੀ ਜ਼ਬਰਦਸਤ ਤਾਕਤ ਹੈ ਕਿ ਉਹ ਬਿਲਕੁਲ ਓਪਰਿਆਂ ਦੇ ਵਿੱਚ ਜਾ ਕੇ
ਆਪਣੇ ਪਤੀ ਨੂੰ ਬਿਲਕੁਲ ਹੀ ਪਤੀ ਪਰਮੇਸ਼ਰ ਸਮਝ ਲੈਂਦੀ ਹੈ। ਇਹ ਉਹਨੂੰ ਗਲਤਫਹਿਮੀ ਕ੍ਰੀਏਟ ਕਰਾਈ ਗਈ ਕਿ ਤੇਰਾ ਪਤੀ ਤੇਰਾ ਪਰਮੇਸ਼ਰ ਹੈ, ਤੇ ਵਿਚਾਰੀ ਨੇ ਇਹ ਵੀ ਮੰਨ ਲਿਆ। ਸੋ ਗੁਰਮਤ ਉਹਨੂੰ ਪਹਿਲਾਂ ਸਿਖਾਉਂਦੀ ਹੈ, ਇਹ ਜੇ ਤੂੰ ਕਮਜ਼ੋਰ ਹੋ ਜਾਏਗੀ, ਜੇ ਤੂੰ ਸਰੀਰਕ ਤੌਰ 'ਤੇ ਪਤੀ ਨੂੰ ਪਰਮੇਸ਼ਰ ਸਮਝ ਲਏਗੀ, ਕਿਉਂਕਿ ਜੇ ਪਤੀ ਦੀ ਜਦੋਂ ਡੈਥ ਹੋ ਜਾਂਦੀ ਹੈ ਤਾਂ ਤੂੰ ਆਪਣੇ ਆਪ ਨੂੰ ਵਿਧਵਾ ਸਮਝਣ ਲੱਗੇਗੀ। ਆਪਣੇ ਆਪ ਨੂੰ ਵਿਧਵਾ ਸਮਝਣਾ ਬੜੀ ਭਾਰੀ ਕਮਜ਼ੋਰੀ ਹੈ। ਇਸ ਕਰਕੇ ਤੈਨੂੰ ਇਟਰਨਲ ਗੋਡ ਦੇ ਨਾਲ ਜੋੜਿਆ ਗਿਆ, ਜੋ ਅਕਾਲ ਮੂਰਤ ਹੈ। ਤੂੰ ਉਸ ਰੱਬ ਨਾਲ ਜੁੜ, ਤੇਰਾ ਪਤੀ ਰੱਬ ਜੀ ਹੈ। ਅਸੀਂ ਗੁਰਮਤ ਦੇ ਅਨੁਸਾਰ ਰੱਬ ਜੀ ਦਾ ਕੋਈ ਜੈਂਡਰ ਨਹੀਂ ਰੱਖਿਆ ਹੋਇਆ, ਪਰ ਇੱਕ ਗੱਲ ਨੂੰ ਸਮਝਣ ਵਾਸਤੇ ਕਿ ਤੇਰਾ ਪਤੀ ਰੱਬ ਜੀ ਹੈ। ਰੱਬ ਜੀ ਜੰਮਦੇ ਮਰਦੇ ਨਹੀਂ ਨੇ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਬਨਾਸ਼ੀ ਪੁਰਖ ਹੈ ਸਭ ਮੇਰੇ ਅਸਮਾਏ। ਰੱਬ ਜੀ ਜੰਮਦੇ ਮਰਦੇ ਨਹੀਂ ਨੇ, ਰੱਬ ਜੀ ਅਕਾਲ ਮੂਰਤ ਨੇ, ਰੱਬ ਜੀ ਇਟਰਨਲ ਨੇ। ਤਾਂ ਤੂੰ ਰੱਬ ਨਾਲ ਆਪਣਾ ਰਾਬਤਾ ਕਾਇਮ ਕਰ। ਸੋ ਰੱਬ ਕਦੀ ਮਰੇਗਾ ਨਹੀਂ, ਤੇ ਇਸ ਕਰਕੇ ਤੂੰ ਕਦੇ ਵਿਧਵਾ ਨਹੀਂ ਹੋਏਗੀ। ਸੋ ਆਪਣੇ ਆਪ ਨੂੰ ਵਿਧਵਾ ਸਮਝਣਾ, ਫਿਰ ਆਪਣੇ ਆਪ ਨੂੰ ਵਿਧਵਾ ਸਮਝ ਕੇ ਸਿਰਫ ਚਿੱਟੇ ਕੱਪੜੇ ਪਾਣੇ, ਫਿਰ ਆਪਣੇ ਆਪ ਨੂੰ ਵਿਧਵਾ ਸਮਝ ਕੇ ਸਮਾਜ ਤੋਂ ਆਪਣੇ ਆਪ ਨੂੰ ਤੋੜ ਲੈਣਾ। ਕਈ ਜਗ੍ਹਾ ਵਿਧਵਾ ਨੂੰ ਸਾਡੇ ਸਮਾਜ ਦੇ ਅੰਦਰ ਉਹਦੇ ਕੇਸਾਂ ਨੂੰ ਕਤਲ ਕਰ ਦਿੱਤਾ ਜਾਂਦਾ ਹੈ, ਉਹਨੂੰ ਕਰੂਪ ਕਰ ਦਿੱਤਾ ਜਾਂਦਾ ਹੈ, ਉਹਨੂੰ ਕਾਲੇ ਕੱਪੜੇ ਪਾ ਕੇ ਉਹਦੇ ਸਿਰ ਬਿਲਕੁਲ ਮੁੰਨ ਦਿੱਤਾ ਜਾਂਦਾ ਹੈ। ਸੋ ਗੁਰਮਤ ਨੇ ਇਹ ਸਾਰੇ ਕੰਮ ਵਰਜਿਤ ਕਰ ਦਿੱਤੇ। ਗੁਰਮਤ ਨੇ ਉਸ ਨੂੰ ਇਹ ਵੀ ਸਿਖਾ ਦਿੱਤਾ ਕਿ ਤੂੰ ਕਮਜ਼ੋਰੀ ਦੇ ਬਿਲਕੁਲ ਨੀਵੇਂ ਤਲ ਤੇ ਡਿੱਗ ਕੇ ਜਿਹੜਾ ਸਤੀ ਪ੍ਰਥਾ ਕਰਵਾ ਦਿੰਦੇ ਸਨ, ਤੂੰ ਉਹ ਨਹੀਂ ਕਰਨੀ। ਤੂੰ ਇਸ ਸਮਾਜ ਦੇ ਨਾਲ ਜੀਣਾ ਸਿੱਖਣਾ, ਕਿਉਂਕਿ ਉਹ ਸੋਚਦੇ ਸੀ ਕਿ ਬਾਅਦ ਵਿੱਚ ਪਤਾ ਨਹੀਂ ਇਹ ਆਪਣੇ ਕਰੈਕਟਰ ਤੋਂ ਨਾ ਡਿੱਗ ਜਾਏ, ਇਹਦੇ ਉੱਤੇ ਕੋਈ ਮੰਦੀ ਨਜ਼ਰ ਨਾ ਰੱਖ ਲਵੇ, ਇਸ ਕਰਕੇ ਇਸ ਨੂੰ ਇਹਦੇ ਪਤੀ ਨਾਲ ਜ਼ਿੰਦਾ ਸਾੜ ਦਿੱਤਾ ਜਾਏ। ਜਦਕਿ ਉਹਦੇ ਕੋਲ ਇਹ ਤਾਕਤ ਹੈ ਸੀ ਕਿ ਜਦੋਂ ਆਪਣੇ ਪੇਕੇ ਪਰਿਵਾਰ 'ਚੋਂ ਆਈ ਸੀ ਤਾਂ ਉਹ ਬਿਲਕੁਲ ਓਪਰੇ ਘਰ 'ਚ ਆਈ ਸੀ, ਤਾਂ ਉਸਨੇ ਇਤਨਾ ਮੁਸ਼ਕਿਲ ਸੰਸਾਰ ਜੀਵਨ ਜੀਣਾ ਸਿੱਖਿਆ। ਉਹਦੀ ਟੋਲਰੈਂਸ, ਉਹਦੀ ਤਾਕਤ ਸੀ ਨਾ ਉਹਦੇ ਕੋਲ, ਉਹਦੀ ਪੇਸ਼ੈਂਸ, ਉਹਦਾ ਸਬਰ ਉਹਦੇ ਕੋਲ ਸੀ। ਇਹ ਉਹਦੀਆਂ ਤਾਕਤਾਂ ਉਹਨੂੰ ਇਸ ਸਮਾਜ ਦੇ ਨਾਲ ਵੀ ਜੂਝਣਾ ਸਿਖਾ ਸਕਦੀਆਂ। ਉਹ ਬਾਣੀ ਪੜ੍ਹ ਸਕਦੀ ਹੈ, ਉਹ ਪਾਠ ਕਰ ਸਕਦੀ ਹੈ, ਉਹ ਕੀਰਤਨ ਕਰ ਸਕਦੀ ਹੈ, ਉਹ ਵਿਚਾਰ ਕਰ ਸਕਦੀ ਹੈ, ਉਹ ਵਾਕ ਲੈ ਸਕਦੀ ਹੈ, ਉਹ ਅਰਦਾਸ ਕਰ ਸਕਦੀ ਹੈ, ਉਹ ਲੀਡ ਵੀ ਕਰ ਸਕਦੀ ਹੈ, ਉਹ ਲੀਡਰ ਵੀ ਬਣ ਸਕਦੀ ਹੈ। ਇਸ ਕਰਕੇ ਇਸਤਰੀ ਦੁਨੀਆ 'ਚ ਕਿਸੇ ਪੱਖੋਂ ਘੱਟ ਨਹੀਂ ਹੈ। ਅਤੇ ਜੇ ਪੜ੍ਹਾਈ ਦੇ ਐਕੈਡੈਮਿਕਸ ਦੇ ਅਦਾਰੇ ਦੇਖੇ ਜਾਣ ਤਾਂ ਉਹ ਸਾਇੰਸ ਦੀ ਦੁਨੀਆ ਵਿੱਚ ਚਾਂਦ ਉੱਤੇ ਹੋ ਆਈ ਹੈ, ਔਰ ਅੱਗੋਂ ਵੀ ਜਾਂਦੀਆਂ ਰਹਿਣਗੀਆਂ। ਉਹ ਡਾਕਟਰ ਨਾਲ ਪੂਰੀ ਰਲ ਕੇ ਡਾਕਟਰੀ ਪੜ੍ਹ ਕੇ ਰਾਤ ਨੂੰ ਇਸਤਰੀ ਜਿਹੜੇ ਫੀਮੇਲ ਪੇਸ਼ੈਂਟਸ ਹੁੰਦੇ ਨੇ ਉਹਨਾਂ ਨੂੰ ਦੇਖਦੀ ਹੈ। ਉਹ ਨਰਸ ਬਣ ਕੇ ਪੇਸ਼ੈਂਟਸ ਨੂੰ ਦੇਖਦੀ ਹੈ। ਉਹਦੇ ਵਿਚਕਾਰ ਕੋਈ ਕਮੀ ਨਹੀਂ ਹੈ। ਉਹਦੇ ਕੋਲ ਦੂਸਰਿਆਂ ਦੇ ਵਾਸਤੇ ਕੰਮ ਕਰਨ ਦੀ ਜਿਹੜੀ ਸ਼ਕਤੀ ਹੈ, ਜੋ ਇਸ ਸ਼ਕਤੀ ਨੂੰ ਐਬਿਊਜ਼ ਕਰ ਦੇਵੇ ਤਾਂ ਉਹ ਪ੍ਰੋਟੈਸਟ ਵਿੱਚ ਆ ਜਾਏਗੀ, ਤਾਂ ਉਹ ਹਉਮੈ ਵਿੱਚ ਆ ਜਾਏਗੀ। ਜ਼ਿੰਦਗੀ ਵਿੱਚ ਖੇੜਾ ਵਿਕਾਸ ਚਲਾ ਜਾਏਗਾ। ਕਬੀਰ ਸਾਹਿਬ ਕਹਿੰਦੇ ਨੇ, ਜਾਂ ਦਿਨ ਹੋਮ ਹੁਆ ਪਾਛੇ ਪਿਆ ਆਨੰਦ। ਜੇ ਆਨੰਦ ਲੈਣਾ ਹੈ ਜ਼ਿੰਦਗੀ ਦਾ, ਜੇ ਆਪਣੀ ਜ਼ਿੰਦਗੀ ਦਾ ਕੱਪੜ ਰੂਪ ਸੁਹਾਵਣਾ ਬਣਾਉਣਾ ਹੈ, ਤਾਂ ਉਹਨੂੰ ਕਹਿੰਦੇ ਨੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ। ਇਹ ਦੁਨੀਆਦਾਰੀ ਵਾਂਗੂ ਦੇਖ ਕੇ ਨਾ ਚੱਲ। ਫਲਾਣੀ ਨੇ ਆਪਣੀ ਸੱਸ ਅੱਗੇ ਉੱਚਾ ਬੋਲਿਆ ਤੇ ਕਿਤਨੀ ਉਹਦੀ ਸੱਸ ਉਹਦੇ ਕੋਲ ਡਰਦੀ ਹੈ। ਫਲਾਣੀ ਆਪਣੇ ਪਤੀ ਨੂੰ ਸਿਰ ਨਹੀਂ ਝੁਕਣ ਦਿੰਦੀ। ਫਲਾਣੀ ਨੇ ਆਪਣੇ ਪਤੀ ਨੂੰ ਜੋਰੂ ਕਾ ਗੁਲਾਮ ਬਣਾਇਆ ਹੋਇਆ ਹੈ। ਫਲਾਣੀ ਆਪਣੇ ਬੱਚਿਆਂ ਨੂੰ ਡਾਂਟ ਕੇ ਰੱਖਦੀ ਹੈ, ਕਿਤਨਾ ਡਿਸਿਪਲਿਨ ਵਿੱਚ ਰੱਖਦੀ ਹੈ। ਉਹਦੇ ਬੱਚੇ ਵਕਤ ਸਿਰ ਉੱਠਦੇ ਨੇ, ਵਕਤ ਸਿਰ ਜਾਂਦੇ ਨੇ, ਵਕਤ ਸਿਰ ਖਾਂਦੇ ਨੇ, ਸਾਰੇ ਉਹਦੇ ਹੁਕਮ ਹੇਠ ਰਹਿੰਦੇ ਨੇ। ਇਹ ਜਿਹੜੇ ਨਾ, ਇਹ ਦੁਨੀਆਦਾਰੀ ਛੱਡ। ਇਹ ਤਾਕਤ ਨਹੀਂ ਹੈ, ਇਹ ਤੇਰੇ ਅੰਦਰ ਰਾਜ ਅਭਿਮਾਨ ਦਾ ਠੱਗ ਪੈਦਾ ਕਰ ਰਹੀ ਹੈ। ਅਸੀਂ ਸ਼ਬਦ ਪੜ੍ਹਿਆ ਸੀ ਨਾ ਗੁਰੂ ਸਾਹਿਬ ਦਾ, ਰਾਜ ਮਾਲ ਰੂਪ ਜ਼ਾਤ ਜੋਬਨ ਪੰਜੇ ਠੱਗ। ਇਹ ਠੱਗ ਨੇ, ਇਹਨਾਂ ਠੱਗਾਂ ਕੋਲੋਂ ਨਹੀਂ ਠਕਾਏ ਜਾਣਾ ਚਾਹੀਦਾ। ਸੋ ਤੇਰੀ ਜ਼ਿੰਦਗੀ ਦਾ ਕੱਪੜ ਰੂਪ ਸੁਹਾਵਣਾ ਹੋ ਸਕਦਾ ਹੈ। ਛੱਡ ਦੁਨੀਆ, ਕੀ ਕਰ, ਅੰਦਰ ਜਾਵਣਾ। ਤੂੰ ਆਪਣੇ ਅੰਦਰ ਜਾ, ਆਪਣੀ ਵਿਚਾਰ ਕਰ। ਤੇਰੇ ਕੋਲ
ਟੋਲਰੈਂਸ ਹੈ। ਤੇ ਮੈਂ ਇਸ ਪੁਆਇੰਟ ਨੂੰ ਇਸ ਤਰ੍ਹਾਂ ਵੀ ਤੁਹਾਡੇ ਨਾਲ ਜੇਕਰ ਸਾਂਝ ਕਰਾਂ ਤਾਂ ਸ਼ਾਇਦ ਗਲਤ ਨਹੀਂ ਹੋਏਗਾ ਕਿ ਜਿਸ ਤਰ੍ਹਾਂ ਸ਼ੇਰ ਕੋਲ ਆਪਣੀ ਤਾਕਤ ਹੈ, ਕੁੱਤੇ ਕੋਲ ਆਪਣੀ ਤਾਕਤ ਹੈ, ਘੋੜੇ ਕੋਲ ਆਪਣੀ ਤਾਕਤ ਹੈ, ਹਰ ਕਿਸੇ ਕੋਲ ਆਪਣੀ ਤਾਕਤ ਹੈ ਨਾ। ਤਾਂ ਇਸਤਰੀ ਵੀ ਰੱਬ ਦੇ ਬਣਾਏ ਹੋਏ ਸਿਸਟਮ ਵਿੱਚ ਪੇਸ਼ੈਂਸ, ਸਬਰ, ਟੋਲਰੈਂਸ, ਦੂਜਿਆਂ ਦੀ ਸੇਵਾ ਕਰਨ ਦੇ ਮਾਦੇ ਦੀ ਨਾ ਇਹਦੀ ਆਪਣੀ ਤਾਕਤ ਹੈ। ਇਹਨੂੰ ਨਾ ਕਰਨਾ ਆਪਣੀ ਤਾਕਤ ਨੂੰ ਬੇਕਾਰ ਕਰਨਾ ਹੈ। ਤਾਕਤ ਕੋਲ ਹੈ, ਵਰਤੀ ਨਹੀਂ। ਖਜ਼ਾਨਾ ਕੋਲ ਹੈ, ਮੌਕੇ ਸਿਰ ਵਰਤਿਆ ਨਹੀਂ। ਆਪਣੀ ਉਸਤਤ ਨਿੰਦਾ ਤੇ ਆ ਗਈ। ਕਬੀਰ ਜਾਂ ਦਿਨ ਹੋ ਮੂਆ ਪਾਛੇ ਪਿਆ ਆਨੰਦ ਨਹੀਂ ਰਿਹਾ। ਪਰ ਕਹਿੰਦੇ ਨੇ ਕਬੀਰ ਜਾਂ ਦਿਨ ਹੋ ਮੂਆ ਪਾਛੇ ਪਿਆ ਆਨੰਦ, ਮੋਏ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਸਾਰੇ ਅੰਗ, ਸਾਰੇ ਇੰਦਰੇ ਗਿਆਨ ਇੰਦਰੇ, ਸਾਰੇ ਸੁਰਤ ਮਤ ਬੁੱਧ, ਇਹਨਾਂ ਨੂੰ ਸੰਗੀ ਕਹਿੰਦੇ ਨੇ। ਸੰਗੀ ਟੱਬਰ ਦੇ ਜੀਆਂ ਜਨਤਾ ਨੂੰ, ਮਨੁੱਖਾਂ ਨੂੰ ਨਹੀਂ ਕਹਿੰਦੇ ਨੇ। ਸੰਗੀ ਭਜੈ ਗੋਬਿੰਦ, ਸਾਰੇ ਇਹ ਸਾਡੇ ਔਰਗਨਸ ਮੇਰੇ ਨਾਲ ਸਟੈਬਿਲਿਟੀ ਵਾਲੀ। ਗੋਬਿੰਦ ਦਾ ਮਤਲਬ ਹੁੰਦਾ ਸਟੇਬਲ, ਮਨ ਦੀ ਗੋ ਦੀ ਧਰਤੀ, ਗੋਬਿੰਦ ਸਟੇਬਿਲਿਟੀ ਸਿੱਖਦੇ ਨੇ। ਜਿਸ ਇਸਤਰੀ ਨੂੰ ਇਹ ਭੁਲੇਖਾ ਹੋ ਜਾਏ ਫਲਾਣੀ ਨੇ ਸਾਨੂੰ ਤੇ ਬੁਲਾਇਆ ਹੀ ਨਹੀਂ, ਉਹ ਅਨਸਟੇਬਲ ਹੋ ਜਾਂਦੀ ਹੈ। ਸੰਗੀ ਭਜੈ ਗੋਬਿੰਦ ਨਹੀਂ ਹੈ। ਨਹੀਂ, ਉੱਥੇ ਗੁਰਦੁਆਰੇ ਅਸੀਂ ਬੈਠੇ ਸੀ, ਫਲਾਣੀ ਜਗ੍ਹਾ ਬੈਠੇ ਸੀ, 6-7 ਬੀਬੀਆਂ ਬੈਠੀਆਂ ਸੀ। ਉਹਨਾਂ ਨੇ ਉਹਨੂੰ ਆ ਕੇ ਕਿਹਾ ਤੁਸੀਂ ਸਾਡੇ ਵੱਲ ਆਉਣਾ, ਉਹਨੂੰ ਆ ਕੇ ਕਿਹਾ, ਮੈਨੂੰ ਨਹੀਂ ਕਿਹਾ, ਮੇਰੇ ਨਾਲ ਨਜ਼ਰ ਮਿਲਾ ਕੇ ਨਹੀਂ ਕਿਹਾ, ਮੈਨੂੰ ਓਪਰਿਆਂ ਓਪਰਿਆਂ ਕਹਿ ਦਿੱਤਾ। ਸਭ ਨੂੰ ਕਾਰਡ ਦੇ ਗਈ, ਮੈਨੂੰ ਕਹਿੰਦੇ ਤੁਸੀਂ ਵੀ ਆਉਣਾ ਨਾ, ਅਸੀਂ ਕੋਈ ਘੱਟ ਹਾਂ। ਇਹ ਕੀ ਹੋ ਰਿਹਾ? ਮਨ ਅੰਦਰ ਪ੍ਰੋਟੈਸਟ ਚੱਲ ਰਿਹਾ, ਆਪਣੀ ਤਾਕਤ ਬਾਰੇ ਨਹੀਂ ਪਤਾ। ਨਹੀਂ, ਪਹਿਲਾਂ ਨਹੀਂ ਸਾਨੂੰ ਦੱਸਿਆ। ਪਹਿਲਾਂ ਨਹੀਂ ਦੱਸਿਆ ਵਾਲੀ ਇਤਨੀ ਸਖਤ ਬਿਮਾਰੀ ਹੈ ਜਿਹਦੇ ਨਾਲ ਉਹ ਆਪਣੀ ਪੇਸ਼ੈਂਸ ਲੂਜ਼ ਕਰ ਜਾਂਦੀ ਹੈ। ਜੇ ਪਤੀ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਫਰੈਂਡਸ ਨੂੰ ਲੈ ਆਇਆ, ਪਤੀ ਨੂੰ ਮਾਣ ਹੈ ਇਸਤਰੀ ਦੀ ਸ਼ਕਤੀ ਦਾ ਕਿ ਮੇਰੀ ਵਾਈਫ ਖਾਣਾ ਬਣਾ ਦਿੰਦੀ ਹੈ, ਅੱਛਾ ਬਣਾਉਂਦੀ ਹੈ, ਬਣਾ ਹੀ ਦੇਗੀ, ਇਹਨਾਂ ਮਹਿਮਾਨਾਂ ਦੀ ਮਹਿਮਾਨ ਨਿਵਾਜ਼ੀ ਹੋਏਗੀ ਮੇਰੇ ਘਰ ਜਾ ਕੇ। ਪਰ ਮੇਰੇ ਘਰ ਦਾ ਮੈਂਬਰ ਮੇਰੀ ਪਤਨੀ ਵੀ ਹੈ, ਪਰ ਉਹ ਆਉਣ ਸਾਰੀ ਆਪਣੀ ਸ਼ਕਤੀ ਸਾਰੀ ਲੂਜ਼ ਕਰ ਜਾਂਦੀ। ਕਹਿੰਦੀ ਪਹਿਲਾਂ ਕਿਉਂ ਨਹੀਂ ਦੱਸਿਆ? ਇਹ ਰੋਟੀ ਖਾਣਗੇ ਨਾ, ਹੁਣ ਤੁਹਾਡਾ ਮਤਲਬ ਥੁੱਕਾਂ ਨਾਲ ਬੜੇ ਪੱਕਦੇ ਨੇ। ਉਹ ਸੈਂਟੈਂਸ ਯੂਜ਼ ਕਰਦੀ ਹੈ। ਪਤੀ ਉਸ ਵੇਲੇ ਸੋਚਦਾ ਮਾਈ ਗੋਡ, ਮੈਂ ਆਪਣੇ ਫਰੈਂਡਸ ਲੈ ਕੇ ਕਿਉਂ ਆਇਆ ਸੀ। ਪਤੀ ਆਪਣੀ ਪੇਸ਼ੈਂਸ ਲੂਜ਼ ਕਰਕੇ ਉਹਨੂੰ ਕਹਿੰਦਾ ਤੇਰੇ ਪੇਕਿਆਂ ਨੇ ਤੈਨੂੰ ਇਹ ਸਿਖਾਇਆ ਨਾ, ਤੂੰ ਜਦੋਂ ਤੇਰੀ ਭੈਣ ਆਈ ਸੀ, ਤੇਰਾ ਜੀਜਾ ਆਇਆ ਸੀ, ਤਾਂ ਤੂੰ ਛੇਤੀ ਛੇਤੀ ਪਕਾ ਲਿਆ ਸੀ। ਉਸ ਵੇਲੇ ਥੁੱਕਾਂ ਨਾਲ ਬੜੇ ਪੱਕ ਜਾਂਦੇ ਨੇ। ਸੋ ਇੱਕ ਬੜਾ ਮਸ਼ਹੂਰ ਜੋਕ ਵੀ ਹੈ ਕਿ ਕਿਸੇ ਨੇ ਕਿਸੇ ਨੂੰ ਪੁੱਛਿਆ ਕਿ ਤੁਹਾਡੇ ਘਰ ਬੜੇ ਮਹਿਮਾਨ ਆਉਂਦੇ ਰਹਿੰਦੇ ਨੇ, ਤੁਹਾਡੀ ਵਾਈਫ ਕੁਝ ਬਣਾ ਲੈਂਦੀ ਹੈ ਛੇਤੀ ਛੇਤੀ? ਕਹਿੰਦਾ ਹਾਂ, ਮੂੰਹ ਬਣਾ ਲੈਂਦੀ ਹੈ। ਜਦੋਂ ਮੂੰਹ ਬਣਾ ਲੈਂਦੀ ਹੈ ਨਾ, ਤਾਂ ਉਹ ਆਪਣੀ ਤਾਕਤ ਭੁੱਲ ਗਈ। ਉਹ ਨਾ ਆਪਣੀ ਨੈਗੇਟਿਵ ਈਵਲ ਥਾਟਸ ਦਾ ਮੂੰਹ ਬਣਾਉਂਦੀ ਹੈ, ਈਵਲ ਥਾਟਸ ਦੀ ਤਾਕਤ ਨੂੰ ਯੂਜ਼ ਕਰ ਰਹੀ ਹੈ। ਕੋਈ ਗੱਲ ਨਹੀਂ, ਅੱਜ ਤਾਂ ਮੈਂ ਹੁਣ ਜਲਦੀ ਜਲਦੀ ਪਕਾ ਦਿੰਦੀ ਹਾਂ, ਜਿਸ ਤਰ੍ਹਾਂ ਮਰਜ਼ੀ ਕਰਕੇ। ਤੁਸੀਂ ਪੀਜ਼ਾ ਜਾਂ ਕੁਛ ਹੋਰ ਚੀਜ਼ ਆਰਡਰ ਕਰ ਦਿਓ, ਮੈਂ ਉੱਥੇ ਮੂੰਗੀ ਦਾਲ ਰੱਖਦੀ ਹਾਂ। ਅੱਛਾ, ਬਾਜ਼ਾਰ ਤੋਂ ਚਿਕਨ ਮੰਗਾ ਲਓ, ਅਤੇ ਅੱਜ ਤੇ ਕਰਦੇ ਹਾਂ। ਫਿਊਚਰ ਵਿੱਚ ਨਾ ਇੰਝ ਕਰਨਾ। ਉਹ ਜੇ ਸੈਂਟੈਂਸ ਨਾ ਵੀ ਵਰਤੇ ਨਾ, ਪਤੀ ਫਿਊਚਰ ਵਾਸਤੇ ਬਿਲਕੁਲ ਸਿੱਧਾ ਸਥਿਰ ਹੋ ਜਾਂਦਾ ਹੈ। ਇਹ ਉਹਦੀ ਸ਼ਕਤੀ ਨਹੀਂ ਹੈ, ਇਹ ਬੋਰੋਡ ਨੌਲੇਜ ਦੀ ਸ਼ਕਤੀ ਹੈ। ਇਹ ਆਪਣੇ ਘਰ ਨੂੰ ਨਰਕ ਬਣਾਉਣ ਦੀ ਸ਼ਕਤੀ ਹੈ। ਗੁਰਮਤਿ ਸਾਨੂੰ ਸਿਖਾ ਰਹੀ ਹੈ ਨਮਰਤਾ। ਕਾਕੇ ਨੂੰ ਨਮਰਤਾ ਨਹੀਂ ਆਈ, ਕਾਕਾ ਹੰਕਾਰ ਵਿੱਚ ਉਹਦੇ ਨਾਲ ਗੱਲ ਕਰਦਾ ਹੈ। ਪਰ ਤੈਨੂੰ ਰੱਬ ਨੇ ਤਾਕਤ ਦਿੱਤੀ, ਤੇਰਾ ਭਾਂਡਾ ਹੀ ਇੰਝ ਬਣਾਇਆ ਹੋਇਆ, ਜਿਸ ਭਾਂਡੇ ਵਿਚਕਾਰ ਤੂੰ ਆਪਣੇ ਪੇਟ ਵਿੱਚ 9 ਮਹੀਨੇ ਬੱਚਾ ਰੱਖ ਲੈਂਦੀ ਹੈ। ਦੇਖੋ, 9 ਮਹੀਨੇ ਪੇਟ ਵਿੱਚ ਬੱਚਾ ਵੀ ਰੱਖ ਲੈਂਦੀ ਹੈ, ਔਰ ਬੱਚਾ ਦਿਨ ਰਾਤ ਉਸ ਨੂੰ ਸੌਣ ਨਹੀਂ ਦਿੰਦਾ।
ਅਮਰੀਕਾ ਮੇਰੇ ਬ੍ਰਦਰ ਦੀ ਬੇਟੀ ਦਾ ਬੱਚਾ ਹੋਇਆ ਤਾਂ ਕਹਿੰਦੀ ਹੈ ਜਿਉਂ ਦੀ ਉਹਦਾ ਨਾਂ ਬਾਨੀ ਹੈ, ਬਾਨੀ ਦਾ ਬੱਚੇ ਦਾ ਨਾਂ ਕਿਰਪਾ ਕੌਰ ਹੈ। ਕਹਿੰਦੀ ਹੈ ਪਿੰਦਰ ਚਾਚਾ ਜਿਸ ਦਿਨ ਦੀ ਕਿਰਪਾ ਹੋਈ ਹੈ ਨਾ, ਹੁਣ ਤਾਂ ਮੈਂ ਇਹ ਖਿਆਲ ਹੀ ਭੁੱਲ ਗਈ ਹਾਂ ਕਿ ਆਰਾਮ ਨਾਲ ਸੋਈਦਾ ਕਿਸ ਤਰ੍ਹਾਂ ਹੈ, ਕਿਉਂਕਿ ਉਹ ਅੱਧੀ ਰਾਤੀ ਜਾਗ ਪੈਂਦੀ ਹੈ, ਕਦੇ ਰੋਣਾ ਸ਼ੁਰੂ ਕਰ ਦਿੰਦੀ, ਡੇ ਟਾਈਮ ਮੈਂ ਸੌਣ ਲੱਗਦੀ ਹਾਂ ਉਹ ਉੱਠ ਜਾਂਦੀ ਹੈ। ਅਤੇ ਮੈਂ ਕਿਹਾ ਹੁਣ ਤੁਸੀਂ ਜ਼ਿੰਦਗੀ ਭਰ ਹੁਣ ਸੌਣਾ ਭੁੱਲ ਜਾਓ, ਹੁਣ ਤੁਸੀਂ ਮਦਰਹੁੱਡ ਵਿੱਚ ਹੋ, ਹੁਣ ਤੁਸੀਂ ਕਰਤਾ ਪੁਰਖ ਵਾਲੇ ਕ੍ਰੀਏਟਿਵ ਮੋਡ ਵਿੱਚ ਹੋ। ਤੇ ਤਾਕਤ ਹੈ, ਪਰ ਉਹ ਆਪਣੀ ਇਸ ਤਾਕਤ ਨੂੰ ਪੈਸੇ ਨਾਲ ਯੂਜ਼ ਕਰਕੇ ਬੇਬੀ ਸੀਟਰ ਕੋਲ ਦੇ ਆਵੇ, ਪੈਸੇ ਨਾਲ ਯੂਜ਼ ਕਰਕੇ ਮੇਡ ਨਾਲ ਉਹਨੂੰ ਸਵਾ ਦੇਵੇ, ਆਪ ਆਰਾਮ ਨਾਲ ਚੂਰੀ ਖਾ ਕੇ ਸਵੇਂ, ਤਾਂ ਇਹ ਉਹ ਆਪਣੀ ਮਦਰਹੁੱਡ ਲੂਜ਼ ਕਰ ਰਹੀ ਹੈ। ਸ਼ਕਤੀ ਨਮਰਤਾ 'ਚ ਹੈ, ਸ਼ਕਤੀ ਪ੍ਰੋਟੈਸਟ 'ਚ ਨਹੀਂ ਹੈ। ਸੋ ਮੈਨੂੰ ਦੱਸਿਆ ਨਹੀਂ, ਮੈਨੂੰ ਬੁਲਾਇਆ ਨਹੀਂ, ਮੇਰੇ ਬਾਰੇ ਇੰਝ ਕਿਉਂ ਕਹਿ ਦਿੱਤਾ। ਪਿੱਛੇ ਮੈਨੂੰ ਸੁਣਨ ਨੂੰ ਮਿਲਿਆ ਕਿ ਕਿਸੇ ਪਰਿਵਾਰ ਵਿੱਚ ਕੋਈ ਆਏ ਹੋਏ ਸੀ, ਉਹਨਾਂ ਨੇ ਉਹਦੀ ਪਤਨੀ ਨੂੰ ਕਿਹਾ ਯਾਰ ਤੇਰੀ ਵਹੁਟੀ ਵੈਸੇ ਰੋਟੀ ਖਾਸ ਠੀਕ ਬਣਾਉਂਦੀ ਨਹੀਂ, ਉਹ ਤਾਂ ਮਾਈਂਡ ਹੀ ਕਰ ਗਈ। ਲੈ ਇੱਕ ਤਾਂ ਮੈਂ ਬਣਾਈ, ਉੱਤੋਂ ਮੇਰੇ ਬਾਰੇ, ਮੇਰੇ ਘਰ ਆ ਕੇ ਮੇਰੇ ਬਾਰੇ ਕਹਿੰਦੇ ਪਏ ਨੇ, ਸੁਣ ਲੈ। ਲੇਕਿਨ ਉਹਦਾ ਪ੍ਰੋਟੈਸਟ ਵਾਲਾ ਜਿਹੜੇ ਅੰਦਰੋਂ ਈਵਲਸ ਨੇ, ਉਹਨਾਂ ਨੇ ਉਸ ਨੂੰ ਮੁੱਕੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਤਾਂ ਫਰੀਦ ਜੀ ਕਹਿੰਦੇ ਨੇ ਜੋ ਤੈਂ ਮਾਰਨ ਮੁੱਕੀਆਂ, ਤੈਨੂੰ ਜਿਹੜੇ ਅੰਦਰੋਂ ਨੈਗੇਟਿਵ ਖਿਆਲ ਮੁੱਕੀਆਂ ਮਾਰਦੇ ਨੇ, ਤਿੰਨਾਂ ਨਾ ਮਾਰੇ ਘੁੰਮ, ਤੂੰ ਉਹਨੂੰ ਰਿਟੈਲੀਏਟ ਵੀ ਨਹੀਂ ਕਰਦਾ। ਜੋ ਤੈਂ ਮਾਰਨ ਮੁੱਕੀਆਂ, ਤਿੰਨਾਂ ਨਾ ਮਾਰੇ ਘੁੰਮ, ਆਰਡਰ ਨਹੀਂ ਕਰ ਰਹੇ ਨੇ ਜੋ ਤੈਨੂੰ ਮੁੱਕੀਆਂ ਮਾਰਦੇ ਨੇ ਉਹਨਾਂ ਨੂੰ ਘੁੰਮ ਕੇ ਮਾਰਨਾ ਨਹੀਂ ਹੈ। ਨਹੀਂ ਨਹੀਂ ਨਹੀਂ, ਬੜੇ ਦੁੱਖ ਦੇ ਨਾਲ ਪੁੱਛ ਰਹੇ ਨੇ ਤੈਨੂੰ ਅੰਦਰੋਂ ਜਿਹੜੇ ਮੰਦੇ ਖਿਆਲ ਉਪਜਦੇ ਨੇ। ਸਾਡੀ ਜੀਵਨ ਜਾਚ ਦਾ ਖਜ਼ਾਨਾ ਵੋਲਿਊਮ 1 ਔਰ 2 16 ਸ਼ਬਦਾਂ ਦੀ ਸ਼ਲੋਕਾਂ ਸਮੇਤ ਪੁਸਤਕ ਤੁਹਾਡੇ ਕੋਲ ਪਹੁੰਚੀ ਹੋਈ ਹੈ, ਨਹੀਂ ਤੇ ਬਾਹਰ ਸਟਾਲ ਤੋਂ ਤੁਸੀਂ ਲੈ ਸਕਦੇ ਹੋ। ਉਹਦੇ 'ਚ ਅਸੀਂ ਇਹ ਸ਼ਲੋਕ ਸਾਂਝ ਕੀਤਾ ਹੈ। ਜੇ ਆਰਡਰ ਹੁੰਦਾ ਨਾ ਤਾਂ ਹੁੰਦਾ ਜੋ ਤੈਂ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੀ ਘੁੰਮ। ਆਰਡਰ ਨਹੀਂ ਕਰ ਰਹੇ ਨੇ। ਫਰੀਦ ਜੀ ਨਿਮਰਤਾ ਵਿੱਚ, ਦੁੱਖ ਵਿੱਚ, ਐਮਪੈਥੀ ਵਿੱਚ ਪੁੱਛ ਰਹੇ ਨੇ ਤੈਨੂੰ ਜਿਹੜੇ ਮੰਦੇ ਖਿਆਲ ਅੰਦਰੋਂ ਮੁੱਕੀਆਂ ਮਾਰਦੇ ਨੇ, ਤੂੰ ਮੁੜ ਕੇ ਉਹਨਾਂ ਨੂੰ ਰਿਟੈਲੀਏਟ ਵੀ ਨਹੀਂ ਕਰਦਾ। ਕੁੱਟ-ਕੁੱਟ ਮਨ ਕਸਵੱਟੀ ਲਾਵੇ, ਤੈਨੂੰ ਸਿਖਾਇਆ ਗਿਆ ਹੈ ਆਪਣੇ ਮੰਦੇ ਖਿਆਲਾਂ ਨੂੰ ਪਹਿਲਾਂ ਸਪਰੈਸ ਹੀ ਕਰਨਾ ਸਿੱਖੀਦਾ, ਫਿਰ ਆਸਤਾ ਆਸਤਾ ਅੱਗੇ ਵੱਧੀਦਾ, ਫਿਰ ਆਸਤਾ ਆਸਤਾ ਮੰਦੇ ਖਿਆਲ ਉਪਜਦੇ ਨਹੀਂ ਹਨ। ਜੋ ਤੈਂ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ, ਆਪ ਨੜੇ ਕਰ ਜਾਈਏ ਪੈਰ ਤਿੰਨਾਂ ਦੇ ਚੁੰਮ। ਤੂੰ ਮੰਦੇ ਖਿਆਲਾਂ ਦੇ ਪੈਰ ਚੁੰਮਦਾ ਰਹਿੰਦਾ, ਸੱਪ ਨੂੰ ਦੁੱਧ ਪਿਲਾਉਂਦਾ ਰਹਿੰਦਾ। ਰਾਦਰ ਤੈਨੂੰ ਆਪ ਨੜੇ ਘਰ ਜਾਣਾ ਚਾਹੀਦਾ ਔਰ ਅੰਦਰ ਦੇ ਸੱਜਣਾ ਦੇ ਚੰਗੇ ਗੁਣਾਂ ਦੇ ਪੈਰ ਚੁੰਮਣੇ ਚਾਹੀਦੇ ਨੇ। ਤੈਨੂੰ ਤਾਂ ਇਹ ਸਿੱਖਣਾ ਚਾਹੀਦਾ ਸੀ। ਸੋ ਮੈਨੂੰ ਇੱਕ ਗੱਲ ਯਾਦ ਆ ਗਈ, ਜਿਹਦੇ ਕੋਲ ਸ਼ਕਤੀ ਹੈ ਨਾ, ਅਸੀਂ ਹੁਣ ਤੱਕ ਜਿਤਨੀ ਵਿਚਾਰ ਕੀਤੀ ਹੈ ਉਹਦੇ 'ਚੋਂ ਅਸੀਂ ਇਤਨਾ ਸਮਝਿਆ ਸ਼ਕਤੀ ਹੈ ਉਹਦੇ ਕੋਲ ਰੱਬੀ ਗੁਣ। ਜਿਵੇਂ ਸਾਰੇ ਜੀਆਂ ਜਨਤਾ, ਸਾਰੇ ਮਨੁੱਖਾਂ, ਸਾਰੇ ਪਸ਼ੂ ਪੰਛੀਆਂ ਕੋਲ ਆਪਣੇ ਆਪਣੇ ਕਿਸਮ ਦੀ ਸ਼ਕਤੀ ਹੈ ਨਾ, ਇਸ ਤਰ੍ਹਾਂ ਇਸਤਰੀ ਕੋਲ ਜਿਹੜੀ ਸ਼ਕਤੀ ਹੈ ਉਹ ਉਹਦੇ ਹਨ ਰੱਬੀ ਗੁਣ ਹਨ। ਸੋ ਜਿਹਨੂੰ ਵਰਤ ਨਹੀਂ ਆ ਜਾਏ ਸਪੌਂਟੇਨੀਅਸਲੀ ਵਕਤ ਸਿਰ, ਜਿਸ ਵੇਲੇ ਪਰਚਾ ਪੈਂਦਾ ਹੈ। ਸੋ ਮੇਰੇ ਇੱਕ ਮਿੱਤਰ ਨੇ ਕਿਰਪਾਲ ਸਿੰਘ ਜੀ, ਉਹਨਾਂ ਦੀ ਮਦਰ ਮੈਨੂੰ ਕਹਿੰਦੀ ਹੈ ਭੁਪਿੰਦਰ ਸਿੰਘ ਜੀ ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਨਾ, ਮੈਨੂੰ ਆਪਣੀ ਪੁਰਾਣੀ ਗੱਲ ਯਾਦ ਆਈ। ਮੈਂ ਕਿਹਾ ਕਿ ਕਹਿੰਦੀ ਹੈ ਹਰ ਪਤੀ ਪਤਨੀ ਦਾ ਝਗੜਾ ਹੁੰਦਾ ਹੈ ਲੇਕਿਨ ਸਾਡਾ ਨਹੀਂ ਹੁੰਦਾ ਸੀ। ਮੈਂ ਕਿਹਾ ਹਾਂ ਜੀ ਮਾਂ ਜੀ ਦੱਸੋ ਕੀ ਹੁੰਦਾ ਸੀ। ਕਹਿੰਦੇ ਕਿ ਇੱਕ ਦਿਨ ਮੈਂ ਆਪਣੇ ਪਤੀ ਨਾਲ ਬਾਹਰੋਂ ਸੈਰ ਕਰਕੇ ਆ ਰਹੀ ਸੀ, ਸਾਹਮਣੇ ਤੋਂ ਬੜੇ ਸਾਰੇ ਸੂਅਰ ਆ ਰਹੇ ਸੀ, ਚਿੱਕੜ ਨਾਲ ਲਿਬੜੇ ਹੋਏ ਗੰਦੇ ਜਿਹੇ ਸੂਅਰ ਆ ਰਹੇ ਸੀ। ਤਾਂ ਮੇਰਾ ਪਤੀ ਕਹਿੰਦਾ ਦੇਖ ਤੇਰੇ ਭਰਾ ਆਏ ਨੇ। ਹੁਣ ਜਿਸ ਕੋਲ ਟੋਲਰੈਂਸ ਦੀ ਸ਼ਕਤੀ ਨਹੀਂ ਹੈ ਨਾ, ਉਹ ਤੇ ਪਿੱਟ ਪਏਗੀ, ਉਹ ਪੂਰਾ ਪ੍ਰੋਟੈਸਟ ਕਰੇਗੀ, ਪੂਰਾ ਤੂਫਾਨ ਮਚਾ ਦੇਗੀ, ਪਤੀ ਨੂੰ ਔਰ ਸੱਸ ਨੂੰ ਪੁੱਠਾ ਟੰਗ ਦੇਗੀ, ਸਾਰੀ ਦੁਨੀਆ ਨੂੰ ਉਹ ਘੁਮਾ ਦੇਗੀ।
पर ਉਹਦੇ ਮੰਮੀ ਜੀ ਕਹਿੰਦੇ ਨੇ, ਕਹਿੰਦੇ ਭੁਪਿੰਦਰ ਜਦੋਂ ਉਹਨਾਂ ਨੇ ਮੈਨੂੰ ਕਿਹਾ ਨਾ ਦੇਖ ਤੇਰੇ ਭਰਾ ਆਏ ਨੇ, ਤਾਂ ਮੈਂ ਹੱਸਦਿਆਂ ਕਿਹਾ ਕੋਈ ਗੱਲ ਨਹੀਂ, ਇਹਨਾਂ ਨੂੰ ਬਿਠਾਓ, ਤੁਹਾਡੇ ਸਾਲੇ ਹੀ ਨੇ ਨਾ, ਮੈਂ ਚਾਹ ਬਣਾਉਂਦੀ ਹਾਂ। ਕਿਸ ਤਰ੍ਹਾਂ ਪਿਆਰ ਨਾਲ, किस तरह नम्रता नाल, किस तरह इतना बड़ा तूफान आया और आके इंज चला गया। आया सी पहाड़ वांगू, तीले नूं फूक मारू वांगू उड़ गया, सौखिया उड़ गया, झगड़ा नहीं होया। हुण इहदा बेनीफिट की होएगा? इहदा बेनीफिट होएगा पति ऐसी इस्त्री का सत्कार करता है, पति ऐसी इस्त्री नूं अंदरों माण करता है, मेरी वोटी अंदर टॉलरेंस है। पर जिसनूं पता लग जाए कि मेरी मोटी अंदर टॉलरेंस नहीं है, ओदी पत्नी नाल दूरी बन जाती है। दूरी बनन तो बाद पत्नी सोच रही है मैनू हैप्पी बर्थडे क्यों नहीं किया, पत्नी सोच रही है कि मैनू एनी हैप्पी एनीवर्सरी क्यों नहीं मनाई, पत्नी सोच रही है कि मैनू बाहर रोटी खुआण क्यों नहीं ले जाते, पत्नी सोच रही है कि शामी वक्त सिर घर क्यों नहीं आते, पत्नी सोच रही है कि टैलीफोन ते दूजे नाल गल्लां करदे हो मेरे नाल नहीं करते, पत्नी सोच रही है कि घर आके भी तुसी मेरे नाल गल नहीं करते। उन्होंने पता नहीं है दूरी किस तरह बनी है। साध संगत जी, सबजैक्ट क्योंकि विमन एम्पावरमेंट है, इस करके मैं इस पक्षों डिस्कस कर रहा। मैं ये डिस्कस नहीं कर रहा कि पति दी कित्थे गलती होंदी है ते दूरियां वधदियां। सबजैक्ट क्योंकि विमन एम्पावरमेंट चल रहा है, तब पत्नी इस्त्री वोटी मैं उन्होंने डमी होना नहीं सिखा रहा, मैं उहदे कीमती गुणां नूं एनहांस कर रहा, अंदरों उसनों इंस्पायर कर रहा कि तेरे कोल बड़ा कीमती खजाना है। काका बचपन तो सीखिया ही नहीं है दूजिया वास्ते काम करना, इस करके काका जदों पापा जी बनता है तो ये कोल वही माँ जिसने 9 महीने बच्चे नूं पेट विच रखिया सी, दिन रात सो नहीं सकती है, उस बच्चे की इतनी सेवा करती है पैशन दे नाल, रब्बी गुण करता पुरख वाले गुण दे नाल। ए 1 मिनट वास्ते पति नूं कहंदी ना तुसीं इहनूं 1 मिनट संभालो, ए मैं हुणे नहा के आई। इतनी देर ही ची पति है जिहड़े काका जी जिहड़े अज पापा जी बन गए ने, जिन्होंने सबर सीखिया नहीं, जिन्होंने दूजे की सेवा सीखी नहीं, ये छित्ते पै लै फड़ काला अपना काका है तो बड़ा रोंदा पै ने तो मेरे कोट उत्ते सुसू कर दिता है, ऐ ते मेरे कोलों नहीं, मैं नहीं संभाल सकता, असी तो काम ते जाना है, असी तो ये करना वो करना है। ਉਹਦੇ ਕੋਲ ਬਿਲਕੁਲ ਹੈ ਹੀ ਨਹੀਂ, ਉਹਦੇ ਨਾਲ ਬਰਾਬਰ ਤਾਂ ਮੰਗ ਰਹੀ ਹੈ ਤੂੰ, ਜਿਹਦੇ ਕੋਲ ਟੋਲਰੈਂਸ ਹੀ ਨਹੀਂ ਹੈ, ਜਿਹਦੇ ਕੋਲ ਦੂਜਿਆਂ ਦੀ ਸੇਵਾ ਦਾ ਮਾਦਾ ਹੀ ਨਹੀਂ ਹੈ, ਤੂੰ ਉਹਦੇ ਤਲ ਤੇ ਆਉਣਾ ਚਾਹ ਰਹੀ ਹੈ। ਯੂ ਆਰ ਗॉड ਗਿਫਟਿਡ ਤੂੰ ਸਿੱਖ। ਸਾਧ ਸੰਗਤ ਜੀ, ਜਿਹੜੇ ਘਰ ਸੁਖੀ ਹਨ ਉਹ इस्त्री दे चंगे गुणा दे कारण सुखी हैं, इस्त्री दी रब्बी गुणा दी शक्ति दे कारण सुखी हैं। जिस घर विच नूंह सस दी नहीं बनती, उस घर विच इस्त्री भावें सस ते भावें नूंह अपनी शक्ति का मिसयूज कर रही है, तां ही गड़बड़ हुई है। जिसनों वो शक्ति समझ रही है उसका नाम मैं ईवल थॉट्स रख रहे हैं, जो तै मारन मुक्कियां वाले विकारी ख्याल रख रहे हैं ना। वो कहती है मैं एक्सरसाइज ना करा, मैं अपने शरीर का ध्यान ना रखा, मैं 4 घंटे ब्यूटी पार्लर जाके अपने वाल ना बनवावां ना, जे मैं वाल ना बनवावां। एक बीबी नूं मैं पूछया भी तुसीं इस तरह क्यों करते हो, कहती है भावें मेरी 50 साल उम्र हो गई है, मैं अपने वाल बना के ही रखांगी, क्योंकि मेरे सिर दे वालां 'च एक भी चिट्टा वाल आ जाए तो पार्टी अंदर मेरा पति दूसरियां इस्त्रियां नूं देखना शुरू कर दिंदा है। कितना भारी भुलेखा, तू एक वाल काला करके अपने पति नूं काबू कर लेंगी, एक गलत ख्याल है, एक बोरोड नॉलेज है। तू बाहरों कुछ ना सीख, तू अपने घर की सिचुएशन सीख।
ਦੂਜੀ ਦੀ ਸੱਸ ਕਿਸ ਤਰ੍ਹਾਂ ਉਹਦੇ ਨਾਲ ਡੀਲ ਕਰਦੀ ਹੈ ਜਾਂ ਡਰਦੀ ਹੈ, ਨਹੀਂ, ਤੂੰ ਉਹਨੂੰ ਕਾਪੀ ਨਹੀਂ ਕਰਨਾ। ਤੈਨੂੰ ਆਪਣੀ ਸੱਸ ਦਾ ਪਿਆਰ ਪ੍ਰਾਪਤ ਕਰਨਾ ਹੈ, ਸੱਸ ਨੂੰ ਆਪਣੀ ਨੂੰਹ ਦਾ ਪਿਆਰ ਪ੍ਰਾਪਤ ਕਰਨਾ ਹੈ। ਤਾਂ ਜਿਹੜੀ ਪ੍ਰਾਪਤ ਕਰ ਲੈਂਦੀ ਹੈ ਉਹ ਆਪਣੇ ਘਰ ਨਨਾਣ ਨੂੰ ਵੜਨ ਦਿੰਦੀ ਹੈ। ਜਿਹੜੀ ਈਵਲ ਥਾਟਸ ਦੀ ਸ਼ਕਤੀ ਯੂਜ਼ ਕਰਦੀ ਹੈ ਉਹ ਨਨਾਣ ਨੂੰ ਔਰ ਦੇਵਰ ਦੇਵਰਾਣੀ ਨੂੰ ਬਰਦਾਸ਼ਤ ਨਹੀਂ ਕਰਦੀ ਹੈ। ਸੋ ਇਹ ਸਾਰੇ ਐਸੇ ਰੱਬੀ ਗੁਣ ਹਨ ਜਿਹੜੇ ਉਹ ਵਰਤੇ ਤਾਂ ਘਰ ਸਵਰਗ, ਨਾ ਵਰਤੇ ਤਾਂ ਘਰ ਦੁਖੀ। ਇੱਕ ਗੱਲ ਮੈਂ ਹੋਰ ਆਮ ਤੌਰ 'ਤੇ ਸਾਂਝ ਕਰਦਾ ਕਿ ਦੁਨੀਆ ਨੂੰ ਬੜਾ ਭਾਰੀ ਭੁਲੇਖਾ ਹੈ ਕਿ ਇਤਨੇ ਪਾਠ ਕਰੋ ਤੇ ਪੁੱਤਰ ਮਿਲਦਾ ਹੈ। ਦੁਨੀਆ ਨੂੰ ਬੜਾ ਭਾਰੀ ਭੁਲੇਖਾ ਹੈ 40 ਦਿਨ ਫਲਾਣੀ ਜਗ੍ਹਾ ਜਾ ਕੇ ਮੈਂ ਪੁੱਤਰ ਲਿਆ। ਦੁਨੀਆ ਨੂੰ ਬੜਾ ਭਾਰੀ ਭੁਲੇਖਾ ਹੈ ਕਿ ਫਲਾਣੇ ਬਾਬਾ ਜੀ ਦੇ ਮੈਂ ਜਾ ਕੇ ਚਰਨ ਕੁੱਟੇ ਸਨ ਤਾਂ ਉਹਨਾਂ ਨੇ ਮੇਰੇ ਸਿਰ 'ਤੇ ਹੱਥ ਰੱਖਿਆ ਸੀ, ਉਹ ਬਾਬਾ ਜੀ ਦੀ ਬਖਸ਼ਿਸ਼ ਦੇ ਕਾਰਨ ਮੈਨੂੰ ਪੁੱਤਰ ਪ੍ਰਾਪਤ ਹੋਇਆ। ਦੁਨੀਆ ਨੂੰ ਬੜਾ ਭਾਰੀ ਭੁਲੇਖਾ ਹੈ ਕਿ ਅਸੀਂ ਫਲਾਣੀ ਥਾਂ 'ਤੇ ਜਾ ਕੇ ਸੁਖਣਾ ਸੁਖੀ ਤਾਂ ਸਾਡੇ ਘਰ ਪੁੱਤਰ ਦੀ ਦਾਤ ਮਿਲੀ। ਇਹ ਬੜਾ ਭਾਰੀ ਭੁਲੇਖਾ ਹੈ। ਪਰ ਇਹ ਦੁਨੀਆ ਦੀ ਬੜੀ ਖਰੀ ਸੱਚਾਈ ਹੈ ਕਿ ਜਿਤਨੀਆਂ ਦੁਨੀਆ ਵਿੱਚ ਸੱਸਾਂ ਰੋ ਰਹੀਆਂ ਨੇ ਉਹ ਪੁੱਤਰਾਂ ਵਾਲੀਆਂ ਮਾਵਾਂ ਰੋ ਰਹੀਆਂ ਨੇ। ਜਿਸ ਦਾ ਨਾਂ ਸੁਖ ਰੱਖਿਆ ਹੈ, ਜਿਹਦੇ ਆਧਾਰ 'ਤੇ ਆਪਣੀ ਸਾਰੀ ਜ਼ਿੰਦਗੀ ਰੱਖੀ ਹੋਈ ਹੈ, ਜਿਹਦੇ ਬਾਰੇ ਪੂਤਾ ਮਾਤਾ ਕੀ ਅਸੀਸ ਸ਼ਬਦ ਗਾਣਾ ਸ਼ੁਰੂ ਕਰ ਦਿੱਤਾ, ਜਿਹਦੇ ਬਾਰੇ ਇਤਨੀਆਂ ਸਾਰੀਆਂ ਸਟੋਰੀਆਂ ਬਣਾ ਦਿੱਤੀਆਂ ਕਿ ਪੁੱਤਰ ਪ੍ਰਾਪਤ ਕਿਵੇਂ ਹੁੰਦਾ ਹੈ, ਜਿਹਦੇ ਬਾਰੇ ਵੱਖ-ਵੱਖ ਥਾਵਾਂ ਨੂੰ ਪ੍ਰਚਲਿਤ ਕਰ ਦਿੱਤਾ ਕਿ ਪੁੱਤਰ ਪ੍ਰਾਪਤ ਕਿਵੇਂ ਹੁੰਦਾ ਹੈ। ਪਰ ਜਿਤਨੀਆਂ ਸੱਸਾਂ ਭਾਵ ਮਾਵਾਂ ਦੁਖੀ ਨੇ ਉਹ ਪੁੱਤਰਾਂ ਵਾਲੀਆਂ ਦੁਖੀ ਨੇ। ਅੱਛਾ, ਹੁਣ ਅਸੀਂ ਇਸ ਦਾ ਪਾਸਾ, ਇਸ ਕੁਆਇਨ ਦਾ ਦੂਜਾ ਪਾਸਾ ਦੇਖੀਏ। ਹਰ ਮਾਂ ਦੀ ਸਾਂਝ ਆਪਣੀ ਬੇਟੀ ਦੇ ਨਾਲ ਹੁੰਦੀ ਹੈ। ਬੇਟੇ ਨਾਲ ਹੁੰਦੀ ਹੈ, ਕੋਈ ਸ਼ੱਕ ਨਹੀਂ, ਪਰ ਬੇਟੀ ਦੇ ਨਾਲ ਹੁੰਦੀ ਹੈ ਕਿਉਂਕਿ ਬਾਇਓਲੋਜੀਕਲੀ ਉਹ ਸਰੀਰਕ ਤੌਰ 'ਤੇ ਵੀ ਦੋਵੇਂ ਇਸਤਰੀਆਂ ਨੇ। ਜਿਸ ਤਰ੍ਹਾਂ ਮਾਂ ਆਪਣੇ ਸਰੀਰ ਦੇ ਗੁਪਤ ਅੰਗਾਂ ਦੇ ਬਾਰੇ ਆਪਣੀ ਬੇਟੀ ਨਾਲ ਗੱਲ ਕਰ ਸਕਦੀ ਹੈ, ਪੁੱਤਰ ਦੇ ਨਾਲ ਜਿਤਨੀ ਮਰਜ਼ੀ ਨਜ਼ਦੀਕ ਹੋਵੇ ਉਹਦੇ ਨਾਲ ਨਹੀਂ ਕਰ ਸਕਦੀ ਹੈ। ਇਹਦਾ ਮਤਲਬ ਬੇਟੀ ਪੁੱਤਰ ਨਾਲੋਂ ਮਾਂ ਪਿਓ ਵਾਸਤੇ ਜ਼ਿਆਦਾ ਖੈਰਖਵਾਹ ਹੁੰਦੀ ਹੈ। ਪਤਾ ਨਹੀਂ ਇਹ ਕਿਸ ਤਰ੍ਹਾਂ ਕਿਸ ਨੇ ਇਹ ਵਾਲਾ ਕਾਨੂੰਨ ਬਣਾ ਦਿੱਤਾ ਕਿ ਜਦੋਂ ਸੰਸਕਾਰ ਹੋਏਗਾ ਤਾਂ ਪੁੱਤਰ ਮਾਂ ਪਿਓ ਦੀ ਅਗਨ ਭੇਟ ਕਰੇਗਾ, ਲੰਬੂ ਪੁੱਤਰ ਲਾਏਗਾ। ਬੇਟੀ ਨੂੰ ਉਹਦੇ ਕੋਲ ਨਹੀਂ ਜਾਣ ਦਿੰਦੇ ਨੇ, ਬੇਟੀ ਦੂਰ ਖੜੀ ਰਹਿੰਦੀ ਹੈ। ਕਈ ਘਰਾਂ ਵਿੱਚ ਤੇ ਕਹਿੰਦੇ ਨੇ ਨਹੀਂ ਇਸਤਰੀਆਂ ਜਾਣਗੀਆਂ ਹੀ ਨਹੀਂ, ਅਸੀਂ ਸ਼ਮਸ਼ਾਨ ਭੂਮੀ ਡੈਡ ਬੋਡੀ ਲੈ ਕੇ ਜਾਵਾਂਗੇ। ਬੜੀ ਭਾਰੀ ਡਿਸਕ੍ਰਿਮੀਨੇਸ਼ਨ। ਜੇ ਅੱਜ ਇਸਤਰੀ ਨੂੰ ਸ਼ਕਤੀ ਸਹੀ ਮਾਇਨੇ 'ਚ ਸਮਾਜ ਦੇਣਾ ਚਾਹੁੰਦਾ ਹੈ ਨਾ, ਤਾਂ ਸਮਾਜ ਦਾ ਫਰਜ਼ ਬਣਦਾ ਹੈ ਕਿ ਉਹ ਇਸਤਰੀ ਨੂੰ ਪ੍ਰਾਪਰਟੀ, ਇਸਤਰੀ ਨੂੰ ਵਿਆਹ ਹੋਣ ਤੋਂ ਬਾਅਦ ਵੀ ਪ੍ਰਾਪਰਟੀ 'ਚ ਪੂਰਾ ਹਿੱਸਾ, ਇਸਤਰੀ ਨੂੰ ਮਾਪਿਓ ਦੇ ਸੰਸਕਾਰ ਵੇਲੇ ਵੀ ਪੂਰਾ ਬਰਾਬਰਤਾ ਦਾ ਹਿੱਸਾ ਦਿੱਤਾ ਜਾਏ। ਉਹ ਵੀ ਲੰਬੂ ਲਾ ਸਕਦੀ ਹੈ। ਇਹ ਉਸਨੂੰ ਸ਼ਕਤੀ ਦੇਣੀ ਚਾਹੀਦੀ ਹੈ ਕਿ ਮੇਰੇ ਵੀ ਮਾਪਿਓ ਹੈ, ਮੈਂ ਵੀ ਉਹਨਾਂ ਦਾ ਖੈਰਖਵਾਹ ਹਾਂ। ਸੋ ਉਹਦੇ ਕੋਲ ਬੜੇ ਸਾਰੇ ਕੀਮਤੀ ਗੁਣ ਹਨ। ਉਹ ਕੀਮਤੀ ਗੁਣਾਂ ਦੀ ਪ੍ਰੈਕਟਿਸ ਜੇਕਰ ਕਰੇ, ਉਹਦੇ ਕੀਮਤੀ ਗੁਣ 'ਚੋਂ ਇੱਕ ਗੁਣ ਜੋ ਮੇਰੇ ਨਾਲ ਵਾਪਰਿਆ, ਮੈਂ ਅਮਰੀਕਾ ਆਪਣੇ ਸਟੋਰ 'ਤੇ ਖੜ੍ਹਾ ਹੁੰਦਾ ਸੀ। ਸਟੋਰ ਸੈੱਲਫੋਨ ਸਟੋਰ ਦਾ ਮੈਂ ਗੱਲ ਕਰ ਰਿਹਾ। ਕਈ ਵਾਰੀ ਸੈੱਲਫੋਨ ਖਰਾਬ ਹੋ ਜਾਂਦਾ ਹੈ, ਕਈ ਵਾਰੀ ਉਹਦਾ ਚਿਪ ਕੰਮ ਨਹੀਂ ਕਰਦਾ, ਕਈ ਵਾਰੀ ਉਹਦਾ ਚਾਰਜਰ ਖਰਾਬ ਹੁੰਦਾ, ਕੁਛ ਹੁੰਦਾ। ਗ੍ਰਾਹਕ ਆਉਂਦਾ ਹੈ, ਗ੍ਰਾਹਕ ਬੜੀ ਬਹਿਸ ਕਰਦਾ ਹੈ, ਗ੍ਰਾਹਕ ਉੱਚੇ ਨਾਲ ਬੋਲਦਾ ਹੈ, ਗ੍ਰਾਹਕ ਆ ਕੇ फ़ोन ਸੁੱਟ ਕੇ ਕਹਿੰਦਾ ਇਹ ਕਿਆ फ़ोन ਦਿਆ। ਤਾਂ ਇਸ ਤਰੀਕੇ ਦੇ ਨਾਲ ਲੋਕ ਡੀਲ ਕਰਦੇ ਨੇ, ਜਿਹੜਾ ਕਾਊਂਟਰ ਦੇ ਪਿੱਛੇ ਖੜ੍ਹਾ ਹੁੰਦਾ ਹੈ। ਤਾਂ ਮੈਂ ਸਟੋਰ ਦਾ ਮਾਲਕ, ਮੈਂ ਕਾਊਂਟਰ 'ਤੇ ਖੜ੍ਹਾ ਹੁੰਦਾ ਸੀ। ਤਾਂ ਇਸ ਤਰ੍ਹਾਂ ਗ੍ਰਾਹਕ ਆ ਕੇ ਗੱਲ ਕਰਦੇ ਨੇ। ਖੈਰ ਅਮਰੀਕਾ ਲੋਕ ਬੜੇ ਮੈਨਰਸ ਨਾਲ ਗੱਲ ਕਰਦੇ ਨੇ। ਈਵਨ ਦੈਨ ਕਈ ਲੋਕ ਆ ਕੇ ਉੱਚਾ ਬੋਲਦੇ ਸਨ, फ़ोन ਸੁੱਟਦੇ ਸਨ, ਕ੍ਰੋਧ ਨਾਲ ਗੱਲ ਕਰਦੇ ਸਨ।
ਸਵਾਲ ਪੁੱਛਣ ਦਾ ਉਹਨਾਂ ਦਾ ਢੰਗ ਅਜੀਬ ਹੁੰਦਾ ਸੀ, ਪਰ ਕਈ ਆ ਕੇ ਬੜੀ ਨਮਰਤਾ ਔਰ ਪਿਆਰ ਨਾਲ ਗੱਲ ਕਰਦੇ ਸੀ। ਮਿਸਟਰ ਸਿੰਘ, ਕੈਨ ਯੂ ਚੈੱਕ ਦਿਸ ਫੋਨ, ਆਈ ਥਿੰਕ ਸਮਥਿੰਗ ਇਜ਼ ਰੋਂਗ, ਇਟ ਡਜ਼ਨਟ ਚਾਰਜ, ਕੈਨ ਯੂ ਹੈਲਪ ਮੀ। ਬੜੇ ਪਿਆਰ ਨਾਲ ਮੈਂ ਉਹਦਾ ਨਾ ਚਾਰਜਰ ਲਗਾ ਲਗੂ ਕੇ ਸਾਰਾ ਦੇਖਣਾ ਸ਼ੁਰੂ ਕਰ ਦਿੰਦਾ ਸੀ। ਪਰ ਦੇਖਦੇ ਦੇਖਦੇ ਮੈਂ ਉਹਦੇ ਨਾਲ ਗੱਲ ਕਰਦਾ ਸੀ। ਚਾਰਜਰ ਤੇ ਮੈਂ ਲਾਤਾ, ਹੁਣੇ ਹੋ ਰਿਹਾ, ਮੈਂ ਦੇਖਣਾ ਨਹੀਂ ਦੇਰ 'ਚ ਪੁੱਛਦਾ ਸੀ ਮੈਂ, हाउ यू आर टॉकिंग सो सॉफ्टली, आप इतने प्यार से सॉफ्टली बात कैसे कर रहे हैं, आपने ऊंचा नहीं बोला, आपने क्रोध से नहीं बोला, आपने आके मेरे को एक्यूज नहीं किया। ਉਹਨੇ ਆਨਸਰ ਹੀ ਨਹੀਂ ਸੀ ਕਰਦਾ ਤੇ ਮੈਂ ਜਾਣ ਕੇ ਉਹਨੂੰ ਕੁਰੇਦ ਕੇ ਪੁੱਛਦਾ ਸੀ, ਇਹ ਗੁਣ ਤੁਸੀਂ ਆਪਣੇ ਮੰਮੀ ਪਾਪਾ ਕੋਲੋਂ ਲਿਆ ਹੈ। ਮੈਂ ਉਸੇ ਨੂੰ ਕੀਮਤ ਨਹੀਂ ਦੇਣ ਦੀ ਕੋਸ਼ਿਸ਼ ਕਰਦਾ ਸੀ, ਉਹਦੇ ਮੰਮੀ ਪਾਪਾ ਦੇ ਵੀ ਮੈਂ ਗੁਣ ਗਾਣੇ ਸ਼ੁਰੂ ਕਰ ਦਿੰਦਾ ਸੀ। ਮੈਂ ਕਹਿੰਦਾ ਸੀ, ਤੁਸੀਂ ਇਹ ਵਾਲਾ ਯੂ ਗੋਟ ਦਿਸ ਕੁਆਲਿਟੀ ਫਰੋਮ, ਇਜ਼ ਇਟ ਇੰਬਾਈਬਡ ਬਾਈ ਯੂਰ ਪੇਰੈਂਟਸ, ਬਾਈ ਦੇਅਰ ਗੁੱਡ ਹੈਬਿਟਸ। ਤਾਂ ਮੈਨੂੰ 80% ਦਾ ਜਵਾਬ ਮਿਲਦਾ ਸੀ, ਬਾਈ ਮਾਈ ਮਦਰ। ਹਾਲਾਂਕਿ ਕਈ ਪਿਤਾ ਵੀ ਬੜੇ ਅੱਛੇ ਨੇ, ਪਰ 80% ਪੀਪਲ ਯੂਜ਼ ਟੂ ਟੈਲ ਮੀ I got this quality from my mother. She had lot of patience. My father used to yell. My father used to abuse. My father used to drink and speaking angrily, raised his voice. But my mother, शायद ਉਹਨੂੰ ਪਹਿਲੀ ਲਾਮ ਚੰਗੀ ਤਰ੍ਹਾਂ ਪਤਾ ਸੀ, adjust, don't protest, ਬਰਦਾਸ਼ਤ ਕਰਨ ਦੀ ਤਾਕਤ। ਅੱਜ ਦੀ ਪਤਨੀ 'ਚ ਬਰਦਾਸ਼ਤ ਕਰਨ ਦੀ ਤਾਕਤ ਨਹੀਂ ਹੈ ਨਾ, ਉਹ ਸੈੱਲ ਫੋਨ 'ਤੇ ਫਟਾਫਟ ਆਪਣੇ ਪੇਕੇ, ਆਪਣੇ ਭੈਣ ਭਰਾਵਾਂ ਨੂੰ, ਆਪਣੇ ਪਤੀ, ਆਪਣੀ ਸੱਸ ਦੇ ਅਗੇਂਸਟ ਮੈਸੇਜਿਸ ਪਾ ਦਿੰਦੀ ਹੈ। ਹੁਣ ਇਹ ਜਿਹੜੀਆਂ ਨੌਜਵਾਨ ਕੁੜੀਆਂ ਦਾ ਵਿਆਹ ਨਹੀਂ ਹੋਇਆ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਉਹ ਆਪਣੇ ਕੱਪੜਿਆਂ ਬਾਰੇ, ਆਪਣੇ ਬੈਡਰੂਮ ਦੇ ਅੰਦਰ, ਆਪਣੇ ਬਾਥਰੂਮ ਦੇ ਅੰਦਰ ਪਾਉਣ ਵਾਲੇ ਕੱਪੜਿਆਂ ਬਾਰੇ ਉਹ ਫੇਸਬੁੱਕ 'ਤੇ ਇੱਕ ਦੂਜੇ ਨੂੰ ਪਾ ਰਹੀ ਹੈ, ਮੈਂ ਕੱਲ੍ਹ ਇਹ ਵਾਲੇ ਕੱਪੜੇ ਪਾਏ। ਉਹਨਾਂ ਨੂੰ ਪਤਾ ਨਹੀਂ ਹੈ ਕਿ ਮੈਂ ਕਿਤਨੀ ਭਾਰੀ ਗਲਤੀ ਕਰ ਰਹੀ ਹਾਂ। ਜਿਤਨਾ ਮੈਂ ਆਪਣੇ ਜੋਬਨ ਨੂੰ ਪ੍ਰੋਟੈਕਟ ਕਰਕੇ ਰੱਖਦੀ ਹਾਂ, ਅਸ਼ਲੀਲਤਾ ਤੋਂ ਬਚਾ ਕੇ ਰੱਖਦੀ ਹਾਂ, ਇਹ ਮੇਰੀ ਰੀਅਲ ਸ਼ਕਤੀ ਹੈ, ਪਰ ਉਹ ਇਸ ਨੂੰ ਦਿਖਾਵਾ ਕਰਦੀ ਹੈ। तो स्त्री अपनी शक्ति नू जे एनहांस करना चाहती है, मल्टीप्लाई करना चाहती है, तो अपने आप नू कज नूट के रखेगी, वो अश्लीलता तो बच के रहेगी, भावें जिन्नी मर्जी गर्मी पै जाए। वो ये नहीं कहेगी कि मर्द निक्कर पाते ने तो मैं निक्कर क्यों ना पावां। ਉਹ ਇਸ ਕਿਸਮ ਦੀ ਸੋਚਣੀ ਵਿੱਚ ਨਹੀਂ ਆਏਗੀ। ਉਹਨੇ ਆਪਣਾ ਰਾਈਵਲ ਨਹੀਂ ਖੜਾ ਕੀਤਾ ਹੋਇਆ कि मर्द मेरा राइवल है, अगर आदमी ऐसे कर सकते हैं, मुंडे इंज कर सकते हैं, पति ऐसे कर सकते हैं, तो मैं क्यों नहीं कर सकती। नहीं, वो है ਇਹ ਚੀਜ਼ ਉਹਨੂੰ, ਉਹਦੀ ਸੋਚਣੀ ਨੂੰ ਪੋਲਿਊਟ ਕਰੇਗੀ, ਉਹਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਏਗੀ, ਉਹਦੇ ਘਰ ਅੰਦਰ ਉਹਦੇ ਵੱਲੋਂ ਇਹ ਵਿਕਾਰਾਂ ਦੀ ਸ਼ਕਤੀ ਵਰਤਣ ਦੇ ਕਾਰਨ ਵਰਲਡ ਵਾਰ ਹੋ ਜਾਂਦੀ ਹੈ। ਜਿਸ ਇਸਤਰੀ ਦੇ ਦਿਮਾਗ ਅੰਦਰ ਕੀੜਾ ਵੜ ਜਾਏ ਨਾ ਤਲਾਕ ਲੈਣ ਦਾ, ਤਾਂ ਬਸ ਫਿਰ ਉਸ ਨੂੰ ਵਕੀਲ ਵੀ ਮਿਲ ਜਾਂਦੇ ਨੇ, ਫਿਰ ਉਹਨੂੰ ਕਾਨੂੰਨ ਵੀ ਮਿਲ ਜਾਂਦੇ ਨੇ, ਫਿਰ ਉਹ ਤਲਾਕ ਲੈ ਕੇ ਭਾਵੇਂ ਸੁਖੀ ਹੋਏ ਨਾ ਹੋਏ, ਤਲਾਕ ਦੀ ਸ਼ਕਤੀ ਵਰਤ ਲੈਂਦੀ ਹੈ। ਜੇਕਰ ਨਨਾਣ ਨਾਲ ਨਹੀਂ ਬਣਦੀ ਤਾਂ ਨਨਾਣ ਨੂੰ ਟੋਲਰੈਂਸ ਦੀ ਸ਼ਕਤੀ ਵਰਤ ਕੇ, ਬਰਦਾਸ਼ਤ ਕਰਨ ਦੀ ਸ਼ਕਤੀ ਵਰਤ ਕੇ, ਨਾਕੋ ਬੈਰੀ ਨਹੀਂ ਵਿਗਾੜਨ ਦੀ ਸ਼ਕਤੀ ਵਰਤ ਕੇ, ਕਾਲ ਕਰਕੇ ਜਾਂ ਖੁਦ ਉਹਦੇ ਬੂਹੇ 'ਤੇ ਜਾ ਕੇ ਉਹਨੂੰ ਬੁਲਾ ਕੇ ਲੈ ਆਵੇ, ਇਹ ਇਸਤਰੀ ਦੀ ਸ਼ਕਤੀ ਹੈ। ਸੱਸ ਨੂੰ ਨਹੀਂ ਬੁਲਾਉਂਦੀ, ਸੱਸ ਦੇ ਕੋਲ ਬੈਠ ਜਾਇਆ ਕਰੇ, ਇਹ ਉਸ ਦੀ ਸ਼ਕਤੀ ਹੈ। ਆਪਣੇ ਸਾਰੇ ਸਮੇਂ ਤੋਂ ਪਹਿਲਾਂ ਉੱਠ ਕੇ ਪਤੀ ਨਾਲ ਆਡਾ ਨਾ ਲਾਏ ਕਿ ਜੇ ਇਹ 6 ਵਜੇ ਉੱਠਦੇ ਨੇ ਤਾਂ ਮੈਂ 5 ਵਜੇ ਕਿਉਂ ਉੱਠਾਂ। ਉੱਠੇ, ਪਾਠ ਕਰੇ, ਉਹਦੇ ਇਸ ਪਾਠ ਦੀ ਸ਼ਕਤੀ,
ਉਹਦੇ ਬੱਚਿਆਂ ਵਿੱਚ ਆਏਗੀ। ਬੱਚੇ ਵੱਡੇ ਹੋ ਕੇ ਕਹਿਣਗੇ ਮੈਂ ਆਪਣੀ ਮਾਂ ਕੋਲੋਂ ਪਾਠ ਸਿੱਖਿਆ ਸੀ, ਮੇਰੀ ਮਾਂ ਸਵੇਰੇ ਪਾਠ ਕਰਦੀ ਸੀ, ਮੇਰੀ ਮਾਂ ਗੁਰਦੁਆਰੇ ਜਾਂਦੀ ਸੀ, ਮੇਰੀ ਮਾਂ ਸੱਸ ਦਾ ਪਾਣੀ ਗਰਮ ਕਰ ਦਿੰਦੀ ਸੀ, ਮੇਰੀ ਮਾਂ ਆਪ ਚਾਹ ਨਹੀਂ ਸੀ ਪੀਂਦੀ, ਮੇਰੀ ਦਾਦੀ ਨੂੰ ਪਹਿਲਾਂ ਦਿੰਦੀ ਸੀ। ਇਸ ਤਰ੍ਹਾਂ ਉਹਦੇ ਗੁਣ ਬਣਦੇ ਜਾਂਦੇ ਨੇ। ਅਸੀਂ ਕਿਤਨੇ ਪੱਖੋਂ ਇਹਨਾਂ ਗੱਲਾਂ ਨੂੰ ਡਿਸਕਸ ਕਰ ਸਕਦੇ ਹਾਂ, ਪਰ ਫੇਸਬੁੱਕ ਔਰ ਸੈੱਲ ਫੋਨ ਰਾਹੀਂ, ਮੀਡੀਆ ਰਾਹੀਂ, ਮੀਡੀਆ 'ਚ ਆਪਣੀ ਅਸ਼ਲੀਲਤਾ ਦੇ ਰਾਹੀਂ ਆਪਣੇ ਆਪ ਨੂੰ ਪਾਪੂਲਰ ਕਰਾਉਣਾ ਵਿਮਨ ਦੀ ਸ਼ਕਤੀ ਨਹੀਂ ਹੈ, ਇਹ ਵਿਮਨ ਹੁੱਡ ਦਾ ਡਿਸਟਰਕਸ਼ਨ ਹੈ। ਸੋ ਉਹਦੇ ਕੋਲ ਧੀ, ਭੈਣ, ਵੋਟੀ, ਮਾਂ, ਨਾਨੀ, ਦਾਦੀ ਬਣਨ ਦੇ ਜਿਹੜੇ ਗੁਣ ਨੇ, ਉਹਨਾਂ ਦੇ ਨਾਲ ਅਸੀਂ ਇਸ ਧਰਤੀ ਨੂੰ ਸਵਰਗ ਬਣਾ ਸਕਦੇ ਹਾਂ। ਅਤੇ ਇਸ ਧਰਤੀ ਨੂੰ ਸਵਰਗ ਬਣਾਉਣ ਵਾਸਤੇ ਜਿਸ ਨੂੰ ਇਹਨਾਂ ਗੁਣਾਂ ਦੀ ਕਦਰ ਆ ਜਾਂਦੀ ਹੈ, ਉਹ ਇਹਨਾਂ ਗੁਣਾਂ ਦੇ ਨਾਲ ਜੀਣਾ ਸ਼ੁਰੂ ਕਰ ਦਿੰਦੀ ਹੈ। ਉਹ ਆਪਣੇ ਘਰ ਨੂੰ, ਆਪਣੇ ਸਮਾਜ ਨੂੰ, ਇਸ ਸਾਰੀ ਧਰਤੀ ਨੂੰ ਸਵਰਗ ਬਣਾ ਸਕਦੀ ਹੈ। ਉਸ ਨੂੰ ਸ਼ਕਤੀ ਰੈਕਗਨਾਈਜ਼ ਕਰਨੀ ਹੈ ਕਿ ਦਰਅਸਲ ਸ਼ਕਤੀ ਕੀ ਹੈ। ਦਰਅਸਲ ਸ਼ਕਤੀ ਹੈ ਰੱਬੀ ਗੁਣ, ਗॉड लाइक क्वालिटीज़, स्पिरिचुअलिटी। सो जितनी वो स्पिरिचुअलिटी चाहेगी उतनी मीठा बोलेगी, जितनी वो स्पिरिचुअलिटी चाहेगी उतनी नम्रता नाल बोलेगी, जितनी स्पिरिचुअलिटी चाहेगी उतना प्रोटेस्ट नहीं करेगी, जितनी स्पिरिचुअलिटी चाहेगी उतनी शिकायत नहीं करेगी, जितनी स्पिरिचुअलिटी चाहेगी पुरानियां पेंटअप फाइल्स नहीं खोलेगी। ਤੁਸੀਂ ਦੇਖਦੇ ਹੋ ਕਿ ਉਹ ਪੁਰਾਣੀਆਂ ਫਾਈਲਾਂ ਖੋਲ੍ਹ ਲੈਂਦੀ ਹੈ, ਗੱਲ ਕੋਈ ਹੋਰ ਹੁੰਦੀ ਹੈ ਅਤੇ ਉਸ ਗੱਲ ਨੂੰ ਉੱਥੇ ਹੀ ਛੱਡ ਕੇ ਪੁਰਾਣੀਆਂ ਫਾਈਲਾਂ ਖੋਲ੍ਹ ਲੈਂਦੀ ਹੈ। ਸੋ ਜਿਹਦੇ ਕੋਲ ਤਾਕਤ ਹੈ ਨਾ, ਉਹ ਪੁਰਾਣੀਆਂ ਫਾਈਲਾਂ ਨੂੰ ਰਾਤ ਗਈ ਬਾਤ ਗਈ ਕਾਠਾ ਮਾਰ ਦਿੰਦੀ ਹੈ। ਆਪ ਵੀ ਪੜ੍ਹਦੀ ਹੈ, ਟੱਬਰ ਨੂੰ ਹੀ ਪੜ੍ਹਾਉਂਦੀ ਹੈ। ਵਿਡੋ ਹੋ ਜਾਏ, ਇਹ ਮੇਰੀ ਭੈਣ ਮਨਰਾਜ ਕੌਰ ਜੀ ਮੇਰੇ ਨਾਲ ਸਾਂਝ ਕਰ ਰਹੇ ਸੀ ਕਿ ਬਈ ਮੈਂ ਕਿਸ ਤਰ੍ਹਾਂ ਕੰਪਿਊਟਰ ਸਿੱਖਿਆ, ਮੈਂ ਕਿਸ ਤਰ੍ਹਾਂ ਕਾਲਜ ਅੰਦਰ ਸਰਵਾਈਵ ਕੀਤਾ ਅਤੇ ਆਪਣੇ ਮੈਂ ਟੱਬਰ ਨੂੰ ਪਾਲ ਸਕਦੀ ਪਈ ਹਾਂ। ਇਸ ਤਰ੍ਹਾਂ ਉਹ ਆਪ ਵੀ ਪਲਦੀ ਹੈ, ਟੱਬਰ ਨੂੰ ਹੀ ਪਾਲਦੀ ਹੈ, ਕਿਸੇ ਅੱਗੇ ਹੱਥ ਨਹੀਂ ਅੱਡਦੀ ਹੈ। ਇਹ ਸਾਰੀਆਂ ਵਿਚਾਰਾਂ ਸਾਂਝ ਕਰਦਿਆਂ ਮੇਰੇ ਕੋਲ ਬੜੇ ਸਾਰੇ ਪੁਆਇੰਟਸ ਮਿਸ ਹੋ ਗਏ ਹੋਣਗੇ, ਕਿਉਂਕਿ ਬੜਾ ਵਾਈਡ ਸਬਜੈਕਟ ਹੈ। ਕਰਤਾ ਪੁਰਖ ਵਾਲੀ ਪਰਸਨੈਲਿਟੀ ਅਸੀਂ ਵਿਮਨ ਦੀ ਗੱਲ ਕਰ ਰਹੇ ਹਾਂ, ਜਿਹਦੇ ਕੋਲ ਰੱਬੀ ਗੁਣ ਨੇ, ਜਿਹਦੇ ਕੋਲ ਸਭ ਤੋਂ ਵੱਡਾ ਰੱਬੀ ਗੁਣ ਧੀ ਭੈਣ ਤੋਂ ਇਲਾਵਾ ਮਾਂ ਬਣਨ ਦਾ ਹੈ। ਔਰ ਜਦੋਂ ਨਾਨੀ ਔਰ ਦਾਦੀ ਬਣ ਜਾਂਦੀ ਹੈ ਤਾਂ ਆਪਣੇ ਗ੍ਰੈਂਡ ਚਿਲਡਰਨ ਦੀ ਬੇਬੀ ਸਿਟਰ ਵੀ ਬਣ ਜਾਂਦੀ ਹੈ ਔਰ ਉਹਨਾਂ ਦੀ ਖੈਰ ਖੁਆਹ ਬਣੀ ਰਹਿੰਦੀ ਹੈ। ਉਸ ਗ੍ਰੇਟ ਪਰਸਨੈਲਿਟੀ ਵਿਮਨ ਦੀ ਅਸੀਂ ਗੱਲ ਕਰ ਰਹੇ ਸੀ। ਸੋ ਹੁਣ ਇਸ ਤੋਂ ਬਾਅਦ ਅਸੀਂ ਇੱਥੇ ਰਲ ਕੇ ਸਵਾਲ ਜਵਾਬ ਸਾਂਝ ਕਰਾਂਗੇ। ਮੇਰਾ ਨਾਮ ਕਵਲਜੀਤ ਕੌਰ। ਕਵਲਜੀਤ ਕੌਰ ਜੀ। ਹਾਂਜੀ ਹਾਂਜੀ। ਸਵਾਲ ਫਿਰ ਮੈਂ ਜਿਵੇਂ ਮੈਂ ਖੁਦ ਗੁਰਮਤ ਦੇ ਲੈਕਚਰਸ ਬੀਬੀਆਂ ਨਾਲ ਸਾਂਝ ਪਾਉਂਦੀ ਰਹਿੰਦੀ ਹਾਂ ਅਤੇ ਬਹੁਤ ਸਾਰੇ ਸਵਾਲ ਆਉਂਦੇ ਨੇ, ਪਰ ਮੈਨੂੰ ਉਹੀ ਲੱਗ ਰਿਹਾ ਹੁਣ ਜਦੋਂ ਮੈਂ ਸਵਾਲ ਪੁੱਛਿਆ ਨਾ, ਵੀਰ ਜੀ ਨੇ ਕਹਿਣਾ ਆਪਣੀ ਸਹੇਲੀ ਦਾ ਨਾਮ ਲੈ ਕੇ ਕਹਿ ਰਹੇ ਨੇ, ਇਹਨਾਂ ਦਾ ਹੀ ਹੋਣਾ। ਸੋ ਇੱਕ ਬੜਾ ਕਾਮਨਲੀ ਸਵਾਲ ਮੇਰੇ ਤੱਕ ਆਉਂਦਾ ਕਿ ਜਿਵੇਂ ਮੇਰੀਆਂ ਭੈਣਾਂ ਦੇ ਅੰਦਰ ਪੇਸ਼ੈਂਸ ਲੈਵਲ ਬਹੁਤ ਹੁੰਦਾ ਹੈ ਨਾ, ਪਰ ਬਹੁਤ ਵਾਰ ਹੁੰਦਾ ਹੈ ਕਿ ਇੰਨਾ ਸਹਿ ਕੇ ਉਹ ਜਦੋਂ ਅੱਗੋਂ ਕੋਈ ਗੱਲ ਹੀ ਨਹੀਂ ਕਰਦੀਆਂ, ਕੁਝ ਕਹਿੰਦੀਆਂ ਹੀ ਨਹੀਂ, ਅਤੇ ਉਹ ਕਈ ਵਾਰ ਇੱਦਾਂ ਦਾ ਕੇਸ ਬਣ ਜਾਂਦਾ ਹੈ ਕਿ ਆਪ ਬਿਮਾਰ ਹੋ ਜਾਂਦੀਆਂ, ਡਿਪਰੈਸ਼ਨ 'ਚ ਚਲੇ ਜਾਂਦੀਆਂ ਨੇ। ਸੋ ਉੱਥੇ ਉਹਨਾਂ ਨੂੰ ਕੀ ਕਰਨ ਦੀ ਲੋੜ ਹੈ? ਦੇਖੋ, ਇੱਕ ਤਾਂ ਤਰੀਕਾ ਹੈ ਕਿ ਆਪਣੀਆਂ ਕੋਈ ਸਹੇਲੀਆਂ ਨੂੰ ਪੁੱਛਦੇ ਨੇ, ਆਪਣੇ ਕੋਈ ਕਿੱਟੀ ਗਰੁੱਪ ਨੂੰ ਪੁੱਛਦੀਆਂ ਨੇ। ਉਹ ਜ਼ਰੂਰੀ ਨਹੀਂ ਹੈ ਕਿ ਸਹੀ ਮੈਸੇਜ ਮਿਲੇਗਾ ਕਿ ਨਹੀਂ ਮਿਲੇਗਾ, ਰਾਈਟ। ਪਰ ਜਦੋਂ ਅਸੀਂ ਖੁਦ ਬਾਣੀ ਪੜ੍ਹ ਕੇ ਆਪਣੇ ਮਾਈਂਡ ਨੂੰ ਐਲੀਵੇਟ ਕਰਾਂਗੇ ਨਾ, ਤਾਂ ਸਾਨੂੰ ਹਿਰਦੇ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ, ਸਾਨੂੰ ਸੋਲੂਸ਼ਨ ਮਿਲਣੇ ਸ਼ੁਰੂ ਹੋ ਜਾਣਗੇ। ਜ਼ਰੂਰੀ ਨਹੀਂ ਹੈ ਕਿ ਮੇਰੀ ਪ੍ਰੋਬਲਮ ਦਾ ਹੱਲ ਗੁਰਬਾਣੀ ਨੇ ਦੱਸਿਆ ਹੋਇਆ ਕਿ ਨਹੀਂ ਦੱਸਿਆ, ਪਰ ਗੁਰਬਾਣੀ ਮੈਨੂੰ ਇਤਨੀ ਵਿਵੇਕ ਬੁੱਧੀ ਦੇ ਦੇਗੀ ਕਿ ਉਸ ਜਿਹੜੇ ਮੇਰੇ ਹਾਲਾਤ ਨੇ, ਉਹ ਮੇਰੇ ਹਾਲਾਤਾਂ ਵਿੱਚ ਉਹਨੂੰ ਕਿਵੇਂ ਡੀਲ ਕਰਨਾ, ਉਹ ਵਿਵੇਕ ਬੁੱਧੀ ਮੈਨੂੰ ਪ੍ਰਾਪਤ ਹੋ ਜਾਏਗੀ।
ਇਸ ਕਰਕੇ ਤੁਸੀਂ ਜਿਹੜੀਆਂ ਤੁਹਾਨੂੰ ਸਵਾਲ ਪੁੱਛਦੀਆਂ ਉਹਨਾਂ ਨੂੰ ਬੇਨਤੀ ਕਰਿਆ ਕਰੋ ਕਿ ਤੁਸੀਂ ਇਸ ਤਰ੍ਹਾਂ ਪੱਕਿਆ ਪਕਾਇਆ ਕੇਕ, ਪੱਕਿਆ ਪਕਾਇਆ ਫਾਸਟ ਫੂਡ ਲੈਣ ਨਾਲ ਤੁਹਾਡੀ ਗੱਲ ਨਹੀਂ ਬਣੇਗੀ। ਇੱਕ ਪ੍ਰੋਬਲਮ ਖਤਮ ਹੋਏਗੀ, ਦੂਜੀ ਪ੍ਰੋਬਲਮ ਸ਼ੁਰੂ ਹੋ ਜਾਏਗੀ, ਫਿਰ ਤੁਸੀਂ ਪੁੱਛਣ ਆਓਗੇ। ਇਸ ਨਾਲੋਂ ਚੰਗਾ ਹੈ ਕਿ ਆਪ ਵਿਚਾਰ ਕਰਨਾ ਸਿੱਖੋ, ਦੂਰ ਅੰਦੇਸ਼ੀ ਕਰਨਾ ਸਿੱਖੋ ਔਰ ਦੁਨੀਆ ਨੂੰ ਫੋਲੋ ਨਾ ਕਰੋ। ਸਭ ਦੀ ਲਾਈਫ ਸੇਮ ਨਹੀਂ ਹੈ ਨਾ, ਇਸ ਕਰਕੇ ਹੋਰ ਬੀਬੀਆਂ ਨੂੰ ਫੋਲੋ ਨਾ ਕਰੋ। ਤੇ ਕਾਮਨਲੀ ਇੱਕ ਸਵਾਲ ਸਾਰੀਆਂ ਭੈਣਾਂ ਦੇ ਮਨ ਵਿੱਚ ਆਉਂਦਾ ਹੈ ਕਿ ਮੈਂ ਹੀ ਕਿਉਂ ਬਰਦਾਸ਼ਤ ਕਰਾਂ, ਮੈਂ ਹੀ ਹਰ ਵੇਲੇ ਆਪਣੇ ਆਪ ਨੂੰ ਨੀਵਾਂ ਕਿਉਂ ਪਾਵਾਂ। ਉੱਥੇ ਕੀ ਆਨਸਰ ਕਰਨ ਦੀ ਲੋੜ ਹੈ? ਜਿਸ ਨੂੰ ਸਪਿਰਿਚੁਅਲਿਟੀ ਦਾ ਸ਼ੌਂਕ ਹੈ ਨਾ, ਉਹਦੇ ਮਨ ਅੰਦਰ ਇਹ ਇੱਛਾ ਹੈ ਕਿ ਮੈਨੂੰ ਖੁਸ਼ੀ, ਖੇੜਾ, ਆਨੰਦ, ਵਿਗਾਸ ਆਵੇ। ਸੋ ਇਹ ਚੁਆਇਸ ਹੈ ਕਿ ਮੈਂ ਹੀ ਕਿਉਂ ਕਰਾਂ, ਤਾਂ ਠੀਕ ਹੈ। ਅਪਸੈਟ ਵਾਲੀ ਜੀਵਨੀ ਤੁਸੀਂ ਐਕਸੈਪਟ ਕਰਨ ਨੂੰ ਤਿਆਰ ਹੋ ਤਾਂ ਲੜਾਈ ਸ਼ੁਰੂ ਹੋਏਗੀ, ਤਾਂ ਸਾਰਾ ਕੁਝ ਅਪਸੈਟ ਹੋਏਗਾ। ਲੇਕਿਨ ਮੌਕੇ 'ਤੇ ਮੈਨੂੰ ਜੇ ਬਰਦਾਸ਼ਤ ਕਰਨਾ ਆਉਂਦਾ ਹੈ, ਮੈਨੂੰ ਜੇ ਸਬਰ ਕਰਨਾ, ਟੋਲਰੇਟ ਕਰਨਾ ਆਉਂਦਾ ਹੈ, ਤਾਂ ਇਹ ਰੱਬ ਜੀ ਨੇ ਮੈਨੂੰ ਸ਼ਕਤੀ ਦਿੱਤੀ ਹੋਈ, ਤਾਂ ਮੈਂ ਹੀ ਵਰਤਾਂਗੀ ਨਾ। ਮੈਨੂੰ ਭੁਲੇਖਾ ਲੱਗ ਰਿਹਾ ਕਿ ਮੈਂ ਘਰ ਦੀ ਮਾਂ ਹਾਂ, ਪਤਨੀ ਹਾਂ, ਤਾਂ ਮੈਨੂੰ ਹੀ ਦਬਾਇਆ ਜਾ ਰਿਹਾ। ਲੇਕਿਨ ਤੈਨੂੰ ਪਤਾ ਨਹੀਂ ਹੈ ਕਿ ਤੂੰ ਘਰ ਦੀ ਬਹੁਤ ਵੱਡੀ ਥੰਮੀ ਹੈ। ਇਹ ਕੱਲ੍ਹ ਹੀ ਮੇਰੇ ਨਾਲ ਇੱਕ ਸੱਜਣ ਡਿਸਕਸ ਕਰ ਰਹੇ ਸੀ ਕਿ ਮੇਰੇ ਘਰ ਰਿਸ਼ਤੇਦਾਰਾਂ ਦਾ, ਫਰੈਂਡਸ ਦਾ ਆਉਣਾ ਰੁਕ ਗਿਆ ਕਿਉਂਕਿ ਮੇਰੀ ਵਾਈਫ ਦੀ ਡੈਥ ਹੋ ਗਈ। ਘਰ ਦੇ ਬੂਹੇ ਬੰਦ ਹੋ ਜਾਂਦੇ ਨੇ, ਰਿਸ਼ਤੇਦਾਰੀ ਵਿੱਚ ਆਉਣਾ ਜਾਣਾ ਬੰਦ ਹੋ ਜਾਂਦਾ ਹੈ, ਉਹਨਾਂ ਦੇ ਘਰ ਵਿੱਚ ਕਿਸੇ ਇਸਤਰੀ ਦਾ ਜਾਣਾ ਬੰਦ ਹੋ ਜਾਂਦਾ ਹੈ। ਉਹ ਕਿਸੇ ਵੀ ਜਗ੍ਹਾ ਕਿਸੇ ਇਸਤਰੀ ਨਾਲ ਗੱਲ ਕਰਦੇ ਹੋਣ ਮੁਸ਼ਕਿਲ ਹੋ ਜਾਂਦਾ ਜੀਣਾ। ਤੈਨੂੰ ਬੜੀ ਵੱਡੀ ਡਿਊਟੀ ਸੌਂਪੀ ਹੋਈ ਹੈ। ਤੇਰੀ ਇਨਰ ਕੁਆਲਿਟੀਜ਼ ਦੇ ਕਾਰਨ ਉਹ ਡਿਊਟੀ ਤੂੰ ਖੁਦ ਐਕਸੈਪਟ ਕੀਤੀ ਹੈ, ਕਿਉਂਕਿ ਤੂੰ ਆਨੰਦ, ਖੇੜਾ, ਵਿਗਾਸ ਚਾਹੁੰਦੀ ਹੈ। ਜਿਹੜੀ ਨਹੀਂ ਚਾਹੁੰਦੀ ਹੈ ਉਹ ਐਡਜਸਟ ਦੇ ਬਦਲੇ ਪ੍ਰੋਟੈਸਟ ਕਰ ਸਕਦੀ ਹੈ। ਅਸੀਂ ਨਹੀਂ ਕਹਿ ਸਕਦੇ ਕਿ ਤੂੰ ਹੀ ਬਰਦਾਸ਼ਤ ਕਰ, ਇਹ ਅਸੀਂ ਨਹੀਂ ਕਹਿ ਸਕਦੇ। ਲੇਕਿਨ ਵਿਵੇਕ ਬੁੱਧੀ ਨਾਲ ਆਪਣੀ ਸ਼ਕਤੀ ਨੂੰ ਵਰਤਣਾ ਤੇ ਆ ਸਕਦਾ ਹੈ। ਤਾਂ ਫਿਰ ਜੇ ਬਰਦਾਸ਼ਤ ਕਰਨ ਦੀ ਸ਼ਕਤੀ ਹੈ ਤਾਂ ਇਹ ਤਾਂ ਤਾਕਤ ਹੈ, ਇਹ ਫੁਲਿਸ਼ਨੈਸ ਥੋੜੀ ਨਾ। ਪੇਸ਼ੈਂਸ ਤੇ ਸੈਲਫ ਰਿਸਪੈਕਟ ਦੋਨਾਂ 'ਚ ਕਿੰਨਾ ਡਿਫਰੈਂਸ ਹੈ? ਪੇਸ਼ੈਂਸ ਮੇਰਾ ਗੁਣ ਹੈ, ਤਾਂ ਜੇ ਸੈਲਫ ਰਿਸਪੈਕਟ ਦੀ ਮੈਂ ਡੈਫੀਨੇਸ਼ਨ ਬਣਾ ਲਾਂ ਕਿ ਮੇਰੀ ਅਣਖ ਹੈ, ਇਸ ਕਰਕੇ ਮੈਂ ਬਰਦਾਸ਼ਤ ਨਹੀਂ ਕਰਨਾ, ਤਾਂ ਇਹ ਉਹਦਾ ਮਿਸਯੂਜ਼ ਹੋ ਜਾਏਗਾ। ਮੇਰੀ ਸੈਲਫ ਰਿਸਪੈਕਟ ਇਹਦੇ 'ਚ ਹੈ ਕਿ ਮੇਰੀ ਮਾਂ ਨੇ ਮੈਨੂੰ ਐਸਾ ਦੁੱਧ ਪਿਲਾਇਆ, ਮੇਰੀ ਐਸੀ ਗਰੂਮਿੰਗ ਕੀਤੀ ਕਿ ਮੈਂ ਖੰਨੀ ਖੰਨੀ ਰੋਟੀ 'ਤੇ ਗੁਜ਼ਾਰਾ ਕੀਤਾ ਕਰ ਸਕਦੀ ਹਾਂ। ਬੱਚਿਆਂ ਦੇ ਟੋਟੇ ਕਰਾ ਕੇ ਗੱਲ ਹਾਰ ਪਾਏ ਮੈਂ, ਤਾਂ ਵੀ ਸੱਚ ਔਰ ਸਿੱਦਕ ਨਾਲ ਔਰ ਦ੍ਰਿੜਤਾ ਨਾਲ ਆਪਣੀ ਜੀਵਨੀ ਨੂੰ ਦੀਨ ਈਮਾਨ 'ਤੇ ਰੱਖ ਸਕਦੀ ਹਾਂ। ਪਹਿਲਾਂ ਹੀ ਅਸੀਂ ਅੱਜ ਦੇ ਪ੍ਰੋਗਰਾਮ ਵਿੱਚ ਸਾਂਝ ਕੀਤੀ ਸੀ ਕਿ ਪਤੀ ਨੇ ਜਦੋਂ ਕਾਕਾ ਸੀ ਉਹਨੇ ਸਿੱਖਿਆ ਨਹੀਂ, ਉਹਨੂੰ ਸਿਖਾਇਆ ਨਹੀਂ ਗਿਆ, ਇਸ ਕਰਕੇ ਉਹ ਵਾਂਝਾ ਰਹਿ ਗਿਆ ਇਸ ਟੋਲਰੈਂਸ ਤੋਂ, ਪੇਸ਼ੈਂਸ ਤੋਂ, ਸਬਰ ਤੋਂ, ਸੇਵਾ ਤੋਂ, ਦੂਸਰਿਆਂ ਵਾਸਤੇ ਆਪਣਾ ਕੰਮ ਕਰਨ ਤੋਂ। ਤੁਸੀਂ ਕਦੀ ਨੋਟਿਸ ਕੀਤਾ ਵੈਸਟਰਨ ਵਰਲਡ ਦੇ ਅੰਦਰ ਤੇ ਹੈ, ਪਰ ਅੱਜ ਕੱਲ੍ਹ ਇੰਡੀਆ ਫਿਲਮਾਂ 'ਚ ਵੀ ਦਿਖਾਉਣ ਲੱਗ ਪਏ ਨੇ ਕਿ ਜਦੋਂ ਗਰਲਫ੍ਰੈਂਡ ਦੇ ਨਾਲ ਡੇਟਿੰਗ ਹੁੰਦੀ ਹੈ ਤਾਂ ਪਤਾ ਕੀ ਕਰਦੇ ਨੇ, ਉਹਦਾ ਦਿਲ ਜਿੱਤਣ ਵਾਸਤੇ ਆਪਣੀ ਡਰਾਈਵਰ ਸੀਟ 'ਤੇ ਬੈਠਣ ਤੋਂ ਪਹਿਲਾਂ ਉਸ ਪਾਸੇ ਜਾ ਕੇ ਕਾਰ ਖੋਲ੍ਹਦੇ ਨੇ, ਉਹਨੂੰ ਬਿਠਾਉਂਦੇ ਨੇ, ਫਿਰ ਬੜਾ ਆਰਾਮ ਨਾਲ ਬੂਹਾ ਬੰਦ ਕਰਦੇ ਨੇ ਨਾ, ਗਰਲਫ੍ਰੈਂਡ ਹੈ। ਪਰ ਜੇ ਇਹ ਸਿੱਖ ਜਾਏ ਤਾਂ ਆਪਣੀ ਪਤਨੀ ਦਾ ਵਾਸਤੇ ਵੀ ਬੂਹਾ ਖੋਲ੍ਹ ਸਕਦਾ ਹੈ ਨਾ। ਉਹਨੇ ਸਿੱਖਿਆ ਹੀ ਨਹੀਂ, ਉਹਨੇ ਕਦੇ ਸਿੱਖਿਆ ਹੀ ਨਹੀਂ ਕਿ ਤੁਹਾਡੀ ਤਬੀਅਤ ਖਰਾਬ ਹੈ, ਤੁਸੀਂ ਵੀ ਮੰਥਲੀ ਦੇ ਹਿਸਾਬ ਦੇ ਨਾਲ ਸ਼ਾਇਦ ਕਮਜ਼ੋਰ ਹੀ ਹੋਵੇਗੀ ਜਾਂ ਅਪਸੈਟ ਹੋਵੋਗੇ, ਮੂਡ ਸਵਿੰਗ ਹੁੰਦੇ ਨੇ,
ਤਾਂ ਚਲੋ ਅੱਜ ਮੈਂ ਉੱਠ ਕੇ ਤੁਹਾਡੇ ਵਾਸਤੇ ਚਾਹ ਬਣਾ ਦਿੰਦਾ। ਉਹਨੇ ਸਿੱਖਿਆ ਹੀ ਨਹੀਂ ਹੈ। ਉਹਨੂੰ ਬਚਪਨ ਤੋਂ ਹਰ ਗੱਲ ਤੇ ਮਾਂ ਨੇ ਇਤਨਾ ਪੈਂਪਰਡ ਕਰ ਦਿੱਤਾ, ਇਤਨਾ ਨਰਚਰ ਕਰ ਦਿੱਤਾ ਕਿ ਉਹ ਅਪੰਗ ਹੀ ਹੋ ਗਿਆ, ਸਿੱਖਿਆ ਹੀ ਨਹੀਂ। ਉਹਦੇ ਕੋਲੋਂ ਐਕਸਪੈਕਟ ਕਰ ਰਿਹਾ ਕਿ ਮੈਂ ਬਰਦਾਸ਼ਤ ਕਰਾਂ। ਇਹ ਵਾਲਾ ਸੈਂਟੈਂਸ ਸੈਲਫ ਰਿਸਪੈਕਟ ਨਹੀਂ ਕਹਿਲਾਉਂਦਾ, ਬਲਕਿ ਸੈਲਫ ਰਿਸਪੈਕਟ ਇਹ ਕਹਿਲਾਉਂਦੀ ਹੈ ਕਿ ਮੈਂ ਪੇਸ਼ੈਂਸ, ਟੋਲਰੈਂਸ ਅਨਲਿਮਿਟਿਡ, ਬੇਅੰਤ ਵਰਤ ਸਕਦੀ ਹਾਂ, ਕਿਉਂਕਿ ਇਹ ਮੇਰੇ ਕੋਲ ਗਿਆਨ ਖੜਕ ਹੈ। ਇਹਨੂੰ ਗਿਆਨ ਖੜਕ ਕਹਿੰਦੇ ਨੇ। ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕਿਓ ਸਭ ਬਿਗਾਰੇ। ਮੇਰੇ ਠਾਕੁਰ ਕਹਿ ਦੀਵਾਨ ਖਬਰ ਹੋਈ, ਗੁਰ ਗਿਆਨ ਖੜਗ ਸਭ ਮਾਰੇ। ਮੇਰੇ ਅੰਦਰ ਜਿਹੜਾ ਵੀ ਨੈਗੇਟਿਵ ਈਵਲ ਆਉਂਦਾ ਹੈ ਨਾ, ਮੈਂ ਗਿਆਨ ਖੜਗ ਦੇ ਨਾਲ ਉਹਦੀ ਗਰਦਨ ਕੱਟ ਦਿੰਦੀ ਹਾਂ। ਕਿਹਨੇ ਦਿੱਤਾ ਗਿਆਨ ਖੜਗ? ਮੇਰੇ ਅੰਦਰ ਦੇ ਰੱਬ ਨੇ। ਅੰਦਰ ਦੀ ਆਵਾਜ਼ ਆਈ, ਇਹ ਗੱਲ ਤੇ ਤਲਾਕ ਦੀ ਥ੍ਰੈਟਨਿੰਗ ਨਾ ਕਰਿਆ ਕਰ, ਇਹਦੇ ਨਾਲ ਗੱਲ ਵਿਗੜ ਜਾਏਗੀ। ਇੱਥੇ ਤੱਕ ਨਹੀਂ ਵਿਗੜ ਜਾਏਗੀ, ਤੇਰੇ ਧੀਆਂ ਪੁੱਤਰਾਂ 'ਚ ਵੀ ਆ ਜਾਏਗੀ ਇਹ ਵਾਲੀ ਆਦਤ। ਇੱਥੇ ਤੱਕ ਨਹੀਂ ਵਿਗੜ ਜਾਏਗੀ, ਸਮਾਜ ਅੰਦਰ ਇਹ ਆਦਤ ਚਲੀ ਜਾਏਗੀ ਨਿੱਕੀ ਨਿੱਕੀ ਗੱਲ 'ਤੇ ਤਲਾਕ ਲੈਣ ਦੀ। ਤੂੰ ਇਸ ਗੱਲ ਦਾ ਗੱਲਾ ਕੱਟ ਦੇ। ਤੂੰ ਸ਼ਕਤੀ ਪ੍ਰਦਰਸ਼ਨ ਨਾ ਕਰ। ਸ਼ਕਤੀ ਪ੍ਰਦਰਸ਼ਨ ਸੈਲਫ ਰਿਸਪੈਕਟ ਨਹੀਂ ਹੈ। ਦੇਖੋ, ਇੱਕ ਬੀਬੀ MA ਪੜ੍ਹੀ ਹੋਈ ਸੀ, ਉਹਦਾ ਪਤੀ BA ਪੜ੍ਹਿਆ ਹੋਇਆ ਸੀ। ਹੁਣ ਉਹਦੀ ਸੈल्फ रिस्पेक्ट MA बन गई। मैं MA पढ़ी हुई हूँ, मैंने MA डिग्री ली है, और ये बात पे मेरे को अनपढ़ बोलते हैं। आप तो BA पढ़ा हुआ है, देखो ना मम्मी, देखो जीजा जी, देखो बहन जी, देखो मेरे भैया, देखो ना मेरे से ऐसे सहेलियाँ नाल भी गल कर दी। आप BA पढ़ा हुआ है, मैं MA पढ़ी हुई हूँ। लेकिन सैल्फ रिस्पैक्ट MA की डिग्री नहीं है। सैल्फ रिस्पैक्ट है ਇਹ ਤਾਂ ਦੁਨਿਆਵੀ ਪੜ੍ਹਾਈ ਹੈ। ਤੁਸੀਂ ਜਿੰਨੀ ਮਰਜ਼ੀ ਵਧੀਕੀਆਂ ਕਰੋ, ਮੈਨੂੰ ਬਰਦਾਸ਼ਤ ਕਰਨ ਦਾ ਮਾਤਾ ਹੈ। ਪਰ ਕਈ ਵਾਰ ਅੱਗੋਂ ਸਵਾਲ ਆਉਂਦਾ ਹੈ ਕਿ ਮੈਂ ਜਿੰਨਾ ਬਰਦਾਸ਼ਤ ਕਰੀ ਜਾ ਰਹੀ ਹਾਂ, ਮੈਨੂੰ ਸਿਖਾਇਆ ਗਿਆ ਮੈਂ ਬਰਦਾਸ਼ਤ ਕਰਨਾ, ਪਰ ਦੂਜਾ ਇਹਨੂੰ ਮੇਰੀ ਕਮਜ਼ੋਰੀ ਸਮਝ ਲੈਂਦਾ। ਹਾਂਜੀ, ਦੂਜੇ ਨੂੰ ਤਾਂ ਸਿਖਾਇਆ ਹੀ ਨਹੀਂ ਗਿਆ। ਦੂਜੇ ਦੇ ਭਾਂਡੇ 'ਚ ਮਾਲ ਹੀ ਨਹੀਂ ਹੈ। ਜਿਹਦੇ ਕੋਲ ਹੈ ਉਹੀ ਉਹ ਖਾਵੇਂ ਖਰਚਾ ਰਲ ਮਿਲ ਪਾਈ ਕਰੇਗਾ ਨਾ। ਪਰ ਅੱਜ ਸਬਜੈਕਟ ਕੀ ਚੱਲ ਰਿਹਾ? ਵਿਮਨ ਐਮਪਾਵਰਮੈਂਟ ਦੀ ਗੱਲ ਚੱਲ ਰਹੀ ਹੈ। ਅਸੀਂ ਤੇ ਵਿਮਨ ਐਮਪਾਵਰਮੈਂਟ ਦੀ ਗੱਲ ਕਰ ਰਹੇ ਹਾਂ। ਅਸੀਂ ਮਰਦ ਨੂੰ ਸਿਖਾਉਣ ਬਾਰੇ ਤਾਂ ਗੱਲ ਹੀ ਨਹੀਂ ਕਰ ਰਹੇ। ਤਾਂ ਮਰਦ ਨੂੰ ਸਿਖਾ ਹੀ ਨਹੀਂ ਰਹੇ ਕਿ ਤੂੰ ਇਹਦੇ ਨਾਲ ਇੰਝ ਨਾ ਕਰਿਆ ਕਰ। ਜਿਹੜੀ ਵਿਮਨ ਨੂੰ ਇਹ ਭੁਲੇਖਾ ਪੈ ਜਾਂਦਾ ਹੈ ਕਿ ਜੇ ਮੈਂ ਨਿਮਰਤਾ ਮਿਠਾਸ ਨਾਲ ਬੋਲਦੀ ਰਹਿੰਦੀ ਹਾਂ, ਉਹ ਟੇਕ ਇਟ ਗ੍ਰਾਂਟਿਡ ਲੈਣ ਦਾ ਉਹ ਸਿਰ 'ਤੇ ਹੀ ਚੜ੍ਹ ਜਾਂਦਾ ਹੈ। ਉਹ ਫਿਰ ਇਹਦਾ ਨਾਂ ਸੈਲਫ ਰਿਸਪੈਕਟ ਰੱਖ ਲੈਂਦੀ ਹੈ, ਔਰ ਉਹ ਫਿਰ ਤੂੰ ਤੜਿਕ 'ਤੇ ਆ ਜਾਂਦੀ ਹੈ। ਉਹ ਬਹਿਸ ਕਰਨ ਲੱਗ ਪੈਂਦੀ ਹੈ, ਉਹਦੇ ਬੋਲ ਉੱਚੇ ਹੋ ਜਾਂਦੇ ਨੇ। ਉਹ ਮੁੰਡੇ ਨੂੰ ਔਰ ਮੁੰਡੇ ਦੀ ਮਾਂ ਨੂੰ ਐਕਿਊਜ਼ ਕਰਨਾ ਸ਼ੁਰੂ ਕਰ ਦਿੰਦੀ ਹੈ। ਤੁਹਾਡੀ ਮਾਂ ਨੇ ਨਹੀਂ ਨਾ ਦਰਅਸਲ ਤੁਹਾਨੂੰ ਸਿਖਾਇਆ, ਤੁਹਾਡੀ ਮਾਂ ਨੇ ਹੀ ਐਸਾ ਵਿਗਾੜਿਆ ਹੋਇਆ, ਮੇਰੇ ਪੱਲੇ ਪਾ ਦਿੱਤਾ, ਮੇਰੇ ਕਰਮ ਸੜੇ ਨੇ, ਮੈਂ ਤੁਹਾਡੇ ਕੋਲ ਫਸ ਗਈ। ਇਹ ਸਾਰੀਆਂ ਗੱਲਾਂ ਉਹ ਸ਼ੁਰੂ ਕਰਦੀ ਹੈ ਨਾ। ਇਹਦੇ ਨਾਲ ਕੀ ਹੁੰਦਾ? ਉਹਦੀ ਸੈਲਫ ਰਿਸਪੈਕਟ 'ਤੇ 100 ਕਾਰਡ ਰੱਖੀ ਗਈ, ਪਰ ਹੁਣ ਘਰ ਦੀ ਫਾਊਂਡੇਸ਼ਨ ਹਿੱਲਣੀ ਸ਼ੁਰੂ ਹੋ ਜਾਏਗੀ। ਹੁਣ ਸਾਰਾ ਘਰ ਦੇ ਅੰਦਰ ਟਾਰਨੀਡੋ, ਬਵੰਡਰ, ਵਾਵਰੋਲਾ ਆਉਣਾ ਸ਼ੁਰੂ ਹੋਏਗਾ। ਉਹਦਾ ਘਰ ਮਨ ਨਹੀਂ ਲੱਗਿਆ ਕਰੇਗਾ। ਉਹ ਸਹੇਲੀਆਂ ਦੀ ਗਲਤ ਐਡਵਾਈਸ ਲੈਣਾ ਪਸੰਦ ਕਰੇਗੀ, ਔਰ ਜਦੋਂ ਪਤੀ ਘਰ ਆਏਗਾ ਜਾਂ ਸੱਸ ਕਮਰੇ 'ਚ ਆਵਾਜ਼ ਮਾਰੇਗੀ ਤਾਂ ਉਹ TV ਦਾ ਸੀਰੀਅਲ ਦੇਖਣਾ ਪਸੰਦ ਕਰੇਗੀ, ਸੌਂ ਜਾਣਾ ਪਸੰਦ ਕਰੇਗੀ, फ़ोन 'ਤੇ ਚੈਟ ਕਰਨਾ ਪਸੰਦ ਕਰੇਗੀ, ਬਿਊਟੀ ਪਾਰਲਰ 'ਤੇ ਜਾਣਾ ਪਸੰਦ ਕਰੇਗੀ। ਇਹ ਸਾਰੇ ਟਾਰਨੀਡੋ ਦੇ ਹੀ ਇਫੈਕਟਸ ਹਨ ਨਾ। ਸੋ ਮੈਂ ਉਹਨੂੰ ਨਹੀਂ ਕਹਿ ਰਿਹਾ ਕਿ ਉਹ ਡੰਮੀ ਬਣ ਜਾਏ ਔਰ ਜ਼ੁਲਮ ਸਾਰਦੀ ਰਹੇ। ਇਹਦਾ ਨਾ ਜ਼ੁਲਮ ਨਹੀਂ ਹੈ। ਉਹਨੇ ਚੂਜ਼ ਕਰਨਾ ਹੈ ਕਿ ਮੈਂ ਘਰ ਬਣਾ ਕੇ ਰੱਖਣਾ ਐਟ ਐਨੀ ਕੋਸਟ। ਸਾਰਾ ਘਰ ਬਣਨ ਦੀ ਥੰਮੀ ਹੈ, ਬੈਕਬੋਨ ਹੈ, ਫਾਊਂਡੇਸ਼ਨ ਹੈ ਵਿਮਨ। ਮਰਦ ਕੋਲ ਇਹ ਗੁਣ ਹੀ ਨਹੀਂ ਹੈ ਕਿਉਂਕਿ ਬਣਾ ਕੇ ਰੱਖੇ। ਮਰਦ ਤਾਂ ਡਕੇਡ। ਅਸੀਂ ਗੱਲ ਹੀ ਵਿਮਨ ਐਮਪਾਵਰਮੈਂਟ ਦੀ ਕਰ ਰਹੇ ਨਾ। ਉਹਦੇ ਕੋਲ ਸ਼ਕਤੀ ਹੈ, ਇਹ ਉਹਨੇ ਬਚਪਨ ਤੋਂ ਸਿੱਖ ਲਈ ਸੀ।
थैंक यू। हो सकता मेरा आंसर सैटिस्फैक्टरी ना हो, खिमा कर देना। ਅੱਜ ਕੱਲ੍ਹ ਦੀਆਂ ਮਾਵਾਂ ਆਪਣੇ ਬੱਚੇ ਚਾਹੇ ਉਹ ਅਮੀਰ ਹੋਣ ਚਾਹੇ ਗਰੀਬ ਆਪ ਪਾਲਣਾ ਪਸੰਦ ਨਹੀਂ ਕਰਦੀਆਂ, ਮੇਡ ਕੋਲ ਰੱਖਦੀਆਂ ਨੇ। ਉਹਨਾਂ ਦੇ ਬੱਚਿਆਂ ਦੇ ਉੱਤੇ ਅਸਰ ਉਹਨਾਂ ਦੇ ਮੇਡ ਦਾ ਜ਼ਿਆਦਾ ਹੋਏਗਾ, ਪੇਰੈਂਟਸ ਦਾ ਹੋਏਗਾ। ਉਹਨਾਂ ਦੇ ਸੰਸਕਾਰ ਕਿਸ ਤਰ੍ਹਾਂ ਦੇ ਹੋਣਗੇ? ਮੇਡਸ ਦਾ ਹੋਏਗਾ ਔਰ ਮਾਂ ਦਾ ਨਹੀਂ ਹੋਏਗਾ। ਜਿਹੜੀ ਮਾਂ ਆਪਣੀ ਮਦਰਹੁੱਡ ਨੂੰ ਨਹੀਂ ਪਛਾਣੀ ਉਹ ਇਹ ਵਾਲੇ ਕੰਮ ਕਰਦੀ ਹੈ ਜਿਹੜੇ ਤੁਸੀਂ ਬੋਲੇ ਨੇ। ਤੁਸੀਂ ਬਹੁਤ ਮਾਂ ਜੀ ਤੁਸੀਂ ਬੜੇ ਕੀਮਤੀ ਪੱਖ ਉੱਤੇ ਉਂਗਲ ਰੱਖੀ ਹੈ, ਸਮਾਜ ਦੀ ਦੁੱਖ ਦੀ ਰਗ ਤੇ ਰੱਖੀ ਹੈ, ਆਉਣ ਵਾਲੇ ਫਿਊਚਰ ਨੂੰ ਸਵਾਰਨ ਵਾਸਤੇ ਤੁਸੀਂ ਬਹੁਤ ਕੀਮਤੀ ਸਵਾਲ ਰੱਖਿਆ। ਔਰ ਇਸ ਕੀਮਤੀ ਸਵਾਲ ਦਾ ਉੱਤਰ ਉਸੀ ਬੀਬੀ ਕੋਲ ਹੈ ਜਿਹੜੀ ਬੀਬੀ ਆਪਣੀ ਮਦਰਹੁੱਡ ਨੂੰ ਛੱਡ ਕੇ ਪਤਾ ਨਹੀਂ ਕਿਹੜੇ ਬਿਨਸ ਜਾਏ ਜੋ ਨਿਮਕ ਮੈਸੋ ਅਲਪ ਸੁਖ ਪਨੀਆਂ ਦੇ ਸਵਾਦਾਂ ਦੇ ਚੱਕਰਾਂ ਵਿੱਚ ਕੀਮਤੀ ਗੁਣ ਆਪਣੇ ਬੱਚੇ ਨੂੰ ਪਾਲ ਕੇ ਕਰਤਾ ਪੁਰਖ ਵਾਲਾ ਰੱਬੀ ਗੁਣ ਛੱਡ ਕੇ ਉਹਨੂੰ ਮੇਡ ਦੇ ਵਸ ਪਾ ਕੇ ਉਹਨੂੰ 버ਗਰ ਖਵਾ ਕੇ ਉਹਨੂੰ ਪੀਜ਼ਾ ਖਵਾ ਕੇ ਉਹਨੂੰ ਮਾਈਕ੍ਰੋਵੇਵ 'ਤੇ ਰੋਟੀ ਗਰਮ ਕਰਵਾ ਕੇ ਉਹਨੂੰ ਬਿਨਾਂ ਲਾਡ ਦੀ ਰੋਟੀ ਖਵਾ ਕੇ ਸ਼ਾਇਦ ਆਪਣੇ ਜੀਵਨ ਨੂੰ ਉਹ ਜੀਵਨ ਸਮਝ। ਨਹੀਂ ਜੀ, ਉਹ ਕਹਿੰਦੀ ਮੈਨੂੰ ਬਿਲਕੁਲ ਟਾਈਮ ਨਹੀਂ ਹੈ ਸਵਾਏ ਜਿਮ 'ਤੇ ਜਾਣ ਦੇ, ਬਿਊਟੀਫੁਲ ਪਾਰਲਰ 'ਤੇ ਜਾਣ ਦੇ। ਹਾਂ, ਉਹ ਮਨ ਕਰਕੇ ਦੇ। ਬਹੁਤ ਉਹ ਮਨ ਕਰਕੇ ਉਹਨਾਂ ਦੇ ਬੱਚਿਆਂ ਦਾ ਫਿਊਚਰ ਕਿਸ ਤਰ੍ਹਾਂ ਹੋਏਗਾ? ਬਹੁਤ ਗਲਤ ਹੋਏਗਾ। ਉਹਦਾ ਜ਼ਿੰਮੇਵਾਰ ਕੌਣ ਹੈ? ਉਹ ਆਪ ਜਿਸਨੇ ਬੱਚਾ ਜਨਮਿਆ ਮੰਨੇਗੇ ਨਹੀਂ, ਉਹਨੂੰ ਨਹੀਂ ਮਨਾ ਉਹਦੇ ਨਹੀਂ ਪੇਰੈਂਟਸ ਕਹਿਣਗੇ ਕਿ ਨਹੀਂ ਸਾਡੀ ਬੇਟੀ ਨੂੰ ਟਾਈਮ ਹੀ ਨਹੀਂ ਹੈ। ਜੇ ਉਹਦੇ ਪੇਰੈਂਟਸ ਇੰਝ ਕਹਿੰਦੇ ਨੇ ਤਾਂ ਉਹਦੇ ਪੇਰੈਂਟਸ ਉਹਦੇ ਬੱਚੇ ਦੀ ਜ਼ਿੰਦਗੀ ਵਿਗਾੜ ਰਹੇ ਨੇ। ਹਾਲੇ ਉਹਦੇ ਬੱਚੇ ਕੀ, ਮੈਂ ਕਿਸੇ ਦੀ ਵੀ ਗੱਲ ਕਰ ਰਹੀ ਹਾਂ, ਜਦੋਂ ਕਿ ਉਹਦੇ ਜਿਸ ਬੇਟੀ ਦੇ ਬੱਚੇ ਨੇ ਉਹਦੇ ਪੇਰੈਂਟਸ ਖੁਦ ਐਜੂਕੇਟਡ ਬਹੁਤ ਅੱਛੀ ਪੋਸਟ 'ਤੇ ਹੋਣ, ਫਿਰ ਐਜੂਕੇਟਿਡ ਹੋਣ ਨਾਲ ਅੱਛੀ ਪੋਸਟ 'ਤੇ ਹੋਣ ਦੇ ਨਾਲ ਜਿਹੜੇ ਰੱਬੀ ਗੁਣਾਂ ਦੀ ਤਾਕਤ ਨੂੰ ਪਛਾਣਨਾ ਹੈ ਇਹਦਾ ਕੋਈ ਤਾਲੁਕ ਨਹੀਂ ਹੈ। ਉਹਨਾਂ ਬਾਰੇ ਤਾਂ ਗੁਰੂ ਸਾਹਿਬ ਕਹਿੰਦੇ ਨੇ ਪੜ੍ਹਿਆ ਮੂਰਖ ਆਖੀਐ ਜਿਸ ਲਵ ਲੋਵੰਕਾਰ। ਮੈਂ ਜਾਣਿਆ ਪੜ੍ਹਬੋ ਭਲੋ ਪੜ੍ਹਬੋ ਸੋ ਭਲ ਜੋਗ। ਜਿਹੜੇ ਰੱਬੀ ਇੱਕ ਮਿਕਤਾ ਸਿਖਾਉਂਦੇ ਨੇ ਨਾ ਪੇਰੈਂਟਸ, ਉਹ ਆਪਣੀ ਬੱਚੀ ਦਾ ਘਰ ਸੁਖੀ ਬਣਾਉਂਦੇ ਨੇ। ਜਿਹੜੀ ਸੱਸ ਆਪਣੀ ਨੂੰਹ ਨੂੰ ਘਰ ਰੱਖਦੀ ਪਈ ਹੈ ਪਰ ਸੱਸ ਬਿਮਾਰ ਹੈ ਤਾਂ ਜਿਹਦੇ ਪੇਕੇ ਇਹ ਕਹਿੰਦੇ ਨੇ ਨਾ ਤੂੰ ਸਾਡੀ ਪਰਵਾਹ ਨਾ ਕਰਿਆ ਕਰ, ਤੂੰ ਆਪਣੀ ਘਰ ਵਸਾ, ਤੂੰ ਆਪਣੀ ਸੱਸ ਦਾ ਦਿਲ ਲੈ, ਉਹ ਆਪਣੀ ਬੇਟੀ ਦਾ ਘਰ ਵਸਾਉਂਦੇ ਨੇ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਇਸ ਕਰਕੇ ਅੱਜ ਕੱਲ੍ਹ ਦੇ ਬਹੁਤੀ ਜਿਹੜੀਆਂ ਪੇਰੈਂਟਸ ਸੇ ਉਹ ਆਪਣੀ ਬੇਟੀ ਨੂੰ ਸਵੇਰੇ ਉੱਠਦਿਆਂ ਹੀ ਇੱਕ ਮੋਬਾਈਲ ਦਾ ਬੜਾ ਫਾਇਦਾ ਚੁਕਾਉਂਦੀਆਂ। ਉਹ ਉੱਠਦਿਆਂ ਹੀ ਕਹਿੰਦੀਆਂ ਬੁੱਢੀ ਨੂੰ ਚਾਹ ਦਿੱਤੀ ਹੈ। ਵਾਹਿਗੁਰੂ। ਮੈਂ ਸ਼ਾਇਦ ਸੱਚ ਸਮਝਦੀ ਹਾਂ ਕਿ ਇਸ ਤਰ੍ਹਾਂ ਦਾ ਮੈਂ ਸੁਣਨ ਨੂੰ ਮਿਲਦੀ ਹਾਂ ਲੋਕਾਂ ਕੋਲ। ਮਾਤਾ ਜੀ, ਮੇਰੇ ਮਾਂ ਜੀ, ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ ਔਰ ਬਿਲਕੁਲ ਬੜੀ ਖਤਰਨਾਕ ਬਿਮਾਰੀ ਤੇ ਉਂਗਲ ਰੱਖ ਰਹੇ ਹੋ। ਇਹ ਸਮਾਜ ਸੈੱਲ ਫੋਨ ਤੋਂ ਫਾਇਦਾ ਵੀ ਲੈ ਸਕਦਾ ਸੀ। ਸੈੱਲ ਫੋਨ ਤੇ ਉਹਦੀ ਮਾਂ ਕਹਿ ਸਕਦੀ ਹੈ ਬੱਚੇ ਤੇਰੀ ਸੱਸ ਨੇ ਅੱਜ ਚਾਹ ਪੀਤੀ ਕਿ ਨਹੀਂ ਪੀਤੀ, ਤੂੰ ਕੱਲ ਸੱਸ ਵਾਸਤੇ ਸਬਜ਼ੀ ਬਣਾਈ ਸੀ, ਉਹਨੇ ਅੱਗੋਂ ਜਵਾਬ ਦਿੱਤਾ ਨਹੀਂ ਸੱਸ ਨੂੰ ਖੰਘ ਆ ਰਹੀ ਹੈ, ਤਾਂ ਹੁਣ ਉਹਦੀ ਮਾਂ ਕਹਿ ਸਕਦੀ ਹੈ ਤੂੰ ਨਾ ਆਪਣੀ ਸੱਸ ਨੂੰ ਅਦਰਕ ਦੀ ਛਿੱਟ ਬਣਾ ਕੇ ਦੇਖ ਹੋ ਸਕਦਾ ਤੇਰੀ ਸੱਸ ਦਾ ਗਲਾ ਵੀ ਠੀਕ ਹੋ ਜਾਏ। ਇਸ ਤਰ੍ਹਾਂ ਉਹ ਫੋਨ ਦਾ ਫਾਇਦਾ ਵੀ ਚੁੱਕ ਸਕਦੀ ਹੈ। ਪਰ ਉਹ ਕਹਿੰਦੇ ਉਹ ਮਾਰ ਗੋਲੀ ਸੱਸ ਨੂੰ, ਤੂੰ ਨਿਕਲ ਲੈ ਬੁੱਢੀ ਤੇ ਖੰਘਦੀ ਰਹੇਗੀ। ਪਰ ਉਹਨੂੰ ਇਹ ਨਹੀਂ ਪਤਾ ਕਿ ਮੈਂ ਵੀ ਬੁੱਢੀ ਹਾਂ ਔਰ ਮੇਰੀ ਨੂੰਹ ਵੀ ਇੰਝ ਹੀ ਕਰੇਗੀ। ਜਦੋਂ ਮੇਰੀ ਨੂੰਹ ਨੂੰ ਇਹ ਸ਼੍ਰੰਖਲਾ ਚਲਦੀ ਰਹੇਗੀ। ਸੋ ਜਿਹੜੀ ਸਿਆਣੀ ਮਾਂ ਹੈ ਨਾ, ਉਹ ਆਪਣੀ ਧੀ ਨੂੰ ਫੋਨ ਕਰਕੇ ਸਹੁਰਿਆਂ ਦੇ ਅਗੇਂਸਟ ਨਹੀਂ ਸਿਖਾਏਗੀ, ਸਹੁਰਿਆਂ ਦੇ ਘਰੋਂ ਬੁਲਾਏਗੀ ਨਹੀਂ, ਸਹੁਰਿਆਂ ਦੇ ਅਗੇਂਸਟ ਕਿਸੇ ਵੀ ਕਿਸਮ ਦੀ ਭੈੜੀ ਮੱਤ ਨਹੀਂ ਦੇਗੀ। ਤਾਂ ਉਹ ਆਪਣੀ ਧੀ ਦਾ ਘਰ ਵਸਾ ਰਹੀ ਹੈ ਕਿਉਂਕਿ ਉਹਨਾਂ ਨੇ ਚੂਜ਼ ਕੀਤਾ ਸੀ ਕਿ ਅਸੀਂ ਤੈਨੂੰ ਵਿਆਹ ਕੇ ਇਸ ਘਰ ਭੇਜ ਰਹੇ ਹਾਂ, ਜਾਂ ਤਾਂ ਵਿਆਹ ਹੋਈ ਨਾ। ਧੀ ਨੂੰ ਕੋਲ ਰੱਖੋ ਔਰ ਧੀ ਨੂੰ ਫੋਨ ਦੇ ਬਦਲੇ ਪਲ ਪਲ ਪੁਚਕਾਰਦੇ ਰਹੋ। ਪਰ ਇਹ ਮੈਜੋਰਿਟੀ 'ਚ ਇਸ ਤਰ੍ਹਾਂ ਨਹੀਂ ਹੋ ਰਿਹਾ। ਹਾਂਜੀ, ਸਾਡੇ ਸਮਾਜ ਦਾ ਨੁਕਸਾਨ ਹੋ ਰਿਹਾ, ਤਾਂ ਹੀ ਅਸੀਂ ਉਸ ਪੱਖੋਂ ਹੀ ਡਿਸਕਸ ਕਰੀ ਜਾ ਰਹੇ ਹਾਂ। ਉਹਨੂੰ
ਸਕੂਲਾਂ ਕਾਲਜਾਂ ਤੋਂ ਔਰ ਮੀਡੀਆ ਤੋਂ ਸਿਖਾਇਆ ਇਹ ਹੀ ਜਾ ਰਿਹਾ ਤੇਰੀ ਵੀ ਕੋਈ ਜ਼ਿੰਦਗੀ ਹੈ, ਤੂੰ ਵੀ ਆਪਣਾ ਕੁਝ ਕਰ। ਉਹ ਤੇ ਉਹਦੀ ਜ਼ਿੰਦਗੀ ਹੈ ਹੀ ਹੈ, ਲੇਕਿਨ ਉਹਦੇ ਕੋਲ ਜਿਹੜੇ ਗੁਣ ਨੇ ਉਹ ਸਾਰੇ ਸਪਰੈਸ ਹੋ ਗਏ, ਉਹ ਲੁੱਟੇ ਗਏ। ਉਹ ਗੁਣ ਸਾਰੇ ਖਿੜਕੀ ਤੋਂ ਬਾਹਰ ਜਾਈ ਜਾ ਰਹੇ ਨੇ, ਸਾਰਾ ਘਰ ਉਜੜਦਾ ਜਾ ਰਿਹਾ ਹੈ। ਬੱਚੇ ਦੀ ਸਿਹਤ ਖਰਾਬ ਹੋ ਰਹੀ ਹੈ, ਪਤੀ ਦੀ ਸਿਹਤ ਖਰਾਬ ਹੋ ਰਹੀ ਹੈ। ਗੱਲ ਤੇ ਜਿਹੜੀ ਪਤੀ ਨਾਲ ਔਰ ਸੱਸ ਨਾਲ ਬਹਿਸ ਕਰਦੀ ਹੈ ਉਹਨਾਂ ਵਾਸਤੇ ਹਾਰਟ ਟਰਬਲ ਕ੍ਰੀਏਟ ਕਰ ਰਹੀ ਹੈ। ਇਹਦੇ ਨਾਲ ਵੀ ਮਾਤਾ ਜੀ ਹਾਰਟ ਟਰਬਲ ਹੁੰਦੀ ਹੈ। ਜਦੋਂ ਪਤਨੀ ਅੱਗੋਂ ਪੁੱਠੇ ਸਵਾਲ ਕਰਦੀ ਹੈ ਨਾ, ਜਦੋਂ ਪਤਨੀ ਪੁੱਠੀ ਬਹਿਸ ਕਰਦੀ ਹੈ ਨਾ ਸੱਸ ਦੇ ਨਾਲ, ਤਾਂ ਡਾਕਟਰ हैरान रह जाता है कि इनका बीपी ठीक था माता जी को क्या हो गया। पति भी हैरान रह जाता मेरा बीपी हुण तक तो वधिया नहीं सी, हुण पता नहीं की हो गया। उनकी हार्ट ट्रबल हो रही है। जिन्नी वारी बीपी वधदा है उन्नी हार्ट ट्रबल होंदी है। ਜ਼ਰੂਰੀ नहीं देसी घ्यो नाल कोलेस्ट्रॉल ही वधदा है तो हार्ट ट्रबल होंदी है, इस तरह भी होंदा है। पर वो चाहे ਤਾਂ हर प्रॉब्लम ਨੂੰ ਪਿਆਰ ਨਾਲ ਡੀਲ ਕਰ ਸਕਦੀ ਹੈ ਤਾਂ ਕਿ ਮੈਂ ਦੂਜਿਆਂ ਨੂੰ ਹਰਟ ਨਾ ਕਰਾਂ, ਉਹਨਾਂ ਦਾ ਬੀਪੀ ਨਾ ਵਧਾਵਾਂ ਔਰ ਮੈਂ ਇਸ ਘਰ ਦੀ ਹਰਮਨ ਪਿਆਰੀ ਬਣ ਜਾਵਾਂ। ਮੈਂ ਆਪਣੀ ਸੱਸ ਨੂੰ ਖੁਦ ਚਾਹ ਪੁੱਛਿਆ ਕਰਾਂ, ਆਪਣੀ ਮਾਂ ਨੂੰ ਕਿਹਾ ਕਰਾਂ ਤੁਸੀਂ ਮੈਨੂੰ ਹੁਣੇ ਫ਼ੋਨ ਨਾ ਕਰੋ, ਇਸ ਵੇਲੇ ਮੈਂ ਆਪਣੀ ਸੱਸ ਦੀ, ਸਹੁਰੇ ਦੀ, ਆਪਣੇ ਪਤੀ ਦੀ ਸੇਵਾ ਕਰ ਰਹੀ ਹਾਂ। ਮੈਂ ਦਿਹਾੜੀ ਜਦੋਂ ਵੇਲ ਹੋਏਗੀ ਤਾਂ ਮਾਂ ਜੀ ਤੁਹਾਡੇ ਨਾਲ ਗੱਲ ਕਰ ਲਵਾਂਗੀ। ਇਹ ਉਹਦੀ ਸਿਆਣਪ ਹੋਏਗੀ। ਪਰ ਇਹ ਸਿਆਣਪ ਉਹਨੇ ਆਪਣੀ ਮਾਂ ਕੋਈ ਲੈਣੀ ਸੀ, ਇਸ ਕਰਕੇ ਮਾਂ ਉਹਨੂੰ ਇਹ ਸਿਖਾਏਗੀ। ਸਕੂਲ ਕਾਲਜ ਵਾਲੇ ਨਹੀਂ ਸਿਖਾਉਣਗੇ, ਸਕੂਲ ਕਾਲਜ ਵਾਲੇ ਤਾਂ ਈਵਲਸ ਹੀ ਸਿਖਾਉਂਦੇ ਨੇ। ਹੁਣ ਦੇਖੋ ਇੱਕ ਗੱਲ ਹੋਰ ਅੱਜ ਕੱਲ੍ਹ ਚੱਲ ਰਹੀ ਹੈ। आज कल गल चल रही है शाम को 6 बजे के बाद खाना नहीं खाना चाहिए। फिर दूसरा व्हाट्सएप आया शाम को रोटी नहीं खानी चाहिए। फिर तीसरा व्हाट्सएप आया शाम को ये नहीं करना चाहिए, वो नहीं करना चाहिए। हुण उन्हें तो शाम को पढ़ लिया, उन्हें रोटी नहीं पकाना चाहती, बाकी टब्बर तो खाएगा कि नहीं खाएगा। ਮਾਤਾ ਜੀ ਜਿਨ੍ਹਾਂ ਨੂੰ ਡਾਕਟਰ ਨੇ ਕਿਹਾ ਤੁਸੀਂ ਰਾਤੀ 8 ਵਜੇ ਦਵਾਈ ਖਾਣਾ, ਸਹੁਰੇ ਨੇ ਖਾਣੀ ਹੈ, ਹੁਣ ਸਾਰਾ ਟੱਬਰ ਪੁੱਠਾ ਟੰਗ ਦਿੱਤਾ। ਇੱਕ WhatsApp ਤੇ ਮੈਸੇਜ ਪੜ੍ਹ ਲਿਆ ਆਪਣੀ ਸਿਹਤ ਵਾਸਤੇ। ਇਹਨੂੰ ਦੇਹ ਅਧਿਆਸ ਕਹਿੰਦੇ ਨੇ, ਸੈਲਫਿਸ਼ਨੈਸ। ਤਾਂ ਉਹਦੇ ਕੋਲ ਸ਼ਕਤੀ ਸੈਲਫਿਸ਼ਨੈਸ ਦੀ, ਖੁਦਗਰਜ਼ੀ ਦੀ ਨਹੀਂ ਹੈ। ਉਹਦੇ ਕੋਲ ਸ਼ਕਤੀ ਹੈ ਮੈਂ ਦੂਜਿਆਂ ਵਾਸਤੇ ਜੀ ਸਕਦੀ ਹਾਂ। ਪਰ ਇਹਦੇ ਮੁਤਾਬਕ ਠੀਕ ਹੈ ਮੈਂ ਨਹੀਂ 6 ਵਜੇ ਤੋਂ ਬਾਅਦ ਖਾਵਾਂਗੀ, ਪਰ ਸਾਰੇ ਟੱਬਰ ਦੀ ਮੈਂ ਲਾਡ ਪਿਆਰ ਦੇ ਨਾਲ ਰੋਟੀ ਪਕਾਉਂਦੀ ਹਾਂ, ਚਾਹ ਦੇ ਨਾਲ ਮੈਂ ਰਹਿਰਾਸ ਸਾਹਿਬ ਕਰਾਂਗੀ, ਨਾਲ ਲਾਡ ਪਿਆਰ ਦੇ ਨਾਲ ਰੋਟੀ ਪਕਾਵਾਂਗੀ। ਕਰ ਸਕਦੀ ਹੈ। ਪਰ ਉਹਨੇ ਇਹਦਾ ਵੀ ਮਿਸਯੂਜ਼ ਕਰ ਲਿਆ। माँ नाल फ़ोन पे गल करके मिसयूज़ कर लिया। मम्मी इन्होंने तो अभी तक यहाँ पर नौकर ही नहीं रखा, कपड़े धोने वाली नहीं आई। तुहाडी उम्र वालियां मावां कपड़े भी धोंदियां सी, रोटी भी पकांदियां सी, सफाई भी कर लैंदियां सी। ਉਹਨਾਂ ਨੂੰ ਕਮਰ ਵੀ ਨਹੀਂ ਟੇਢੀ ਹੁੰਦੀ ਸੀ, ਉਹਨਾਂ ਨੂੰ ਗੋਡੇ ਟਰਬਲ ਵੀ ਨਹੀਂ ਹੁੰਦੀ ਸੀ, ਉਹਨਾਂ ਨੂੰ ਬ੍ਰੈਸਟ ਕੈਂਸਰ ਵੀ ਨਹੀਂ ਹੁੰਦਾ ਸੀ, ਉਹਨਾਂ ਨੂੰ ਕਿਸੇ ਵੀ ਕਿਸਮ ਦਾ ਸਰੀਰਕ ਦੇ ਹੋਰ ਰੋਗ ਨਹੀਂ ਸਨ ਹੁੰਦੀਆਂ। ਉਹ ਚੁਸਤ ਵੀ ਰਹਿੰਦੀਆਂ ਸੀ, ਉਹ ਲੰਬਾ ਜੀਂਦੀਆਂ ਸੀ। ਅੱਜ ਵਾਲੀਆਂ ਨੂੰ 40-50 ਸਾਲ ਵਾਲੀਆਂ ਨੂੰ ਸ਼ੂਗਰ ਔਰ ਬਲੱਡ ਪ੍ਰੈਸ਼ਰ ਹੋ ਜਾਂਦਾ, ਕਿਉਂਕਿ ਦੂਜਿਆਂ ਨੂੰ ਵੀ ਬਲੱਡ ਪ੍ਰੈਸ਼ਰ ਸ਼ੂਗਰ ਦਿੰਦੀਆਂ ਨੇ। ਸੋ ਮਾਂ ਜੀ ਤੁਸੀਂ ਬਿਲਕੁਲ ਸਹੀ ਫਰਮਾਇਆ। ਕਾਸ਼ ਸਾਡੇ ਸਮਾਜ ਵਾਲੇ ਇਸ ਗੱਲ ਨੂੰ ਤੁਹਾਡੇ ਪੱਖੋਂ ਸਮਝ ਸਕਣ ਕਿ ਪੇਕਿਆਂ ਨੂੰ ਸਹੁਰੇ ਘਰ ਫੋਨ ਕਰਕੇ ਸਹੁਰਿਆਂ ਦੇ ਅਗੇਂਸਟ ਆਪਣੀ ਬੇਟੀ ਨੂੰ ਮਿਸਗਾਈਡ ਨਹੀਂ ਕਰਨਾ ਚਾਹੀਦਾ। ਵੀਰ ਜੀ ਨੇ ਬਹੁਤ ਸੋਹਣੇ ਟੌਪਿਕ 'ਤੇ ਅੱਜ ਵੂਮਨ ਐਮਪਾਵਰਮੈਂਟ 'ਤੇ ਬਹੁਤ ਵਧੀਆ ਇਹ ਕੁਆਲਿਟੀ ਸਾਨੂੰ ਰਿਅਲਾਈਜ਼ ਕਰਵਾਈ ਹੈ ਕਿ ਕਰਤਾ ਪੁਰਖ ਦਾ ਜਿਹੜਾ ਗੁਣ ਹੈ ਪਰਮਾਤਮਾ ਨੇ ਸਾਨੂੰ ਬਖਸ਼ਿਆ ਹੋਇਆ, ਜਿਹੜਾ ਕਿ ਕਈ ਵਾਰੀ ਮੈਨੂੰ ਵੀ ਕਈ ਗੱਲਾਂ 'ਤੇ ਕਨਫਿਊਜ਼ਨ ਹੁੰਦੀ ਸੀ, ਪਰ ਮੈਨੂੰ ਅੱਜ ਬਹੁਤ ਵਧੀਆ ਇਹ ਚੀਜ਼ ਲੱਗੀ ਹੈ ਵੀ ਕਰਤਾ ਪੁਰਖ ਵਾਲਾ ਜਿਹੜਾ ਪਰਮਾਤਮਾ ਨੇ ਸਾਨੂੰ ਗੁਣ ਬਖਸ਼ਿਆ, ਸਾਨੂੰ ਉਸ ਨੂੰ ਐਕਨੋਲੇਜ ਕਰਨਾ ਚਾਹੀਦਾ। ਔਰ ਇਸ ਤੋਂ ਇਲਾਵਾ ਜਿਵੇਂ ਕਿ ਵੀਰ ਜੀ ਨੇ ਆਪਣੇ ਲੈਕਚਰ ਦੇ ਦੌਰਾਨ ਕਿਹਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਵਾਕਈ ਮੈਂ ਸਾਰਿਆਂ ਦੇ ਕੇਸਿਸ ਦੇ ਵਿੱਚ ਨਹੀਂ ਕਹਾਂਗੀ, ਸਾਰੇ ਇੰਡੀਵਿਜੂਅਲ ਡਿਫਰੈਂਸਿਸ ਆਰ ਦੇਅਰ, ਪਰ ਲੜਕੀਆਂ ਵਾਲੇ ਜਿਹੜੇ ਹੈ ਉਹ ਸ਼ਾਇਦ ਜ਼ਿਆਦਾ ਲੱਕੀ ਹੈਗੇ ਆ। ਠੀਕ ਹੈ। ਮੈਂ ਖੁਦ 3 ਬੇਟੀਆਂ ਦੀ ਮਦਰ ਹਾਂ ਅਤੇ ਜਦੋਂ ਮੇਰੀਆਂ ਬੇਟੀਆਂ ਹੋਈਆਂ ਤਾਂ ਮੈਂ ਵੀ ਬਹੁਤ ਡਿਸਹਾਰਟਡ ਸੀ।
ਪਰ ਖੈਰ ਟਾਈਮ ਜਿਹੜਾ ਉਹ ਸਾਰੇ ਉਸ ਚੀਜ਼ਾਂ ਨੂੰ ਭੁਲਾ ਦਿੰਦਾ। ਕੱਲ 2 ਬੇਟੀਆਂ ਇਸ ਟਾਈਮ ਪ੍ਰੈਜ਼ੈਂਟਲੀ 2 ਬੇਟੀਆਂ ਮੇਰੀਆਂ ਮੈਰਿਡ ਹੈ ਔਰ ਤਿੰਨੋਂ ਹੀ ਨਿਊਜ਼ੀਲੈਂਡ ਹੈਗੀਆਂ। 3rd ਵਾਲੀ ਬੇਟੀ ਮੇਰੀ ਹੈ ਛੋਟੀ ਅਨਮੈਰਿਡ ਹੈ। ਅਤੇ ਕੱਲ ਪਰ ਚਾਂਸ ਉਹਦਾ ਫੋਨ ਆਇਆ। ਮੈਂ ਇਹ ਵਾਲੀ ਗੱਲ ਤੁਹਾਡੇ ਨਾਲ ਸਿਰਫ ਆਪਣੀਆਂ ਭੈਣਾਂ ਨਾਲ ਇਸ ਕਰਕੇ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਇੱਕ ਲੇਡੀ ਦਾ ਕੀ ਰੋਲ ਹੈ ਸਾਡੀ ਲਾਈਫ ਦੇ ਵਿੱਚ। ਮਤਲਬ ਲੇਡੀ ਹੀ ਲੇਡੀ ਨੂੰ ਕਿਸ ਹਾਈਟ ਤੱਕ ਪਹੁੰਚਾ ਸਕਦੀ ਹੈ ਔਰ ਲੇਡੀ ਹੀ ਲੇਡੀ ਨੂੰ ਕਿਸ ਤਰ੍ਹਾਂ ਲੈਗ ਪੁਲਿੰਗ ਨਾਲ ਨੀਚੇ ਖਿੱਚ ਸਕਦੀ ਹੈ। ਸੋ ਸਾਡਾ ਇਸ ਦੇ ਵਿੱਚ ਬਹੁਤ ਵੱਡਾ ਰੋਲ ਹੈ। ਮੇਰੀ ਬੇਟੀ ਦਾ ਕੁਐਸਚਨ ਸੀ, ਮੰਮਾ ਐਕਚੁਅਲੀ ਬੇਟੀ ਦੀ ਨਵੀਂ ਜੋਬ ਲੱਗੀ ਔਰ ਬਹੁਤ ਅੱਛੀ ਜੋਬ ਲੱਗੀ ਹੈ ਔਰ ਸ਼ੀ ਵਾਜ਼ ਵੈਰੀ ਹੈਪੀ। ਅਤੇ ਉਹਨੇ ਮੇਰੇ ਨਾਲ ਸ਼ੇਅਰ ਕੀਤਾ, ਕਹਿੰਦੀ ਮੰਮਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਮੈਨੂੰ ਸੱਚੀ ਦੱਸਣਾ। ਮੈਂ ਕਿਹਾ ਬੇਟੇ ਪੁੱਛ। ਕਹਿੰਦੀ ਤੁਹਾਨੂੰ ਕਦੀ ਮਤਲਬ ਮਦਰ ਇਨ ਲਾਅ ਨੂੰ ਬੀਜੀ ਕਹਿੰਦੇ ਸੀ, ਕਹਿੰਦੀ ਤੁਹਾਨੂੰ ਕਦੀ ਮਦਰ ਇਨ ਲਾਅ ਨੇ, ਜਿਵੇਂ ਮੈਂ 3rd ਬੇਟੀ ਸੀ ਅਤੇ ਤੁਹਾਨੂੰ ਕਦੀ ਮਦਰ ਇਨ ਲਾਅ ਨੇ ਕੋਈ ਟੌਂਟ ਨਹੀਂ ਮਾਰਿਆ? ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਬੇਟੇ ਮੈਨੂੰ ਕਦੀ ਵੀ ਨਹੀਂ ਇੱਦਾਂ ਫੀਲ ਹੋਇਆ। ਔਰ ਜਦੋਂ ਤੂੰ ਹੋਈ ਸੀ, ਖੈਰ ਜਦੋਂ 2nd ਮੇਰੀ ਬੇਟੀ ਹੋਈ ਸੀ ਅਤੇ ਉਦੋਂ ਵੀ ਮੈਂ ਬਹੁਤ ਰੋਈ ਸੀ ਔਰ 3rd ਹੋਈ ਤਾਂ ਵੀ ਬਹੁਤ ਰੋਈ। ਪਰ ਅੱਜ ਮੈਂ ਬਹੁਤ ਪ੍ਰਾਊਡ ਮਹਿਸੂਸ ਕਰਦੀ ਹਾਂ। ਔਰ ਮੈਂ ਉਹਨੂੰ ਬੱਚੀ ਨੂੰ ਕਿਹਾ, ਮੈਂ ਕਿਹਾ ਵੀ ਬੇਟੇ ਮੈਨੂੰ ਬੀਜੀ ਦਾ ਇਹੀ ਆਨਸਰ ਸੀ ਬਈ ਬੇਟੇ ਗੁਰਸਿੱਖ ਦੇ ਘਰ ਜਦੋਂ ਬੱਚੀ ਪੈਦਾ ਹੁੰਦੀ ਹੈ ਨਾ, ਕੋਈ ਵੀ ਬੱਚਾ ਪੈਦਾ ਹੁੰਦਾ ਚਾਹੇ ਉਹ ਲੜਕਾ ਹੋਵੇ ਚਾਹੇ ਲੜਕੀ ਹੋਵੇ, ਗੁਰਸਿੱਖ ਦੇ ਘਰ ਪੈਦਾ ਹੋਇਆ ਅਤੇ ਤੁਸੀਂ ਕਿਸਮਤ ਵਾਲੇ ਹੈਗੇ ਹੋ। ਸੋ ਮੈਨੂੰ ਉਹਨਾਂ ਨੇ ਹਮੇਸ਼ਾ ਐਨਕਰੇਜਮੈਂਟ ਦਿੱਤੀ ਹੈ, ਮੈਨੂੰ ਕਦੇ ਵੀ ਉਹਨਾਂ ਨੇ ਨੀਵਾਂ ਨਹੀਂ ਹੋਣ ਦਿੱਤਾ। ਵਾਓ, ਕਮਾਲ ਹੈ। ਅਤੇ ਮੈਂ ਅੱਜ ਵੀ ਉਹਨਾਂ ਨੂੰ ਯਾਦ ਕਰਦੀ ਹਾਂ ਹਮੇਸ਼ਾ ਵੀ ਉਹਨਾਂ ਨੇ ਮੈਨੂੰ ਕਦੀ ਵੀ ਨੀਵਾਂ ਨਹੀਂ ਹੋਣ ਦਿੱਤਾ ਔਰ ਕਦੀ ਕਿਸੇ ਤਰ੍ਹਾਂ ਦਾ ਮੈਨੂੰ ਟੌਂਟ ਨਹੀਂ ਮਾਰਿਆ ਵੀ ਤੂੰ 3 ਬੇਟੀਆਂ ਦੀ ਮਦਰ ਹੈਗੀ। ਸੋ ਮੈਂ ਥੈਂਕਫੁਲ ਹਾਂ ਆਪਣੇ ਮਦਰ ਇਨ ਲਾਅ ਦੀ, ਆਪਣੇ ਫਾਦਰ ਇਨ ਲਾਅ ਦੀ ਵੀ। ਕਦੇ ਨਹੀਂ ਉਹਨਾਂ ਨੇ ਮੈਨੂੰ ਅੱਜ ਤੱਕ ਇਹ ਚੀਜ਼ ਦੀ ਫੀਲਿੰਗ ਦਵਾਈ ਕਿ ਤੂੰ 3 ਬੇਟੀਆਂ ਦੀ ਮਦਰ ਹੈ। ਸੋ ਮੈਂ ਆਪਣੀਆਂ ਭੈਣਾਂ ਨੂੰ ਇਹ ਰਿਕੁਐਸਟ ਕਰਾਂਗੀ ਵੀ ਅਸੀਂ ਜੇ ਚਾਹੀਏ ਤਾਂ ਅਸੀਂ ਆਪਣੀਆਂ ਨੂੰਹਾਂ ਨੂੰ ਕਹਿ ਲਓ ਜਾਂ ਧੀਆਂ ਨੂੰ ਕਹਿ ਲਓ, ਅਸੀਂ ਉਹਨਾਂ ਨੂੰ ਚੰਗੇ ਗੁਣ ਦੇ ਸਕਦੇ ਹਾਂ ਔਰ ਉਹਨਾਂ ਨੂੰ ਉੱਪਰ ਚੁੱਕ ਸਕਦੇ ਹਾਂ। ਇਹ ਨਹੀਂ ਵੀ ਅਸੀਂ ਜੇ ਕੋਈ ਮਤਲਬ ਇਸ ਤਰ੍ਹਾਂ ਦੀਆਂ ਲੜਕੀਆਂ ਜੇ ਪੈਦਾ ਹੋ ਜਾਣ ਅਤੇ ਤੁਸੀਂ ਉਹਨਾਂ ਨੂੰ ਟੌਂਟਸ ਮਾਰ ਕੇ ਉਹਨਾਂ ਦਾ ਮੋਰਲ ਡਾਊਨ ਕਰ ਦਿਓ। ਸੋ ਮੇਰੀ ਇਹ ਰਿਕੁਐਸਟ ਹੈ, ਅਸੀਂ ਮਦਰਸ ਵੀ ਹਾਂ, ਮਦਰ ਇਨ ਲਾਅ ਵੀ ਹਾਂ ਅਤੇ ਸਾਰੇ ਤਰ੍ਹਾਂ ਦੇ ਸਾਨੂੰ ਰੋਲ ਨਿਭਾਉਣੇ ਪੈਂਦੇ ਆ। ਸੋ ਮੈਂ ਇਹਨਾਂ ਗੱਲਾਂ ਨਾਲ ਵੀਰ ਜੀ ਦਾ ਵੀ ਧੰਨਵਾਦ ਕਰਦੀ ਹਾਂ ਅਤੇ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਅਤੇ ਰਿਕੁਐਸਟ ਕਰਦੀ ਹਾਂ ਕਿ ਅਸੀਂ ਕੋਸ਼ਿਸ਼ ਕਰੀਏ ਵੀ ਲੇਡੀਜ਼ ਨੂੰ ਅਸੀਂ ਆਪ ਹੀ ਉੱਪਰ ਅਪਲਿਫਟਮੈਂਟ ਕਰਨੀ ਹੈ, ਨਾ ਕਿ ਡਾਊਨ ਲੈ ਕੇ ਜਾਣਾ ਹੈ। ਇਹ ਤੁਹਾਡਾ ਕੀ ਨਾਂ ਹੈ? ਥੈਂਕ ਯੂ ਜੀ। ਤੁਹਾਡਾ ਕੀ ਨਾਂ ਹੈ? ਇੰਦਰ ਰਾਜ ਕੌਰ। ਇੰਦਰ ਰਾਜ ਕੌਰ ਜੀ, ਤੁਸੀਂ ਬਹੁਤ ਕੀਮਤੀ ਢੰਗ ਦੇ ਨਾਲ ਐਜ਼ ਏ ਵਿਮਨ, ਐਜ਼ ਏ ਡਾਟਰ ਇਨ ਲਾਅ, ਐਜ਼ ਏ ਮਦਰ ਬਹੁਤ ਕੀਮਤੀ ਪੱਖ ਨੂੰ ਟੱਚ ਕੀਤਾ। ਤੁਹਾਡੇ ਇਸ ਪੱਖ ਨੂੰ ਟੱਚ ਕਰਦਿਆਂ ਹੋਇਆਂ ਮੈਂ ਵੀ ਇਹੀ ਸਾਂਝ ਕਰਨਾ ਚਾਹਾਂਗਾ ਕਿ ਤੁਹਾਡੇ ਜਿਹੜੇ ਬੀਜੀ ਨੇ ਉਹ ਬਹੁਤ ਗ੍ਰੇਟ ਸਨ। ਉਹਨਾਂ ਨੇ ਇਤਨਾ ਕੀਮਤੀ ਗੁਣ ਵਰਤਿਆ ਔਰ ਉਹਨੇ ਜਿਹਦੇ ਨਾਲ ਫੀਮੇਲ ਫੀਟੀਸਾਈਡ ਕਰਦੇ ਨੇ ਉਸ ਵਾਲੇ ਚੈਪਟਰ ਨੂੰ ਪੂਰੀ ਤਰ੍ਹਾਂ ਕਾਟ ਮਾਰੀ। ਉਹ ਜਾਗੇ ਹੋਏ ਸਨ ਤਾਂ ਉਹਨਾਂ ਨੇ ਤੁਹਾਨੂੰ ਤੀਜੀ ਬੇਟੀ 'ਤੇ ਵੀ ਤੁਹਾਡਾ ਮੋਰਲ ਡਾਊਨ ਨਹੀਂ ਕੀਤਾ। ਅਤੇ ਮੈਂ ਅੱਜ ਦੀਆਂ ਜਿਹੜੀਆਂ ਮਦਰ ਇਨ ਲਾਅਜ਼ ਨੇ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਜਦੋਂ ਉਹਨਾਂ ਦੀ ਨੂੰਹ ਬੇਟੀ ਜੰਮਦੀ ਹੈ ਤਾਂ ਆਪਣੀ ਨੂੰਹ ਨੂੰ ਕਦੀ ਵੀ ਇਸ ਤਰ੍ਹਾਂ ਡਾਊਨ ਨਾ ਕਰਨ। ਉਹ ਕਦੀ ਉਹਨੂੰ ਨਾ ਕਹਿਣ ਕਿ ਮੈਂ ਆਪਣੇ ਪੁੱਤਰ ਦਾ ਵਿਆਹ ਕਿਸੇ ਹੋਰ ਨਾਲ ਕਰ ਦਿਆਂਗੀ। ਕਦੇ ਇਹ ਧੀਆਂ ਦੇ ਨਾਂ 'ਤੇ ਆਪਣੀ ਨੂੰਹ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਸੋ ਇਹ ਵਿਮਨ ਦੀ ਸ਼ਕਤੀ ਹੋਏਗੀ ਜੇ ਵਿਮਨ ਧੀਆਂ ਨੂੰ ਵੀ ਐਕਸੈਪਟ ਕਰੇ। ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਜਿਸ ਤਰ੍ਹਾਂ ਕਿ ਕਾਰਪੋਰੇਟ ਸੈਕਟਰ 'ਚ ਕੁੜੀਆਂ ਵੀ ਉਹਨਾਂ ਪੜ੍ਹੀਆਂ ਲਿਖੀਆਂ ਹੈ, ਉਹ ਵੀ ਉਹਨਾਂ ਹੀ ਕੰਮ ਸਵੇਰੇ 9 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਕੰਮ ਕਰਦੀਆਂ ਹੈ ਅਤੇ ਬॉयਜ਼ ਵੀ ਇੱਦਾਂ ਹੀ ਕਰਦੇ ਨੇ। ਅਤੇ ਫਿਰ ਐਕਸਪੈਕਟੇਸ਼ਨਸ ਇਹ ਹੁੰਦੀਆਂ ਨੇ ਕਿ ਕੁੜੀ ਘਰ ਆ ਕੇ ਕੰਮ ਵੀ ਕਰੇ। ਇਹਦੇ ਬਾਰੇ ਆਪਣਾ ਕੀ ਵਿਚਾਰ ਹੋ ਸਕਦਾ ਜੀ? ਉਹਦੇ ਦੇ ਨਾਲ ਡਾਈਵੋਰਸ ਕੇਸਿਸ ਵੀ ਜ਼ਿਆਦਾ ਹੋ ਰਹੇ ਨੇ ਅਤੇ ਫਰਸਟ੍ਰੇਸ਼ਨਸ ਵੀ। ਬਹੁਤ ਹਸਬੈਂਡ ਵਾਈਫ ਦੀ ਆਪਸ 'ਚ ਕੋਈ ਉਹਨਾਂ ਦੀ ਇਕੁਏਸ਼ਨ ਨਹੀਂ ਹੈ ਜੀ। ਇਹਨਾਂ ਦੇ ਬਾਰੇ ਆਪਾਂ ਕੀ ਸੋਚ ਸਕਦੇ ਹਾਂ? ਤੁਹਾਡਾ ਨਾਂ ਕੀ ਹੈ? ਤੇਜਿੰਦਰ ਕੌਰ ਜੀ। ਤੇਜਿੰਦਰ ਭੈਣ ਜੀ, ਤੇਜਿੰਦਰ ਕੌਰ ਭੈਣ ਜੀ, ਮੈਂ ਨਹੀਂ ਕਹਿ ਸਕਦਾ ਕਿ ਉਹ ਆ ਕੇ ਰੋਟੀ ਪਕਾਏ।
ਐਟ ਦਾ ਸੇਮ ਟਾਈਮ ਮੈਂ ਵੀ ਨਹੀਂ ਕਹਿ ਸਕਦਾ ਕਿ ਉਹ ਜੌਬ ਤੇ ਨਾ ਜਾਇਆ ਕਰੇ। ਇਹ ਉਸਨੇ ਆਪਣੇ ਪਰਿਵਾਰ ਦੀ ਸਿਚੁਏਸ਼ਨ ਨੂੰ ਦੇਖਦੇ ਹੋਏ ਆਪ ਡਿਸਾਈਡ ਕਰਨਾ ਹੈ ਕਿ ਮੇਰੀ ਤਨਖਾਹ ਕਿਤਨੀ ਲੋੜ ਹੈ, ਮੈਨੂੰ ਕਿਤਨਾ ਕੰਮ ਕਰਨਾ ਚਾਹੀਦਾ ਹੈ, ਕਿ ਮੈਂ ਪੜ੍ਹਾਈ ਕਰ ਗਈ ਹਾਂ ਤਾਂ ਇਹਦਾ ਮਤਲਬ ਇਹ ਜ਼ਰੂਰੀ ਹੈ। ਮੌਲਾਨਾ ਆਜ਼ਾਦ ਕਾਲਜ ਹੈ, ਮੈਡੀਕਲ ਕਾਲਜ, ਉਹਦੇ 'ਚ ਅਸੀਂ 400 ਡਾਕਟਰਸ ਨਾਲ ਡਿਸਕਸ ਕਰ ਰਹੇ ਸੀ ਤਾਂ ਇੱਕ ਤੁਹਾਡੀ ਉਮਰ ਦੀ ਹੀ ਇੱਕ ਡਾਕਟਰ ਉੱਠ ਕੇ ਆਈ ਔਰ ਉਹ ਕਹਿੰਦੀ ਹੈ ਕਿ ਮੇਰਾ ਡੇ ਟਾਈਮ ਤੇ ਪ੍ਰਾਈਵੇਟ ਕਲੀਨਿਕ ਸੀ ਔਰ ਇਸ ਤੋਂ ਇਲਾਵਾ ਮੈਂ ਇੱਕ ਦੋ ਹੋਰ ਕਲੀਨਿਕ ਸੀ, ਸਵੇਰੇ ਸ਼ਾਮ ਜਾਂਦੀ ਸੀ। ਮੇਰੀ ਮਦਰ ਇਨ ਲਾ ਇਗਨੋਰ ਹੁੰਦੀ ਸੀ ਔਰ ਮੇਰੇ ਪਤੀ ਨਾਲ ਝਗੜਾ ਹੁੰਦਾ ਸੀ। ਤਾਂ ਮੈਂ ਆਪਣਾ ਇੱਕ ਭੁਲੇਖਾ ਕੱਢਿਆ ਕਿ ਤੂੰ ਇਹ ਕਰਨਾ ਜ਼ਰੂਰੀ ਇਸ ਕਰਕੇ ਹੈ ਕਿਉਂਕਿ ਤੂੰ ਮੈਡੀਕਲ ਪੜ੍ਹ ਗਈ ਹੈ ਜਾਂ ਤੂੰ ਘਰ ਦੇ ਵੀ ਬਿਮਾਰ ਮਰੀਜ਼ਾਂ ਨੂੰ ਠੀਕ ਕਰ ਸਕਦੀ ਹੈ। ਤਾਂ ਕਹਿੰਦੀ ਹੈ ਮੈਂ ਚੂਜ਼ ਕੀਤਾ ਕਿ ਮੈਂ ਆਪਣਾ ਘਰ ਵਸਾਉਣਾ ਹੈ ਅਤੇ ਆਪਣਾ ਝਗੜਾ ਨਹੀਂ ਕਰਨਾ, ਅਤੇ ਉਹਨੇ ਆਪਣੀ ਜੌਬ ਛੱਡ ਦਿੱਤੀ। ਪਰ ਉਹਦਾ ਐਗਜ਼ਾਮਪਲ ਮੈਂ ਇਸ ਕਰਕੇ ਨਹੀਂ ਦਿੱਤਾ ਸਾਰੀਆਂ ਬੀਬੀਆਂ ਜੌਬ ਛੱਡ ਦੇਣ, ਮੈਂ ਨਹੀਂ ਕਹਿ ਸਕਦਾ। ਪੜ੍ਹਾਈ ਕੀਤੀ ਹੈ ਉਹ ਜੌਬ ਕਰਨ, ਉਹ ਆਪਣੀ ਆਪਣੀ ਸਿਚੁਏਸ਼ਨ ਵਿੱਚ ਦੇਖਣ ਕਿ ਵਾਟ ਇਜ਼ ਵਾਈਜ਼, ਐਡਵਾਈਜ਼ੇਬਲ ਕੀ ਹੈ। ਪਰ ਉਹ ਕਿੱਥੋਂ ਮੈਡੀਕਲ ਸਾਇੰਸ ਨੂੰ ਪੁੱਛ ਲੈਣ ਕਿ ਘਰ ਰੋਟੀ ਪਕਾ ਕੇ ਖਾਣੀ ਅੱਛੀ ਹੈ ਜਾਂ ਮੈਂ ਤਾਂ ਜੌਬ 'ਤੇ ਜ਼ਰੂਰ ਜਾਵਾਂਗੀ, ਭਾਵੇਂ ਅਸੀਂ ਰੋਜ਼ ਰੋਟੀ ਪੱਕੀ ਹੋਈ ਬਾਹਰੋਂ ਮੰਗਾ ਲਿਆ ਕਰਾਂਗੇ। ਬੜੇ ਲੋਕੀ ਬਾਹਰੋਂ ਮੰਗਾ ਰਹੇ ਨੇ, ਉਹ ਜਿਉਂ ਹੀ 9 ਵਜੇ ਪਹੁੰਚਦੀ ਹੈ, ਪਤੀ ਵੀ 9 ਵਜੇ ਪਹੁੰਚਦਾ ਹੈ, ਤਾਂ ਉਹਨਾਂ ਨੇ ਔਨਲਾਈਨ ਆਰਡਰ ਕੀਤਾ ਹੁੰਦਾ, ਰੋਟੀ ਪਹੁੰਚ ਜਾਂਦੀ ਹੈ। ਪਰ ਐਸੀਆਂ ਵੀ ਸਿਆਣੀਆਂ ਨੇ ਉਹ ਸਲੋ ਕੁੱਕਰ 'ਤੇ ਸਵੇਰੇ 8 ਵਜੇ ਦਾਲ ਰੱਖ ਜਾਂਦੀਆਂ ਨੇ, ਉਹਨੂੰ ਪਤਾ ਮੈਂ ਸ਼ਾਮੀ 8 ਵਜੇ ਆਵਾਂਗੀ, 8 ਵਜੇ ਤੱਕ ਇਹ ਦਾਲ ਬਣ ਜਾਏਗੀ। ਪੁਰਾਣੇ ਜ਼ਮਾਨੇ ਵਾਲੀ 5-6 ਘੰਟੇ ਕੁੰਨੀ ਵਿੱਚ ਰੱਖ ਕੇ ਦਾਲ ਬਣਾ ਲੈਂਦੀ ਸੀ। ਸਾਰੇ ਸਿਸਟਮਸ ਅਡਾਪਟ ਕੀਤੇ ਜਾ ਸਕਦੇ ਨੇ ਜੇ ਤਾਂ ਉਹ ਖੁਦ ਕੁਕਿੰਗ ਕਰਨਾ ਚਾਹੁੰਦੀ ਹੈ। ਸਾਰੇ ਸਿਸਟਮਸ ਨੂੰ ਅਵੋਇਡ ਕੀਤਾ ਜਾ ਸਕਦਾ ਜੇ ਉਹ ਪੱਕੀ ਪਕਾਈ ਮੰਗਾਉਣਾ ਚਾਹੁੰਦੀ ਹੈ। ਪਰ ਜੇ ਉਹ ਇਹ ਕੁਐਸਚਨ ਨੂੰ ਸਾਹਮਣੇ ਸਿਰਫ ਇੰਝ ਰੱਖ ਦੇ ਕਿ ਤੂੰ ਵੀ ਕੰਮ 'ਤੇ ਗਿਆ, ਮੈਂ ਵੀ ਕੰਮ 'ਤੇ ਗਈ, ਤੂੰ ਵੀ ਸਟ੍ਰੈਸ ਵਿੱਚ ਆਇਆ, ਮੈਂ ਵੀ ਆਈ, ਤੂੰ ਵੀ ਟ੍ਰੈਫਿਕ ਜੈਮ ਵਿੱਚ ਆਇਆ, ਮੈਂ ਵੀ ਆਈ, ਮੈਂ ਹੁਣ ਆ ਕੇ ਪਕਾਵਾਂ ਕਿਉਂ, ਤਾਂ ਸਿਹਤ ਵੀ ਖਰਾਬ ਹੋਏਗੀ, ਝਗੜਾ ਵੀ ਹੋਏਗਾ, ਤਲਾਕ ਵੀ ਹੋਏਗਾ, ਬੱਚਿਆਂ ਦੀ ਸਿਹਤ ਵੀ ਖਰਾਬ ਹੋਏਗੀ, ਘਰ ਅਨਰੈਸਟ ਵੀ ਹੋਏਗਾ। ਜਿਹੜਾ ਤਾਂ ਸਿਆਣਾ ਪਤੀ ਹੋਏਗਾ ਉਹਨੂੰ ਕਹੇਗਾ ਆ ਦੇਖ ਤੂੰ ਮੂਲੀ ਕੱਟ, ਮੈਂ ਪਿਆਜ਼ ਕੱਟ ਦਿੰਦਾ, ਤੂੰ ਤਵਾ ਰੱਖ, ਮੈਂ ਆਟਾ ਗੁੰਨ ਦਿੰਦਾ, ਤੂੰ ਸਬਜ਼ੀ ਰੱਖ, ਮੈਂ ਬੱਚਿਆਂ ਨੂੰ ਬਿਠਾਉਂਦਾ, ਤੂੰ ਫੁਲਕਾ ਲਾ, ਮੈਂ ਪਲੇਟਾਂ ਲਗਾ ਦਿੰਦਾ, ਤਾਂ ਤੇ ਉਹਦਾ ਮਨ ਵੀ ਜਿੱਤ ਸਕਦਾ ਹੈ। ਲੇਕਿਨ ਜੇ ਉਹ ਨਾ ਜਿੱਤੇ ਤਾਂ ਵੀ ਉਸੇ ਨੂੰ ਡਿਸਾਈਡ ਕਰਨਾ ਹੈ, ਵਾਈਜ਼ਲੀ ਜੁਡੀਸ਼ੀਅਸਲੀ ਸੋਚਣਾ ਹੈ ਕਿ ਮੈਂ ਟੱਬਰ ਨੂੰ ਬੰਨ੍ਹ ਕੇ ਕਿਸ ਤਰ੍ਹਾਂ ਰੱਖ ਸਕਦੀ ਹਾਂ, ਕਿ ਮੇਰੀ ਜੌਬ ਜ਼ਿਆਦਾ ਜ਼ਰੂਰੀ ਹੈ ਜਾਂ ਮੇਰੀ ਮੈਰਿਜ ਜਾਂ ਮੇਰੇ ਬੱਚੇ ਜਾਂ ਸਾਡੀ ਸਭ ਦੀ ਸਿਹਤ। ਠੀਕ ਹੈ, ਪਰ ਮੈਂ ਨਹੀਂ ਕਹਿ ਸਕਦਾ ਉਹ ਜੌਬ ਛੋੜ ਦੇਵੇ, ਮੈਂ ਨਹੀਂ ਕਹਿ ਸਕਦਾ ਉਹ ਆ ਕੇ ਰੋਟੀ ਜ਼ਰੂਰ ਪਕਾਇਆ ਕਰੇ, ਮੈਂ ਨਹੀਂ ਕਹਿ ਸਕਦਾ ਕਿ ਉਹ ਬਾਹਰੋਂ ਮੰਗਾ ਲਿਆ ਕਰੇ। ਕਿਉਂਕਿ ਅੱਜ ਕੱਲ੍ਹ ਬੜੀ ਜ਼ਬਰਦਸਤ ਪ੍ਰੋਬਲਮ ਆ ਰਹੀ ਹੈ ਅੱਜ ਦੇ ਆਪਣੇ ਸਮਾਜ। ਹਾਂਜੀ, ਇਟ ਮੀਨਸ ਕਿ ਫਿਰ ਕੁੜੀਆਂ ਨੂੰ ਹੀ ਐਡਜਸਟ ਜੇ ਕਰ ਲੈਣਗੀਆਂ ਤਾਂ ਬੈਟਰ ਹੈ, ਨਹੀਂ ਤਾਂ ਫਿਰ ਹੈਲਥ ਹੈ ਹੀ। ਮੈਂ ਇੱਕ ਵਾਰੀ ਅਮਰੀਕਾ ਦੀ ਆਪਣੀ ਐਗਜ਼ਾਮਪਲ ਦਿੱਤੀ ਸੀ। ਮੇਰੇ ਘਰ ਮੇਰੀ ਸਿਸਟਰ ਦੀ ਬੇਟੀ, ਉਹ ਕਹਿੰਦੀ ਪਿੰਦਰ ਮਾਮਾ ਅੱਜ ਕੱਲ੍ਹ ਕੋਈ ਫੁਲਕੇ ਨਹੀਂ ਪਕਾਉਂਦਾ, ਕੋਈ ਤਵਾ ਰੱਖ ਕੇ ਉਹਦੇ ਕੋਲ ਨਹੀਂ ਖੜਾ ਹੁੰਦਾ। ਆਈ ਸੈਡ ਓਕੇ। ਉਹਦਾ ਵਿਆਹ ਹੋ ਗਿਆ। ਵਿਆਹ ਹੋਣ ਤੋਂ ਬਾਅਦ ਉਹ ਕੰਮ ਕਰਦੀ ਸੀ, ਉਹਨਾਂ ਨੇ ਬਾਹਰੋਂ ਕਦੀ ਪੀਜ਼ਾ ਮੰਗਾ ਲੈਣਾ, ਕਦੀ ਘਰ, ਕਦੇ ਬਾਹਰ ਖਾਣ ਚਲੇ ਜਾਣਾ। ਉਹਦਾ ਬੱਚਾ ਹੋਇਆ ਤਾਂ ਬੱਚੇ ਨੂੰ ਆਪਣੀ ਫੀਡ ਤੋਂ ਇਲਾਵਾ ਜਿਹੜੀ ਰੋਟੀ ਖਵਾਉਣੀ ਹੁੰਦੀ ਹੈ, ਉਹ ਵਾਲਾ ਸਮਾਂ ਜਦੋਂ ਆਇਆ, ਥੋੜ੍ਹੇ ਦਿਨ ਬਾਅਦ ਉਹਨੂੰ ਅੰਦਰੋਂ ਜਿਹੜੇ ਅੰਦਰ ਦੀ ਆਵਾਜ਼ ਆਈ, ਜਿਹਨੂੰ ਅਸੀਂ ਤੁਰਕੀ ਬਾਣੀ ਕਹਿੰਦੇ ਹਾਂ, ਜਿਸ ਨੂੰ ਅਸੀਂ ਖੁਦਾਈ ਪੈਗਾਮ ਕਹਿੰਦੇ ਹਾਂ। ਇਹ ਆਵਾਜ਼ ਆਈ ਕਿ ਮੈਂ ਸਾਫ਼ ਰੋਟੀ ਘਰ ਪਕਾ ਸਕਦੀ ਹਾਂ, ਬੱਚੇ ਨੂੰ ਮਰਜ਼ੀ ਨਾਲ ਸਬਜ਼ੀ ਖਵਾ ਸਕਦੀ ਹਾਂ, ਖਿਚੜੀ ਖਵਾ ਸਕਦੀ ਹਾਂ, ਉਸ ਤਰੀਕੇ ਦੀ ਸਫਾਈ ਨਾਲ ਨਹੀਂ ਮਿਲੇਗੀ, ਮੇਰੇ ਬੱਚੇ ਦੀ ਸਿਹਤ ਠੀਕ ਰਹੇਗੀ। ਹੁਣ ਉਹ ਪਕਾਉਂਦੀ ਹੈ, ਉਹਨੂੰ ਕਿਸੇ ਨੇ ਕਿਹਾ ਨਹੀਂ, ਹੁਣ ਉਹ ਪਕਾਉਂਦੀ ਹੈ। ਅਲਟੀਮੇਟਲੀ ਜੇ ਇਹ ਬੈਸਟ ਰਿਜ਼ਲਟ ਹੈ, ਅਲਟੀਮੇਟਲੀ ਜੇ ਬੈਸਟ ਫॉर ਹੈਲਥ ਹੈ, ਤਾਂ ਇਸਤਰੀ ਨੂੰ ਸੋਚਣਾ ਹੀ ਪਏਗਾ ਕਿ ਅਸੀਂ ਕੀ ਕਰੀਏ। ਆਡਾ ਲਾ ਕੇ ਪ੍ਰੋਟੈਸਟ ਕਰਕੇ ਮਰਦ ਨਾਲ ਸਾਡਾ ਨੁਕਸਾਨ ਹੋ ਜਾਏਗਾ।
ਪਰ ਉਹੀ ਅੱਜ ਦੀ ਜਨਰੇਸ਼ਨ ਹੋਈ ਆ ਵੀ ਅਸੀਂ ਕਿਉਂ ਕਰੀਏ, ਅਸੀਂ ਕਿਸ ਤਰ੍ਹਾਂ ਕਰੀਏ, ਉਹੀ ਹਾਂ, ਉਹ ਜਨਰੇਸ਼ਨ। ਅਸੀਂ ਪਿਛਲਾ ਸੈਮੀਨਾਰ ਹੀ ਇਹੀ ਕੀਤਾ ਸੀ, ਪੜ੍ਹਿਆ ਮੂਰਖ ਆ ਕੇ ਜਿਸ ਲਵ ਲੋਭ ਹੰਕਾਰ, ਸਾਡੇ ਅੰਦਰ ਲਵ ਲੋਭ ਹੰਕਾਰ ਆ ਗਿਆ ਨਾ, ਹੁਣ ਗਿਆਨ ਖੜਗ ਅਸੀਂ ਯੂਜ਼ ਨਹੀਂ ਕਰ ਪਾ ਰਹੇ ਹਾਂ। ਹੁਣੇ ਮੈਂ ਪੰਕਤੀ ਦਾ ਇਹੀ ਕਨਸੈਪਟ ਲਿਆ, ਲੋਭ ਲਹਿਰ ਸਭ ਸਵਾਨ ਹਲਕ ਹੈ। ਸਵਾਨ ਹਲਕ ਹੁੰਦਾ ਹੈ ਹਲਕੇ ਕੁੱਤੇ ਵਾਂਗੂ ਭੌਂਕਣਾ, ਵੱਢਣਾ, ਉਸ ਵੈਸਾ ट्रीट करना, ਇਹ ਲੋਭ ਲਹਿਰ ਹੈ। ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕਿਓ ਸਭ ਹੈ ਬਿगारे, ਸਾਰੀ ਗੜਬੜ ਹੋਏਗੀ। ਮੇਰੇ ਠਾकुर के दीवान खबर ਹੋਈ, ਗੁਰ ਗਿਆਨ ਖੜਗ ਸਭ ਮਾਰੇ। ਇਹ ਵਿਜ਼ਡਮ ਦੇ ਨਾਲ ਲੈ ਕੇ ਉਸ ਇਸਤਰੀ ਨੂੰ ਸੋਚਣਾ ਹੈ ਕਿ ਮੈਂ ਜੌਬ ਬਰਕਰਾਰ ਰੱਖਾਂ ਜਾਂ 9 ਦੇ ਬਦਲੇ 7 ਵਜੇ ਆ ਜਾਇਆ ਕਰਾਂ, ਜਾਂ ਮੈਂ ਕੋਈ ਹੋਰ ਜੌਬ ਕਰ ਲਾਂ, ਡੇ ਟਾਈਮ ਵਿੱਚ ਕਰ ਲਵਾਂ। ਕਈ ਬੀਬੀਆਂ ਕਹਿੰਦੀਆਂ ਨਾ, ਵੀਰ ਜੀ ਮੈਨੂੰ ਨਾ ਜੌਬ ਤੇ ਚਾਹੀਦੀ ਹੈ, ਕਿਧਰੇ ਗੱਲ ਕਰਾ ਦੇਣਾ, ਪਰ ਮੈਂ ਈਵਨਿੰਗ ਆਵਰਸ ਨਹੀਂ ਕਰਨਾ ਚਾਹੁੰਦੀ, ਮੈਂ 2 ਵਜੇ ਘਰ ਆਉਣਾ ਚਾਹੁੰਦੀ ਹਾਂ, ਮੇਰਾ ਬੱਚਾ ਸਕੂਲੋਂ ਆ ਜਾਏਗਾ। ਉਹਨੂੰ ਕੌਣ ਕਹਿੰਦਾ? ਉਹਦੀ ਮਦਰਹੁੱਡ ਕਹਿੰਦੀ ਹੈ। ਜੇ ਕੋਈ ਕਿਸੇ ਨੂੰ ਪਕੜ ਕੇ ਕਵੇ ਕਿ ਤੂੰ 2 ਵਜੇ ਤੋਂ ਬਾਅਦ ਜੌਬ ਨਹੀਂ ਕਰਨੀ ਤਾਂ ਉਹ ਨਹੀਂ ਮੰਨੇਗੀ। ਸੋ ਇਹ ਇੰਡੀਵਿਜੂਅਲ 'ਤੇ ਡਿਪੈਂਡ ਹੈ, ਪਰ ਸਮਾਜ ਦੇ ਅੰਦਰ ਇਹ ਗਲਤ ਪ੍ਰਥਾ ਚੱਲ ਰਹੀ ਹੈ ਕਿ ਅਸੀਂ ਕੁਕਿੰਗ ਛੋੜ ਰਹੇ ਹਾਂ, ਬਿਮਾਰੀਆਂ ਵੱਧ ਰਹੀਆਂ, ਕੈਂਸਰ ਵੱਧ ਰਿਹਾ ਹੈ, ਅਨਹਾਈਜੀਨਿਕ ਫੂਡ ਜ਼ਿਆਦਾ ਖਾ ਰਹੇ ਹਾਂ, ਮਿਲਾਵਟ ਵਾਲਾ ਔਰ ਗੰਦਾ ਫੂਡ ਜ਼ਿਆਦਾ ਖਾ ਰਹੇ ਹਾਂ। ਠੀਕ ਹੈ ਜੀ, ਥੈਂਕਸ ਫॉर ਸ਼ੇਅਰਿੰਗ। ਹੁਣੇ ਭੈਣ ਜੀ ਇੰਦਰ ਰਾਜ ਕੌਰ ਜੀ ਨੇ ਇੱਕ ਗੱਲ ਕਹੀ ਕਿ ਲੜਕੀਆਂ ਵਾਲੇ ਕੰਪੈरेटिवली ਲੜਕਿਆਂ ਵਾਲਿਆਂ ਤੋਂ ਥੋੜਾ ਜਿਹਾ ਸੁਖੀ ਹੈ, ਪਰ ਮਾਫ ਕਰਨਾ, ਮੈਂ ਇਸ ਚੀਜ਼ ਨਾਲ ਅਗਰੀ ਨਹੀਂ ਕਰਦੀ, ਕਿਉਂਕਿ ਜੇ ਅਸੀਂ ਵਾਕਈ ਆਪਾਂ ਸੇ ਸਾਰੇ ਗੁਰਮਤ ਨੂੰ ਮੰਨਣ ਵਾਲੇ ਬੈਠੇ ਹੋਏ ਹਾਂ, ਤੇ ਅਕੋਰਡਿੰਗ ਟੂ ਗੁਰਬਾਣੀ, ਸੋ ਸੁਖੀਆ ਜਿਸ ਨਾਮ ਆਧਾਰ। ਸੁਖੀਆ ਉਹੀ ਹੈ ਜਿਹਦੇ ਅੰਦਰ ਉਹ ਭਾਵੇਂ ਬੱਚੀਆਂ ਤੇ ਭਾਵੇਂ ਬੱਚੇ ਹੈ। ਕਈ ਬੱਚੀਆਂ ਵਾਲੇ ਵੀ ਬੜੇ ਦੁਖੀ ਹੈ ਤੇ ਕਈ ਬੱਚਿਆਂ ਵਾਲੇ ਵੀ ਬੜੇ ਸੁਖੀ ਹੈ। ਸ਼ਰਤ ਇਹ ਹੈ ਕਿ ਅਸੀਂ ਅਕੋਰਡਿੰਗ ਟੂ ਗੁਰਬਾਣੀ, ਅਕੋਰਡਿੰਗ ਟੂ ਗੁਰੂ ਨਾਨਕ ਆਈਡੀਓਲੋਜੀ ਅਸੀਂ ਆਪਣੀ ਲਾਈਫ ਜੀ ਰਹੇ ਹਾਂ। ਔਰ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਮਦਰ ਦਾ ਹੈ ਕਿ ਉਹ ਆਪਣੇ ਦੋਨਾਂ ਬੱਚਿਆਂ ਨੂੰ, ਭਾਵੇਂ ਉਹ ਮੇਲ ਹੈ ਭਾਵੇਂ ਫੀਮੇਲ ਹੈ, ਦੋਨਾਂ ਨੂੰ ਕਿਸ ਤਰ੍ਹਾਂ ਦੀ ਪਰਵਰਿਸ਼ ਦੇ ਰਹੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਬੱਚਿਆਂ ਨੂੰ ਪੇਸ਼ੈਂਸ ਸਿਖਾਣੀ ਹੈ, ਕਿਉਂ? ਬੱਚੇ ਨੂੰ ਵੀ ਪੇਸ਼ੈਂਸ ਸਿਖਾਣੀ ਹੈ। ਇਹ ਜੋ ਚੀਜ਼ਾਂ ਹੈਗੀਆਂ ਨਾ, ਇਹ ਮੇਲ ਔਰ ਫੀਮੇਲ, ਦੀਜ਼ ਆਰ ਕਾਸਟਿਊਮਸ। ਜੋ ਸਾਨੂੰ ਪਰਮਾਤਮਾ ਦੇ ਜੋ ਗੁਣ ਮਿਲੇ ਹੋਏ ਹੈ, ਸਤ ਸੰਤੋਖ ਦਇਆ ਧਰਮ ਧੀਰਜ, ਸਭ ਵਿੱਚ ਹੈ। ਔਰ ਅਪਲਿਫਟ ਹੋਣ ਵਾਸਤੇ ਅਸੀਂ ਗੁਰਬਾਣੀ ਪੜ੍ਹਦੇ ਹਾਂ, ਤੇ ਅਪਲਿਫਟ ਹੋਣਾ ਕੀ ਬੱਚੇ ਦਾ ਉਹਦੀ ਉਹ ਨਹੀਂ ਹੈਗੀ, ਉਹਦਾ ਵੀ ਤਾਂ ਹੱਕ ਹੈ ਕਿ ਉਹ ਵੱਡਾ ਹੋਏ, ਉਹਦੇ ਵਿੱਚ ਵੀ ਪੇਸ਼ੈਂਸ। ਔਰ ਜੇ ਦੋਨਾਂ ਵਿੱਚੋਂ ਇੱਕ ਦੇ ਵਿੱਚ ਵੀ ਪੇਸ਼ੈਂਸ ਹੈ ਤੇ ਕਦੀ ਲੜਾਈ ਝਗੜੇ ਹੋਣਗੇ ਹੀ ਨਹੀਂ। ਪ੍ਰੋਬਲਮ ਇਹ ਹੈ ਕਿ ਜਿੱਥੇ ਵੀ ਈਗੋ ਹੈ, ਅਸਲ ਵਿੱਚ ਅਸੀਂ ਈਗੋ ਨੂੰ ਸੈਲਫ ਰਿਸਪੈਕਟ ਦਾ ਨਾਂ ਦੇ ਦਿੱਤਾ। ਸੈਲਫ ਰਿਸਪੈਕਟ ਬੜੀ ਵਧੀਆ ਚੀਜ਼ ਹੈ, ਔਰ ਜੇ ਕਿਤੇ ਸਾਨੂੰ ਸੈਲਫ ਰਿਸਪੈਕਟ ਕਰਨੀ ਆ ਜਾਏ, ਭਾਵੇਂ ਉਹ ਮੇਲ ਹੈ ਭਾਵੇਂ ਫੀਮੇਲ ਹੈ, ਸੈਲਫ ਰਿਸਪੈਕਟ ਦਾ ਮਤਲਬ ਹੈ ਆਪਣੀ ਰਿਸਪੈਕਟ। ਮੈਂ ਜੋ ਵੀ ਐਕਸ਼ਨ ਕਰਦਾ ਉਹ ਮੈਨੂੰ ਸ਼ਾਬਾਸ਼ੀ ਜੇ ਦਿੰਦੀ ਹੈ ਨਾ, ਜੇ ਮੇਰੀ ਮਤਲਬ ਜੇ ਫੀਮੇਲ ਜਾਂ ਬੱਚੀ ਗੁੱਸੇ 'ਚ ਆ ਗਈ ਔਰ ਪੁੱਤਰ ਉਸ ਵੇਲੇ ਸਮਾਈਲ ਦੇ ਦਿੱਤੀ, ਉਹਦੀ ਪੇਸ਼ੈਂਸ ਨੇ ਘਰ ਦੇ ਵਿੱਚ ਸ਼ਾਂਤੀ ਬਣਾ ਦਿੱਤੀ। ਇਹ ਵਾਈਸ ਵਰਸ ਚੱਲਣਾ। ਇਹ ਆਪਾਂ ਇੱਕ ਚੀਜ਼ ਨੂੰ ਅਸੀਂ ਇਹ ਨਹੀਂ ਕਹਿ ਸਕਦੇ, ਔਰ ਜੇ ਇਹ ਪੇਸ਼ੈਂਸ ਦੋਨਾਂ ਵਿੱਚ ਹੈਗੀ ਹੈ ਜਾਂ ਇੱਕ ਵਿੱਚ ਵੀ ਆ ਗਈ, ਤੇ ਔਰ ਇਹ ਮਦਰ ਦਾ ਹੈ, ਜੇ ਉਹਨੇ ਬੱਚੀ ਨੂੰ ਦੇ ਦਿੱਤੀ ਤੇ ਉਹ ਅਗਲਾ ਘਰ ਸਵਾਰ ਦੇਗੀ, ਜੇ ਬੱਚੇ ਨੂੰ ਦੇ ਦਿੱਤੀ ਤਾਂ ਆਪਣਾ ਇਹ ਵਾਲਾ ਘਰ ਸਵਾਰ ਲੇਗਾ, ਉਹਨੂੰ ਸੰਭਾਲ ਲੇਗਾ, ਉਹਨੂੰ ਟੁੱਟਣ ਨਹੀਂ ਦੇਗਾ। ਔਰ ਮਾਂ ਪਿਓ ਨੂੰ ਕਦੀ ਇਹ ਚਿੰਤਾ ਨਹੀਂ ਹੋਏਗੀ ਕਿ ਸਾਡੇ ਬੱਚਿਆਂ ਦੇ ਵਿੱਚ ਕੱਲ੍ਹ ਨੂੰ ਕੋਈ ਤਲਾਕ ਵਾਲੀ ਨੌਬਤ ਆ ਜਾਏਗੀ, ਜਾਂ ਇਹ ਸਮਾਜ ਦੇ ਕੋਈ ਐਸੇ ਕੰਮ ਦੇ ਪਿੱਛੇ ਕੋਈ ਦਾਜ ਵਾਲੀ ਜਾਂ ਉਹ ਵਾਲੀ, ਉਹਦੇ ਵੱਲੋਂ ਬਿਲਕੁਲ ਨਿਸ਼ਚਿੰਤ ਹੋ ਜਾਣਗੇ। ਔਰ ਜੇ ਘਰ ਦੇ ਵਿੱਚ ਕੋਈ ਚੀਜ਼ ਨਹੀਂ ਬਣੀ, ਲੇਟ ਹੋ ਗਈ ਕਿਸੇ ਕਾਰਨ ਕਰਕੇ, ਜੇ ਬੱਚੇ 'ਚ ਪੇਸ਼ੈਂਸ ਹੈਗੀ ਹੈ, ਉਹ ਚੁੱਪ ਕਰਕੇ ਬੈਠ ਗਿਆ। ਜੋ ਨਹੀਂ ਵੀ ਬਣਾ ਰਿਹਾ, ਮੈਂ ਇਹਦਾ ਐਗਜ਼ਾਮਪਲ ਦੇ ਦੀ ਹਾਂ, ਮੈਂ ਆਪਣੇ ਘਰ ਦਾ, ਮੇਰੇ ਮਦਰ ਇਨ ਲਾਅ ਦੇ 4 ਬੱਚੇ ਹੈ,
ਔਰ ਚਾਰੋਂ ਬੱਚਿਆਂ ਦੀ ਇਹ ਖਾਸੀਅਤ ਹੈ, ਅੱਜ ਤੱਕ ਸਾਡੀ ਫੈਮਿਲੀ ਦੇ ਵਿੱਚ ਕਦੀ ਵੀ ਰੋਟੀ ਲੇਟ ਮਿਲੀ ਨਹੀਂ ਮਿਲੀ, ਉਹਦੇ ਨਮਕ ਘੱਟ ਵੱਧ ਹੋ ਗਿਆ, ਇਹਦੇ ਪਿੱਛੇ ਅੱਜ ਤੱਕ ਕਦੀ ਸਾਡੇ ਘਰ ਦੇ ਵਿੱਚ ਕੋਈ ਗੱਲ ਨਹੀਂ ਹੋਈ ਜਾਂ ਕਦੀ ਕੋਈ ਉੱਚੀ ਨੀਵੀਂ ਕਿਸੇ ਨੇ ਬੋਲੀ ਹੋਵੇ। ਮੈਂ ਬਹੁਤ ਉਹਨਾਂ ਦੀ ਗ੍ਰੇਟਨੈਸ ਹੈ ਸਭ ਦੀ। ਅਸੀਂ ਕਦੀ ਵੀ ਕਹਿ ਦਿੰਦੇ ਕਿ ਕਦੀ ਤਾਂ ਬੋਲ ਦਿਆ ਕਰੋ, ਲੇਕਿਨ ਉਹ ਨਹੀਂ ਬੋਲਦੇ। ਕਿਉਂ? ਇਹ ਸਾਡੇ ਮੰਮੀ ਮੇਰੇ ਮਦਰ ਇਨ ਲਾ ਫਾਦਰ ਇਨ ਲਾ ਦੀ ਜਿਹੜੀ ਉਹਨਾਂ ਨੂੰ ਦਿੱਤੀ ਹੋਈ ਪਰਵਰਿਸ਼, ਉਹਨਾਂ ਨੂੰ ਬਾਣੀ ਦੇ ਨਾਲ ਸਿਰਫ ਜੋੜਿਆ ਨਹੀਂ, ਉਹਨਾਂ ਨੇ ਬਾਣੀ ਨੂੰ ਸਮਝਾਇਆ। ਗੁਰਬਾਣੀ ਬਣੀਏ ਵਾਲੇ ਉਹਨਾਂ ਨੂੰ ਜਿਹੜੇ ਆਸਪੈਕਟ ਸੀ ਉਹ ਸਮਝਾਇਆ, ਜਿਹਦੇ ਕਰਕੇ ਰੱਬ ਦੀ ਮਿਹਰ ਨਾਲ ਸਾਰੇ ਆਪਣੇ ਘਰ ਦੇ ਵਿੱਚ ਬਹੁਤ ਸੁਖੀ, ਔਰ ਅਸੀਂ ਸਾਰਿਆਂ ਦਾ ਬਹੁਤ ਪਿਆਰ ਹੈ। ਅੱਗੋਂ ਬੱਚਾ ਵੀ ਮੇਰਾ, ਮੈਨੂੰ ਜਦੋਂ ਉਹਨਾਂ ਨੇ ਇਹ ਗੱਲ ਕਹੀ ਬੱਚਿਆਂ ਵਾਲੇ, ਤਾਂ ਮੈਂ ਬੜੀ ਹਰਟ, ਕਿਉਂਕਿ ਅੱਜ ਮੇਰਾ ਬੱਚਾ ਕਈ ਵਾਰੀ ਮੈਨੂੰ ਸਮਝਾਉਣ ਦਿੰਦਾ, ਨਹੀਂ ਮੰਮਾ ਪੇਸ਼ੈਂਸ, ਬਸ ਨਹੀਂ, ਇਹ ਆਪਣਾ ਗੁਣ ਨਹੀਂ, ਇਹ ਨੈਚੁਰਲ ਗੁਣ ਨਹੀਂ ਹੈ, ਸਾਡਾ ਪ੍ਰੇਮ ਵਾਲਾ ਗੁਣ ਹੈ। ਸੋ ਇਹ ਸਾਨੂੰ ਕੋਸ਼ਿਸ਼ ਕਰਨੀ ਅਸੀਂ ਆਪ ਬਾਣੀ ਨਾਲ ਜੁੜੀਏ, ਔਰ ਜਿੱਥੇ ਬੱਚੀ ਨੂੰ ਅਸੀਂ ਸਿੱਖਿਆ ਦੇਣੀ ਹੈ ਉੱਥੇ ਉਹੀ, ਕਿਉਂਕਿ ਅਸੀਂ ਸੋਲਸ ਹਾਂ, ਔਰ ਸੋਲ ਦੋਨਾਂ ਵਾਸਤੇ ਇੱਕੋ ਹੀ ਹੁਕਮ ਗੁਰਬਾਣੀ ਨੇ ਦਿੱਤਾ ਹੈ। ਦਵੱਲੀ ਤੁਕ, ਹਰ ਤੁਕ ਦਵੱਲੀ ਹੈ, ਕੋਈ ਇੱਕ ਉੱਥੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ। ਉਹ ਜੀਵ ਆਤਮਾ ਵਾਸਤੇ ਗੱਲ ਕਹੀ ਗਈ ਹੈ, ਉਹ ਬੱਚੀ ਜਾਂ ਬੱਚੇ ਵਾਸਤੇ ਨਹੀਂ ਕਹੀ। ਇਸ ਕਰਕੇ ਹਰ ਜੀਵ ਆਤਮਾ ਨੂੰ ਉੱਤੇ ਉੱਠਣ ਦਾ ਹੱਕ ਹੈ, ਔਰ ਉਹ ਉੱਤੇ ਉੱਠਣ ਵਾਸਤੇ ਅਸੀਂ ਤਾਂ ਹੀ ਕਿਸੇ ਨੂੰ ਉਠਾ ਸਕਾਂਗੇ ਜੇ ਅਸੀਂ ਆਪ ਉਸ ਲੈਵਲ, ਜਿਸ ਲੈਵਲ 'ਤੇ ਅਸੀਂ ਹਾਂ ਉਹਦੇ ਤੋਂ ਉੱਤੇ ਨਹੀਂ। ਬਾਕੀ ਅਗਲੇ ਦੀ ਆਪਣੀ ਹਿੰਮਤ ਹੈਗੀ ਹੈ, ਅਗਲੇ ਦੀ ਆਪਣੀ ਪ੍ਰੈਕਟਿਸ ਹੈ ਕਿ ਉਹ ਕਿੰਨਾ ਅਪਲਿਫਟ ਹੁੰਦਾ ਹੈ। ਤੁਹਾਡਾ ਨਾਮ ਕੀ ਹੈ? ਹਰਜੀਤ ਕੌਰ ਜੀ। ਹਰਜੀਤ ਕੌਰ ਜੀ, ਥੈਂਕਸ ਫॉर ਸ਼ੇਅਰਿੰਗ। ਮੈਮ ਜੀ, ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਜੀ ਕੀ ਵੀਰ ਜੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਸੰਗਤ ਨੂੰ ਵੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਕੇਵਲ 2 ਮਿੰਟ ਤੁਹਾਡੇ ਲੈਣੇ ਹਨ। ਸਮਾਜ ਦਾ ਇਸ ਸਮੇਂ ਇੱਕ ਦੁੱਖ ਦੀ ਰਗ ਹੈ ਵੀ ਪਹਿਲਾਂ ਤਾਂ ਬੱਚਿਆਂ ਦੇ ਰਿਸ਼ਤੇ ਕਰਨ 'ਚ ਪ੍ਰੋਬਲਮ ਆ ਰਹੀ ਹੈ, ਉਸ ਤੋਂ ਬਾਅਦ ਮਹਿੰਗੇ ਵਿਆਹ ਸ਼ਾਦੀਆਂ। ਕੁੜੀ ਵਾਲੇ ਇਹ ਸੋਚਦੇ ਆ ਵੀ ਅਸੀਂ ਜੇ ਪਹਿਲਾਂ ਹੀ ਦੱਸਤਾ ਵੀ ਅਸੀਂ ਸਾਦਾ ਵਿਆਹ ਕਰਨਾ, ਤੇ ਮੁੰਡੇ ਵਾਲੇ ਸੋਚਣਗੇ ਇਹਨਾਂ ਦੇ ਦਾਣੇ ਪਹਿਲਾਂ ਹੀ ਮੁੱਕੇ, ਇਹ ਭੁੱਖੇ ਘਰੋਂ ਆ ਰਹੀ। ਤੇ ਮੁੰਡੇ ਵਾਲੇ ਇਹ ਸੋਚਦੇ ਆ ਵੀ ਜੇ ਅਸੀਂ ਕੁੜੀ ਵਾਲਿਆਂ ਨੂੰ ਕਹਿ ਤਾ ਵੀ ਵਿਆਹ ਸਾਦਾ ਕਰਨਾ, ਤੇ ਕੁੜੀ ਵਾਲੇ ਸੋਚਣਗੇ ਇਹਨਾਂ ਦਾਣੇ ਤਾਂ ਪਹਿਲਾਂ ਹੀ ਮੁੱਕੇ ਆ ਜਿੱਥੇ ਤੋਰਦੇ ਪਏ। ਇਹ ਨਿਜਾਤ ਤੋਂ ਕਿਵੇਂ ਛੁਟਕਾਰਾ ਪਾਇਆ ਜਾਏ? ਹਾਂਜੀ, ਸਾਨੂੰ ਐਕਸਟਰਾ ਵੈਗੈਂਸੀ ਵਾਲੇ ਸ਼ੋਅ ਆਫ ਤੋਂ ਤਾਂ ਛੁੱਟਣਾ ਹੈ ਹੀ ਹੈ, ਉਹ ਤਾਂ ਵੱਡਿਆਂ ਨੇ ਕਰਨਾ ਹੀ ਹੈ। ਪਰ ਸਾਨੂੰ ਸਕੂਲ ਕਾਲਜ ਲੈਵਲ 'ਤੇ ਉਹਨਾਂ ਨੂੰ ਪੜ੍ਹਾਉਣਾ ਪਏਗਾ, ਕਿਉਂਕਿ ਕਈ ਮੁੰਡਿਆਂ ਨੂੰ ਇਹ ਸ਼ੌਕ ਹੁੰਦਾ ਹੈ ਕਿ ਬਈ ਮੇਰੇ ਵਿਆਹ ਵੇਲੇ ਸਭ ਕੁਝ ਕੀਤਾ ਜਾਏ, ਘੋੜੀ ਵੀ ਹੋਵੇ, ਵਾਜਾ ਵੀ ਹੋਵੇ, ਸ਼ਰਾਬ ਵੀ ਹੋਵੇ, ਸਾਰਾ ਕੁਝ, ਡਾਂਸ ਗਾਣੇ ਵੀ ਹੋਣ। ਔਰ ਦੂਜੇ ਪਾਸੇ ਜ਼ਿਆਦਾਤਰ ਦੇਖਣ ਨੂੰ ਮਿਲਦਾ ਹੈ ਕਿ ਵਿਮਨ, ਜਿਸ ਨੂੰ ਕੁੜੀ ਕਹਿ ਰਹੇ ਹਾਂ ਅਸੀਂ, ਜਿਹੜੀ ਦੁਲਹਨ ਬਣੇਗੀ, ਉਹਨੂੰ ਹੁੰਦਾ ਹੈ ਕਿ ਮੇਰਾ 10 ਲੱਖ ਦਾ ਲਹਿੰਗਾ ਆਵੇ, ਮੇਰਾ ਇਹ ਹੋਵੇ, ਮੇਰਾ ਉਹ ਹੋਵੇ। ਇਸ ਤਰੀਕੇ ਦੇ ਨਾਲ ਉਹ ਗੁਰਮਿਲ 'ਚ ਅੱਜ ਅਚਾਰ ਸਿੱਖਣ ਦੀ ਬਜਾਏ ਉਹ ਦੁਨਿਆਵੀ ਸ਼ੋਅ ਆਫ ਉਹਦੇ ਵਿੱਚ ਰਹਿੰਦੇ ਨੇ, ਤਾਂ ਉਹ ਹਰ ਕਿਸਮ ਦੀ ਦਿਖਾਵੇ ਵਾਲੀ ਆਈਟਮਾਂ ਦੀ ਡਿਮਾਂਡ ਕਰਦੇ ਨੇ ਆਪਣੇ ਪੇਰੈਂਟਸ ਦੇ ਨਾਲ। ਸੋ ਰਲ ਮਿਲ ਕੇ ਇਹ ਸਾਨੂੰ ਸਾਡੇ ਸਮਾਜ ਅੰਦਰ ਇਹ ਪ੍ਰੋਪਗੇਟ ਕਰਨਾ ਚਾਹੀਦਾ ਕਿ ਅਸੀਂ ਸਾਦੇ ਵਿਆਹ ਕਰੀਏ, ਔਰ ਸਕੂਲ ਕਾਲਜ ਵਿੱਚ ਇਸ ਗੱਲ ਨੂੰ ਜ਼ਿਆਦਾ ਤੋਂ ਜ਼ਿਆਦਾ ਪੜ੍ਹਾਉਣਾ ਚਾਹੀਦਾ ਕਿ ਸ਼ੋਅ ਆਫ ਤੋਂ ਬਚੋ, ਸ਼ਰਾਬ ਦੇ ਸ਼ੋਅ ਆਫ ਦੇ ਵਿਆਹਾਂ ਤੋਂ ਬਚੋ, ਔਰ ਇਹ ਡਾਂਸ ਗਾਣੇ ਭਾਂਗੜੇ ਪਾ ਕੇ ਜੋ ਅਸੀਂ ਫालतू ਖਰਚੇ ਕਰ ਰਹੇ ਹਾਂ, 40 ਡਿਸ਼ਿਸ ਖਵਾ ਰਹੇ ਹਾਂ, ਇਹਨਾਂ ਤੋਂ ਸਾਨੂੰ ਬਚਣਾ। ਵੀਰ ਜੀ ਇੱਕ ਮਾਂ ਦਾ ਕੀ ਰੋਲ ਹੋ ਸਕਦਾ ਹੈ ਵੀ ਉਹ ਬੱਚੇ ਨੂੰ ਪਹਿਲਾਂ ਹੀ ਪ੍ਰਿਪੇਅਰ ਕਰੇ ਵੀ ਆਪਾਂ ਇਸ ਪਾਸੇ ਨਹੀਂ ਤੁਰਨਾ? ਹਾਂਜੀ, ਜਿਸ ਤਰ੍ਹਾਂ ਉਹਨੇ ਭੈਣ ਜੀ ਨੇ ਡਿਸਕਸ ਕੀਤਾ ਕਿ ਆਪਣੇ ਪੁੱਤਰ ਨੂੰ ਵੀ ਸਿਖਾਏ ਨਮਰਤਾ, ਟੋਲਰੈਂਸ, ਪਿਆਰ, ਤਾਂ ਕਿ ਉਹ ਜਿਹੜੀ ਵਿਮਨ ਘਰ ਆਵੇ ਉਸ ਨੂੰ ਮਿਸਬਿਹੇਵ ਨਾ ਕਰੇ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਮਨ ਵਿੱਚ ਇੱਕ ਕੁਐਸਚਨ ਆਉਂਦਾ ਸੀ। ਅਸੀਂ ਬਹੁਤ ਸੈਮੀਨਾਰ ਅਟੈਂਡ ਕਰਦੇ ਹਾਂ ਵੂਮਨ ਐਮਪਾਵਰਮੈਂਟ 'ਤੇ, ਵੂਮਨ ਇਕੁਐਲਿਟੀ 'ਤੇ। ਗੁਰੂ ਨਾਨਕ ਦੇਵ ਜੀ ਨੂੰ ਵੀ ਸ਼ਾਇਦ 550 ਸਾਲ ਹੋ ਗਏ ਕਹਿੰਦਿਆਂ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਪਰ ਮੇਰੇ ਮਨ 'ਚ ਹਮੇਸ਼ਾ ਹੀ ਇਹ ਕੁਐਸਚਨ ਆਉਂਦਾ ਕਿ ਅਸੀਂ ਕਿਸ ਹੱਦ ਤੱਕ ਵੂਮਨਸ ਨੂੰ ਐਮਪਾਵਰ ਕਰ ਸਕੇ ਹਾਂ, ਔਰ ਕਿਸ ਹੱਦ ਤੱਕ ਅਸੀਂ ਇਕੁਐਲਿਟੀ ਲਿਆ ਸਕੇ ਹਾਂ। ਕਿਉਂਕਿ ਅਸੀਂ ਜਿੰਨੇ ਮਰਜ਼ੀ ਲੈਕਚਰ ਦੇਈ ਜਾਈਏ, ਜਦੋਂ ਤੱਕ ਅਸੀਂ ਉਹਨੂੰ ਪ੍ਰੈਕਟੀਕਲੀ ਨਹੀਂ ਕਰਾਂਗੇ, ਉਹ ਮੈਨੂੰ ਲੱਗਦਾ ਇੰਨੇ ਯੂਸਫੁਲ ਨਹੀਂ ਹੋਣਗੇ।
ਮੈਂ ਭਾਈ ਸਾਹਿਬ ਤੋਂ ਇਹੀ ਕੁਐਸਚਨ ਕਰਨਾ ਚਾਹੁੰਦੀ ਹਾਂ ਕਿ ਸਾਨੂੰ ਉਹ ਇਕੁਐਲਿਟੀ ਤੇ ਉਹ ਇੰਪਾਵਰਮੈਂਟ ਲਿਆਉਣ ਲਈ ਲੈਕਚਰ ਤੋਂ ਇਲਾਵਾ ਹੋਰ ਕੀ ਕਰਨਾ ਚਾਹੀਦਾ? ਜੋ ਤੁਹਾਡਾ ਨਾਂ ਕੀ ਹੈ? ਮਨਜੀਤ ਕੌਰ। ਹਾਂ, ਮਨਜੀਤ ਕੌਰ ਭੈਣ ਜੀ, ਹਾਂਜੀ। ਜੋ ਮੈਂ ਹੁਣ ਬੋਲਾਂਗਾ ਉਹ ਲੈਕਚਰ ਹੋਏਗਾ ਜਾਂ ਇਹ ਐਡਵਾਈਸ ਹੋਏਗੀ? ਅੱਛਾ, ਵੱਡੇ ਭਰਾ ਦੀ ਜਾਂ ਛੋਟੇ ਭਰਾ ਦੀ ਐਡਵਾਈਸ ਹੋਏਗੀ? ਮੈਂ ਐਡਵਾਈਸ ਦੇਣ ਦੀ ਅਥਾਰਟੀ 'ਚ ਨਹੀਂ ਹਾਂ। ਮੈਂ ਤੇ ਸਾਂਝ ਕਰਾਂਗਾ ਜੋ ਪਰਿਵਾਰ ਤੋਂ ਦੇਖਦੇ ਹਾਂ। ਤਾਂ ਅਸੀਂ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਸਤੀ ਪ੍ਰਥਾ ਖਤਮ ਕੀਤੀ, ਇਹ ਵਿਮਨ ਐਮਪਾਵਰਮੈਂਟ ਹੈ। ਇਸ ਤਰ੍ਹਾਂ ਹੀ ਰੱਖੜੀ ਬਾਰੇ ਸੋਚਿਆ ਜਾ ਸਕਦਾ ਹੈ, ਵਿਮਨ ਐਮਪਾਵਰਮੈਂਟ ਮਿਲ ਸਕਦੀ ਹੈ। ਮੇਰੇ ਵੀਰ ਮਹਿੰਦਰਪਾਲ ਸਿੰਘ ਜੀ ਨੇ ਸਿੰਦੂਰ ਬਾਰੇ ਗੱਲ ਕੀਤੀ, ਜੇ ਅਸੀਂ ਉਸ ਤੋਂ ਛੁੱਟ ਜਾਈਏ ਵਿਮਨ ਐਮਪਾਵਰਮੈਂਟ ਮਿਲ ਸਕਦੀ ਹੈ। ਉਹਨੂੰ ਮਹਿੰਦੀ ਲਾ ਕੇ ਇਸ ਤਰ੍ਹਾਂ ਪੱਪਿਟ ਵਾਂਗੂ ਬਿਠਾ ਦਿੰਦੇ ਆ, ਮਹਿੰਦੀ ਛੱਡ ਦਈਏ, ਵਿਮਨ ਐਮਪਾਵਰਮੈਂਟ ਮਿਲ ਸਕਦੀ ਹੈ। ਕਰੈਕਟ। ਜਿਹੜੇ ਲੱਚਰ ਗਾਣੇ ਗਾਏ ਜਾ ਰਹੇ ਨੇ, ਤੇਰੀਆਂ ਅੱਖਾਂ, ਤੇਰੇ ਵਾਲ, ਤੇਰੇ ਗੇਸੂ, ਉਹ ਸਾਰਿਆਂ ਦੇ ਨਾਲ ਉਹਦੇ ਜੋਬਨ ਦਾ ਮਜ਼ਾਕ ਉਡਾਇਆ ਜਾ ਰਿਹਾ, ਉਹਨੂੰ ਲਸਟ ਵਾਲੇ ਪਾਸੇ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ। ਸੋ ਅਸੀਂ ਇਹ ਛੋੜ ਕੇ ਉਹਦੇ ਸਤਿਕਾਰ ਵਾਲੇ ਵੀ ਗੀਤ ਗਾ ਸਕਦੇ ਹਾਂ, ਵਿਮਨ ਐਮਪਾਵਰਮੈਂਟ ਹੈ। ਪਰ ਉਹ ਸਮਾਜ ਕਰੇਗਾ ਨਾ, ਸਮਾਜ ਵਿੱਚ ਕੌਣ ਆਉਂਦੇ ਆ? ਆਪਾਂ ਹੀ ਆਉਂਦੇ ਆ। ਹਾਂ, ਤਾਂ ਸਾਨੂੰ ਐਸੇ ਵਾਲੇ ਗੀਤ ਨਹੀਂ ਲਿਖਣੇ ਚਾਹੀਦੇ, ਐਸੇ ਲਿਖਣੇ ਨਹੀਂ ਚਾਹੀਦੇ ਤੇ ਨਾ ਹੀ ਉਹ ਪੇਸ਼ ਹੋਣੇ ਚਾਹੀਦੇ। ਹਾਂ, ਹੁਣ ਜਦੋਂ ਮੈਂ ਕਹਿ ਰਿਹਾ ਐਸੇ ਨਹੀਂ ਲਿਖਣੇ ਚਾਹੀਦੇ, ਇਹ ਐਡਵਾਈਸ ਹੈ ਕਿ ਮੇਰਾ ਲੈਕਚਰ ਹੈ? ਨਹੀਂ, ਇਹ ਐਡਵਾਈਸ ਹੈ। ਦਿਸ ਇਜ਼ ਐਡਵਾਈਸ। ਠੀਕ ਹੈ, ਥੈਂਕ ਯੂ। ਮੈਨੂੰ ਇੰਝ ਲੱਗਦਾ ਹੈ ਕਿ ਜਦੋਂ ਮਾਂ ਆਪਣੇ ਪੁੱਤਰ ਨੂੰ ਕਹਿੰਦੀ ਹੈ ਤੇਰੀ ਵਹੁਟੀ ਆਈ ਹੈ, ਇਹਨੂੰ ਸਿਰ ਤੇ ਨਾ ਚੜਾ ਲਈ, ਤਾਂ ਉਹਦੀ ਸ਼ਕਤੀ ਘਟਾਉਣ ਦਾ ਕੰਮ ਹੈ। ਹਾਂਜੀ, ਬਿਲਕੁਲ ਕਰੈਕਟ। ਸੋ ਵਿਮਨ ਐਮਪਾਵਰਮੈਂਟ ਹੈ ਕਿ ਮਾਂ ਉਹਨੂੰ ਸਿਖਾਏ, ਤੇਰੀ ਭੈਣ ਵੀ ਕਿਸੇ ਘਰ ਵਿਆਹ ਕੇ ਜਾਏਗੀ, ਇਸ ਤਰ੍ਹਾਂ ਵਿਚਾਰ ਕੇ ਦੇਖ। ਤੇ ਜਿਸ ਦੀ ਭੈਣ ਹੀ ਨਹੀਂ ਹੈ, ਉਹ ਵਿਚਾਰ ਨਹੀਂ ਸਕਦਾ, ਤਾਂ ਉਹਨੂੰ ਦੱਸੇ ਕਿ ਕਿਸੇ ਨੇ ਆਪਣੀ ਬੇਟੀ, ਆਪਣਾ ਕਲੇਜਾ ਕੱਢ ਕੇ ਤੈਨੂੰ ਦਿੱਤਾ ਹੈ, ਇਹ ਸਾਡੇ ਘਰ ਦੀ ਥੰਮੀ ਹੈ, ਸਾਡੇ ਘਰ ਦੀ ਰੌਣਕ ਹੈ, ਇਹਦੇ ਨਾਲ ਤੂੰ ਕਰਕੇ ਨਾ ਬੋਲਿਆ ਕਰ। ਇਹ ਵਿਮਨ ਐਮਪਾਵਰਮੈਂਟ ਹੈ। ਭਾਈ ਸਾਹਿਬ, ਮੈਂ ਜੌਬ ਕਰਦੀ ਸੀ, ਮੇਰੀ ਪਬਲਿਕ ਡੀਲਿੰਗ ਬੈਂਕ ਦੇ ਵਿੱਚ ਬਹੁਤ ਸਟਾਫ ਹੁੰਦਾ ਸੀ, ਲੇਡੀਜ਼ ਹੁੰਦੀਆਂ ਸੀ, ਐਜੂਕੇਟਡ ਲੇਡੀਜ਼, ਔਰ ਸਾਰੀਆਂ ਹੀ ਅਰਨਿੰਗ, ਸਾਰੀਆਂ ਇੰਟੈਲੀਜੈਂਟ। ਲੇਕਿਨ ਉਹ ਇੱਕ ਕੁਐਸਚਨ ਪੁੱਟ ਕਰਦੀਆਂ ਸੀ ਕਿ ਸਾਨੂੰ ਇਹ ਗਾਣਾ ਬਹੁਤ ਅੱਛਾ ਲੱਗਦਾ ਗੁਰਦਾਸ ਮਾਨ ਦਾ, ਨਾ ਮੈਂ ਪੇਕਿਆਂ ਨੇ ਰੱਖੀ ਨਾ ਮੈਂ ਸਹੁਰਿਆਂ ਦੀ ਹੋਈ। ਇਹਦੇ ਕਿਉਂਕਿ ਅਸੀਂ ਚਾਹੇ ਸਾਨੂੰ ਪੜ੍ਹਾ ਦਿੱਤਾ, ਸਾਨੂੰ ਨੌਕਰੀਆਂ ਵੀ ਦਿਵਾਤੀਆਂ, ਸਾਡੇ ਪੇਰੈਂਟਸ ਦੇ ਦਿਮਾਗ ਵਿੱਚ ਇਹੀ ਸੀ ਕਿ ਇਸ ਦੀ ਮੈਰਿਜ ਕਰਨੀ, ਇਹਨੂੰ ਸੈੱਟ ਕਰਨਾ। ਲੇਕਿਨ ਅਸੀਂ ਜਿੰਨਾ ਮਰਜ਼ੀ ਟਰਾਈ ਕਰੀਏ ਸਹੁਰੇ ਘਰ ਐਡਜਸਟ ਹੋਣ ਦੀ, ਮਾਂ ਆਪਣੀ ਸੱਸ ਨੂੰ ਮਾਂ ਸਮਝੀਏ, ਨਨਾਣ ਨੂੰ ਭੈਣ ਸਮਝੀਏ, ਲੇਕਿਨ ਕਿਤੇ ਨਾ ਕਿਤੇ ਜਿਹੜਾ ਬਲੱਡ ਰਿਲੇਸ਼ਨ ਦਾ ਜਿਹੜਾ ਡਿਫਰੈਂਸ ਰਹਿ ਜਾਂਦਾ, ਉਹ ਸਾਨੂੰ ਬਹੁਤ ਮਤਲਬ ਪਿੰਚ ਕਰਦਾ। ਤੁਸੀਂ ਹੁਣ ਇਸ ਬਾਰੇ ਕੀ ਕਹੋਗੇ? ਤੁਸੀਂ ਜਿਹੜਾ ਪਹਿਲਾ ਕੁਐਸਚਨ ਕੀਤਾ ਸੀ ਉਹਦਾ ਮੈਂ ਆਨਸਰ ਕਰ ਪਾ ਰਿਹਾ ਸੀ। ਤੁਸੀਂ ਕਿਹਾ ਸੀ ਨਹੀਂ ਕਰਨਾ ਚਾਹੀਦਾ। ਨਹੀਂ, ਮੈਂ ਤੇ ਇਸ ਤਰ੍ਹਾਂ ਹੀ ਸਪੌਂਟੇਨੀਅਸ ਹੁਣ ਇਕੁਏਸ਼ਨ ਬਣਾ ਰਿਹਾ ਨਾ ਕਿ ਮਾਂ ਆਪਣੇ ਪੁੱਤਰ ਨੂੰ ਸਿਖਾਏ ਕਿ ਤੇਰੀ ਜਿਹੜੀ ਵਹੁਟੀ ਹੈ ਉਹਦੇ ਨਾਲ ਤੂੰ ਕਰਕੇ ਨਾ ਬੋਲਿਆ ਕਰ। ਹਾਂਜੀ, ਇਹ ਵਿਮਨ ਐਮਪਾਵਰਮੈਂਟ ਹੈ ਨਾ। ਠੀਕ ਹੈ। ਇਸ ਤਰ੍ਹਾਂ ਤੂੰ ਆਪਣੀ ਵਹੁਟੀ ਦੇ ਨਾਲ ਸਤਿਕਾਰ ਨਾਲ ਬੋਲਿਆ ਕਰ। ਠੀਕ ਹੈ। ਤੂੰ ਆਪਣੀ ਵਹੁਟੀ ਦੇ ਪੇਕਿਆਂ ਨੂੰ ਬੁਰਾ ਭਲਾ ਨਾ ਕਿਹਾ ਕਰ। ਠੀਕ ਹੈ। ਤੂੰ ਆਪਣੀ ਵਹੁਟੀ ਦੇ ਮਾਪਿਓ ਕੋਲ ਵੀ ਸਤਿਕਾਰ ਪਿਆਰ ਨਾਲ ਜਾਇਆ ਕਰ। ਆਪਣੇ ਸਾਲੇ ਨਾਲ ਰੁੱਸ ਨਾ ਜਾਇਆ ਕਰ। ਆਪਣੀ ਵਹੁਟੀ ਨੂੰ ਪੇਕਿਆਂ ਦੇ ਟੌਂਟ ਨਹੀਂ ਕਰੀਦਾ। ਇਹ ਵਿਮਨ ਐਮਪਾਵਰਮੈਂਟ ਹੈ ਨਾ। ਹਾਂਜੀ, ਇਸ ਤਰ੍ਹਾਂ ਹੋਇਆ ਨਹੀਂ ਹੈ ਨਾ। ਨਹੀਂ ਹੋਇਆ, ਨਹੀਂ। ਤਾਂ ਜਿਸ ਪ੍ਰੋਬਲਮ ਦਾ ਰੋਣਾ ਤੁਸੀਂ ਰੋਇਆ, ਉਹ ਪ੍ਰੋਬਲਮ ਸਾਰੀ ਠੀਕ ਹੁੰਦੀ ਜਾਏਗੀ ਜੇ ਘਰੋਂ ਮਾਂ ਕੋਲ ਇਹ ਵਾਲੀ ਸ਼ਕਤੀ ਹੋਵੇ। ਹਾਂਜੀ, ਮਾਂ ਇਹ ਵਾਲੀ ਵਿਜ਼ਡਮ ਲਵੇ ਔਰ ਮਾਂ ਆਪਣੇ ਪੁੱਤਰ ਦੀ ਗਰੂਮਿੰਗ ਇਸ ਤਰ੍ਹਾਂ ਕਰੇ। ਹਾਂਜੀ, ਕਰੈਕਟ। ਠੀਕ ਹੈ। ਪਰ ਦੇਖੋ, ਤੁਸੀਂ ਜੌਬ ਕਰਨ ਗਏ,
ਤੁਸੀਂ ਰਸਤੇ 'ਚ ਟ੍ਰੈਫਿਕ ਵਿੱਚ ਵੀ ਰਹੇ, ਤੁਸੀਂ ਘਰ ਵੀ ਵਾਪਸ ਆਏ, ਤੁਸੀਂ ਸਾਰੀਆਂ ਪੜ੍ਹੀਆਂ ਲਿਖੀਆਂ ਇੰਟੈਲੀਜੈਂਟ ਹਾਈ ਸੈਲਰੀ ਲੈਣ ਵਾਲੀਆਂ ਨੂੰ ਉਹ ਵਾਲਾ ਕਿਰਦਾਰ ਦਾ ਸਤਿਕਾਰ ਨਾ ਮਿਲ ਸਕਿਆ ਜੋ ਤੁਸੀਂ ਨਿਭਾਇਆ। ਹੁਣ ਤੇ ਤੁਸੀਂ ਪੂਰੇ ਸਮਾਜ ਦਾ ਉਹ ਜਿਤਨਾ ਉਹ ਪ੍ਰੋਬਲਮ ਦਾ ਉਹ ਕੀ ਕਹਿੰਦੇ ਨੇ ਸੋਲੂਸ਼ਨ ਹੈ ਉਹ ਮੇਰੇ ਕੋਲ ਪੁੱਛ ਰਹੇ ਹੋ। तो मैं हाँ इस अथॉरिटी दी के सारे मेरी सुन लेंगे और उन्हें कल तो उस तरह करना शुरू कर जो दें। मेरे मन विच क्वेश्चन आया, ਆਪਾਂ ਸਾਰੇ we are educated, we are prosperous ਲੈਂਡ ਚੋਂ ਆ, ਪੜ੍ਹੇ ਲਿਖੇ ਆ, ਸਮਝਦੇ ਵੀ ਆ, ਲੇਕਿਨ ਕਿੰਨੇ ਪਰਸੈਂਟ ਹੋਣਗੇ ਆਪਣੇ ਇੰਡੀਆ ਦੇ ਵਿੱਚ? ਮੈਨੂੰ ਹਾਈ ਲੈਵਲ ਤੇ ਆ ਗਈ ਥੋੜੀ। ਇੰਡੀਆ ਦੇ ਵਿੱਚ ਮੈਨੂੰ ਲੱਗਦਾ ਮੈਕਸਿਮਮ 30% ਪਰਸਨਸ ਆਰ ਐਜੂਕੇਟਡ, ਲੇਕਿਨ ਜਿਹੜੇ ਬਾਕੀ 70% ਰਹਿ ਗਏ ਜਿਹਦੇ ਵਿੱਚ ਬਾਕੀ ਸਟੇਟਸ ਵੀ ਆਉਂਦੀਆਂ, ਅਨਐਜੂਕੇਟਡ ਲੋਕ ਆਉਂਦੇ ਆ, ਬੰਦੇ ਵੀ ਔਰ ਲੇਡੀਜ਼ ਵੀ, ਉਹਨਾਂ ਦੇ ਵਿੱਚ ਤਾਂ ਐਮਪਾਵਰਮੈਂਟ ਲਈ, ਵੂਮਨ ਐਮਪਾਵਰਮੈਂਟ ਲਈ ਕੀ ਕਰਨਾ ਚਾਹੀਦਾ ਉਹਦੇ? ਹਾਂ, ਇਸ ਤਰ੍ਹਾਂ ਹੀ ਜਿਹੜਾ ਤੁਸੀਂ ਸੈਮੀਨਾਰ ਦੀ ਗੱਲ ਕੀਤੀ, ਡਿਸਕਸ਼ਨਸ ਦੀ ਗੱਲ ਕੀਤੀ, ਮੀਡੀਆ ਦੀ ਗੱਲ ਕੀਤੀ, ਫਿਲਮਾਂ ਦੀ ਗੱਲ ਕੀਤੀ, ਇਹ ਸਾਰਿਆਂ ਦੇ ਨਾਲ ਹੀ ਉਹਨਾਂ ਦੀ ਸੋਚਣੀ ਨੂੰ ਜਗਾਉਣਾ ਪਏਗਾ। ਨਹੀਂ, ਉਹ ਸੋਚਣੀ ਦੇਖੋ ਆਪਾਂ ਨਾ, ਕਿੱਦਾਂ ਜਗਾਉਣੀ? ਤੁਸੀਂ ਇਹ ਦੱਸੋ, ਜਦੋਂ ਗੁਰੂ ਨਾਨਕ ਸਾਹਿਬ ਨੇ ਇਸਤਰੀ ਦੀ ਸਤੀ ਪ੍ਰਥਾ ਖਤਮ ਕੀਤੀ ਤਾਂ ਇਹ ਵਿਮਨ ਐਮਪਾਵਰਮੈਂਟ ਸੀ ਨਾ। ਹਾਂਜੀ, ਤਾਂ ਉਹਨਾਂ ਨੇ ਸਮਾਜ ਨਾਲ ਦੇ ਇਹਨਾਂ ਨੂੰ ਡਿਸਕਸ ਕੀਤਾ। ਹਾਂਜੀ। ਤੁਸੀਂ ਇਹਦਾ ਨਾਲ ਲੈਕਚਰ ਰੱਖੋਗੇ ਕਿ ਡਿਸਕਸ ਕੀਤਾ ਤੇ ਫਿਰ ਪ੍ਰੈਕਟੀਕਲ ਕਰਨ ਵਾਸਤੇ ਸਾਂਝ ਕੀਤੀ? ਨਹੀਂ, ਉਹਨਾਂ ਨੇ ਜਾ ਕੇ ਪ੍ਰਚਾਰ ਕੀਤਾ ਜੀ। ਹਾਂ, ਸੋ ਪ੍ਰਚਾਰ ਦਾ ਨਾਂ ਅੱਜ ਦੀ ਲੈਂਗੁਏਜ ਵਿੱਚ ਸੈਮੀਨਾਰ ਵੀ ਹੋ ਗਿਆ। ਹਾਂਜੀ, ਪ੍ਰਚਾਰ ਦਾ ਨਾਂ ਜੇ ਕੋਈ ਚੰਗਾ ਬੁਲਾਰਾ ਪਬਲਿਕ ਨੂੰ ਇਕੱਠਿਆਂ ਕਰਕੇ ਦੁੱਖ ਦੀ ਰਗ ਉੱਤੇ ਹੱਥ ਰੱਖ ਕੇ ਉਹਦੇ ਆਫਟਰ ਇਫੈਕਟਸ ਦੀ ਸਾਂਝ ਕਰਕੇ ਉਹਦੇ ਸੋਲੂਸ਼ਨਸ ਡਿਸਕਸ ਕਰੇਗਾ ਤਾਂ ਹੀ ਹੋਏਗਾ ਨਾ। ਹੁਣੇ ਤਾਂ ਭਾਵੇਂ 70% ਜਾਂ 80% ਅਨਐਜੂਕੇਟਿਡ ਨੇ, ਉਹਨਾਂ ਦੇ ਨਾਲ ਮੀਡੀਆ ਨੂੰ ਯੂਜ਼ ਕਰਕੇ ਅਸੀਂ ਪ੍ਰਚਾਰ ਹੀ ਤੇ ਕਰਾਂਗੇ ਨਾ। ਤਾਂ ਉਹ ਤੁਸੀਂ ਅਸੀਂ ਜਾਂ ਐਕਟਿਵਿਸਟ ਜਾਂ ਅਸੀਂ ਮੈਰਿਜ ਇੰਸਟੀਟਿਊਸ਼ਨ ਵਾਲੇ ਰਲ ਕੇ ਬੈਠਾਂਗੇ ਤਾਂ ਉਹਦੇ ਉੱਤੇ ਮੈਕਸਿਮਮ ਜਰਨਲਸ ਕੱਢੇ ਜਾਣ, ਆਰਟੀਕਲਸ ਕੱਢੇ ਜਾਣ, ਗੀਤ ਬਣਾਏ ਜਾਣ, ਫਿਲਮਾਂ ਬਣਾਈਆਂ ਜਾਣ, ਸੈਮੀਨਾਰ ਕੀਤੇ ਜਾਣ, ਲੈਕਚਰਸ ਕੀਤੇ ਜਾਣ, WhatsApp ਮੈਸੇजेस ਬਣਾਏ ਜਾਣ, ਤਾਂ ਹੀ ਹੋਏਗਾ ਨਾ। ਠੀਕ ਹੈ। ਜਿਹੜਾ ਪੁਰਾਣੀ ਬਿਮਾਰੀ ਆ, ਅਸੀਂ ਬਿਮਾਰੀ ਤੋਂ ਹੁਣ ਨਿਕਲਣ ਦੇ ਰਾਹ ਦਾ ਸੋਚ ਰਹੇ ਹਾਂ ਨਾ। ਹਾਂਜੀ, ਅਸੀਂ ਰਾਹ ਤਾਂ ਹੁਣ ਫਿਊਚਰ ਵਾਸਤੇ ਸੋਚਾਂਗੇ ਨਾ। ਲੇਕਿਨ ਪ੍ਰੈਕਟੀਕਲ ਜਿਹੜੇ ਸਟੈਪਸ ਨੇ ਉਹ ਬਹੁਤ ਘੱਟ ਨੇ। ਹੁਣ ਫਾਰ ਐਗਜ਼ਾਮਪਲ, ਸੌਰੀ ਮੈਂ ਸਾਰਿਆਂ ਦੇ ਅੱਗੇ ਗੱਲ ਕਰ ਰਹੀ ਹਾਂ, ਸੋਸ਼ਲ ਮੀਡੀਆ ਦੇ ਵਿੱਚ ਬਹੁਤ ਸਾਰੇ ਲੈਕਚਰ ਹੁੰਦੇ ਆ ਅਗੇਂਸਟ ਰੇਪ, ਲੇਕਿਨ ਜਿਉਂ-ਜਿਉਂ ਰੇਪ ਦੇ ਡਿਸਕਸ਼ਨਸ ਹੁੰਦੀਆਂ ਨੇ, ਮੈਨੂੰ ਲੱਗਦਾ ਰੇਪ ਜ਼ਿਆਦਾ ਵੱਧ ਰਹੇ ਨੇ। ਇਹ ਕੀ ਚੀਜ਼ ਹੈ? ਦੇਖੋ, ਜਿਸਨੇ ਇਸਤਰੀ ਦੀ ਪੱਤ ਨੂੰ ਲੁੱਟਿਆ, ਹਾਂਜੀ, ਉਹਦੀ ਸਜ਼ਾ ਦੀ ਗੱਲ ਚੱਲ ਰਹੀ ਆ, ਉਹਦੀ ਫਾਂਸੀ ਦੀ ਗੱਲ ਚੱਲ ਰਹੀ ਆ, ਜਾਂ ਸਰਕਾਰੀ ਕਾਨੂੰਨਾਂ ਦੀ ਨਿੰਦਾ ਦੀ ਗੱਲ ਚੱਲ ਰਹੀ ਆ। ਪਰ ਅਸੀਂ ਇਸ ਪੱਖੋਂ ਗੱਲ ਨਹੀਂ ਕਰ ਰਹੇ ਕਿ ਇੱਕ ਪਾਸੇ ਸਾਬਣ ਔਰ ਇੱਕ ਪਾਸੇ ਕੌਫੀ ਦੀ ਐਡ ਦਿਖਾਉਣ ਵਾਸਤੇ ਵੀ ਇਸਤਰੀ ਦਾ ਨੰਗੇਜ਼ ਕਿਉਂ ਦਿਖਾਉਂਦੇ ਹੋ। ਅਸੀਂ ਇਸ ਪੱਖੋਂ ਗੱਲ ਨਹੀਂ ਕਰ ਰਹੇ ਕਿ ਹਰ ਵੇਲੇ ਇਸਤਰੀ ਨੂੰ ਤੁਸੀਂ ਲਸਟ ਦੀ ਕਠਪੁਤਲੀ ਬਣਾ ਕੇ ਕਿਉਂ ਪੇਸ਼ ਕਰ ਰਹੇ ਹੋ। ਫਿਲਮਾਂ ਦੇ ਅੰਦਰ ਵੀ ਇਸ ਕਿਸਮ ਦੀਆਂ ਚੀਜ਼ਾਂ ਦੇਖ ਕੇ ਪ੍ਰਵੋਕ ਕਿਉਂ ਕਰ ਰਹੇ ਹੋ, ਹੈ ਨਾ। ਰਾਦਰ ਸਾਨੂੰ ਇਹ ਗੱਲ ਕਰਨੀ ਚਾਹੀਦੀ ਹੈ ਕਿ ਲਸਟ ਵਾਸਤੇ ਉਤੇਜਿਤ ਨਾ ਕੀਤਾ ਜਾਏ, ਮਨੁੱਖ ਨੂੰ ਕਾਮ ਕ੍ਰੋਧ ਮੋਹੰਕਾਰ ਬਾਰੇ ਅਵੇਅਰ ਕਰਾਇਆ ਜਾਏ, ਹੈ ਨਾ। ਜਿਸ ਨੂੰ ਇਹ ਵਾਲਾ ਇਸਤਰੀ ਦੀ ਇੱਜ਼ਤ ਦਾ ਖਿਆਲ ਸਮਝ ਆ ਜਾਏਗਾ ਔਰ ਜਿਸ ਨੂੰ ਘੱਟ ਘੱਟ ਮੈਂ ਹਰਜੂ ਬਸੇ ਸਮਝ ਆ ਜਾਏਗਾ, ਜਿਸ ਨੂੰ ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ ਸਮਝ ਆ ਜਾਏਗਾ, ਪਰ ਬੇਟੀ ਕੋ ਬੇਟੀ ਜਾਣੇ ਇਸਤਰੀ ਪਰ ਇਸਤਰੀ ਕੋ ਮਾਤ ਵਿਖਾਣੇ ਸਮਝ ਆ ਜਾਏਗਾ, ਜੋ ਕਿ ਅਸੀਂ ਸਕੂਲਾਂ ਕਾਲਜਾਂ ਤੋਂ ਪੜ੍ਹਾਉਣਾ ਸ਼ੁਰੂ ਕਰਾਂਗੇ, ਉਹ ਫਿਰ ਕਿਸੇ ਇਸਤਰੀ ਦਾ ਰੇਪ ਨਹੀਂ ਕਰੇਗਾ ਨਾ। ਪਰ ਇਹ ਲੈਕਿੰਗ ਹੋ ਗਈ ਨਾ। ਪਰ ਦੇਖੋ 550 ਸਾਲ ਹੋ ਗਏ, ਅਜੇ ਤੱਕ ਵੀ ਸਾਡੀ ਸੁਸਾਇਟੀ ਇੰਨੀ ਇੰਪਰੂਵ ਨਹੀਂ ਹੋਈ। ਹਾਂ, ਅਸੀਂ ਗੁਰੂਆਂ ਦੀ ਸਿੱਖਿਆ ਤੇ ਤਾਂ ਹੀ ਤੁਸੀਂ ਔਰ ਮੈਂ ਸਾਰੇ ਅਸੀਂ ਸਾਸਰ ਸਮਾਜ ਵਿਕਟਿਮ ਆ ਨਾ। ਬਸ ਇਹਦੇ ਵਾਸਤੇ ਤੁਸੀਂ ਉਪਰਾਲਾ ਕੁਝ ਦੱਸ ਸਕਦੇ ਹੋ? ਤੁਸੀਂ ਦੱਸ ਦਿਓ ਨਾ ਉਪਰਾਲਾ। ਮੇਰੇ ਤਾਂ ਮਨ 'ਚ ਕੁਐਸਚਨ ਆਇਆ ਵੀ ਸ਼ਾਇਦ ਤੁਸੀਂ ਇਸ ਦਾ ਆਨਸਰ ਦੇ ਸਕੋ।
ਤੁਸੀਂ ਮੈਨੂੰ ਉਹ ਸਮਝ ਲਿਆ ਸੇਵੀਅਰ। ਮੈਂ ਕੋਈ ਅਵਤਾਰ ਥੋੜੀ ਨਾ। ਨਹੀਂ ਅਵਤਾਰ ਨਹੀਂ। ਹਾਂ, ਮੈਂ ਕੋਈ ਪ੍ਰੋਫਿਟ ਵੀ ਨਹੀਂ ਹਾਂ, ਮੈਂ ਤਾਂ ਬਿਲਕੁਲ ਆਰਡੀਨਰੀ ਮਨੁੱਖ ਹਾਂ। ਔਰ ਮੈਂ ਇਸ ਵੇਲੇ ਤੁਸੀਂ ਮੇਰੇ ਸਾਹਮਣੇ ਬੈਠੇ ਹੋ, ਮੈਂ ਮਹਿਸੂਸ ਕਰ ਰਿਹਾ ਕਿ ਤੁਹਾਡਾ ਤਜਰਬਾ ਜ਼ਿਆਦਾ ਹੈ। ਤੁਸੀਂ ਐਜ਼ ਏ ਵਿਮਨ, ਧੀ ਭੈਣ ਮਾਂ ਵੀ ਬਣੇ, ਤੁਸੀਂ ਜੌਬ ਕਰਨ ਵੀ ਗਏ, ਤੁਸੀਂ ਪਤਨੀ ਵੀ ਹੋ, ਤੁਸੀਂ ਹੁਣ ਗ੍ਰੈਂਡ ਮਦਰ ਵੀ ਬਣ ਗਏ ਹੋ, ਤਾਂ ਹੋ ਸਕਦਾ ਹੈ ਕਿ ਤੁਹਾਨੂੰ ਤਜਰਬਾ ਜ਼ਿਆਦਾ ਹੈ। ਮੈਂ ਤੇ ਬਿਲਕੁਲ ਹੈਲਪਲੈਸ ਫੀਲ ਕਰ ਰਿਹਾ ਤੁਹਾਡੇ ਜਿਸ ਪ੍ਰੋਬਲਮ ਤੇ ਤੁਸੀਂ ਹੱਥ ਰੱਖ, ਤਾਂ ਮੈਂ ਸੇਵੀਅਰ ਕਿੱਥੋਂ ਹੋ ਗਿਆ? ਨਹੀਂ ਬਸ ਮੈਂ ਤਾਂ, ਮੇਰੀ ਰਿਕੁਐਸਟ ਹੈ ਸਾਰੇ ਭਰਾਵਾਂ ਅੱਗੇ ਬਈ ਕੀ ਜਦੋਂ ਕਰੋ? ਵੀ ਕੋਈ ਲੜਕੀ ਮੈਰਿਡ ਹੁੰਦੀ ਹੈ, ਦੂਸਰੇ ਘਰ ਜਾਂਦੀ ਹੈ, ਥੋੜਾ ਜਿਹਾ ਇਹ ਮਾਈਂਡ 'ਚ ਜ਼ਰੂਰ ਰੱਖੋ ਕਿ ਉਹ ਆਪਣੇ ਸਾਰੇ ਜੋ ਬਲੱਡ ਰਿਲੇਸ਼ਨ ਛੱਡ ਕੇ ਆਈ ਹੈ, ਉਹਨੂੰ ਥੋੜੀ ਜਿਹੀ ਵੀ ਰਿਸਪੈਕਟ ਦੋਗੇ, ਉਹ ਤੁਹਾਨੂੰ ਦੁੱਗਣੀ ਰਿਸਪੈਕਟ ਦੋਗੀ। ਵੈਰੀ ਗੁੱਡ, ਮੋਸਟਲੀ ਕੇਸਿਸ ਵੈਰੀ ਗੁੱਡ, ਵੈਰੀ ਮੇਰੀ ਗੁੱਡ। ਰਿਕੁਐਸਟ। ਥੈਂਕਸ ਫॉर ਸ਼ੇਅਰਿੰਗ, ਥੈਂਕਸ। ਇਹ ਰਿਟਨ ਕੁਐਸਚਨ ਹੈ, ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਵਾਹਿਗੁਰੂ ਜੀ ਤੋਂ ਕੁਝ ਨਹੀਂ ਮੰਗਣਾ, ਪਰ ਇਸਤਰੀ ਮੋਹ ਵਿੱਚ ਹੁੰਦੀ ਹੈ। ਜਦੋਂ ਕਦੀ ਬੱਚੇ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਅਰਦਾਸ ਕਰਕੇ ਉਹਦੇ ਲਈ ਮੰਗਦੀ ਹੈ, ਫਿਰ ਅਸੀਂ ਉਹਦੇ ਬਿਨਾਂ ਕੁਝ ਹੋਰ ਮੰਗਦੇ ਹਾਂ। ਇਹ ਸਵਾਲ ਹੈ। ਇਸਤਰੀ ਜਦੋਂ ਆਪਣੇ ਬੱਚੇ ਵਾਸਤੇ ਮੋਹ ਵਿੱਚ ਹੁੰਦੀ ਹੈ, ਗੁਰਮਤਿ 'ਚ ਮੋਹ ਮਨਾ ਨਹੀਂ ਕੀਤਾ ਗਿਆ। ਜਦੋਂ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਏਗਾ ਤੇ ਜੋ ਮੋਹ ਲਫ਼ਜ਼ ਹੈ, ਇਹ ਮੋਹ ਲਫ਼ਜ਼ ਹੈ ਆਪਣੀ ਮੰਦੀ ਸੋਚਣੀ ਦੇ ਨਾਲ ਮੋਹ, ਆਪਣੇ ਮਨ ਕੀ ਮਤ ਜਿਹੜੇ ਭੈੜੇ ਖਿਆਲਾਂ ਨਾਲ ਅਟੈਚਡ ਰਹਿੰਦੀ ਹੈ, ਉਸ ਮੋਹ ਦੀ ਗੱਲ ਕੀਤੀ ਗਈ ਹੈ। ਮਾਂ ਪਿਓ ਦਾ ਬੱਚੇ ਦੇ ਨਾਲ ਜਿਹੜਾ ਮੋਹ ਹੈ ਉਹਨੂੰ ਛੱਡਣ ਬਾਰੇ ਗੁਰਮਤਿ 'ਚ ਨਹੀਂ ਕਿਹਾ ਗਿਆ, ਕਿਉਂਕਿ ਗੁਰਮਤ ਆਨੰਦ ਕਾਰਜ ਕਰਾ ਕੇ ਸਾਨੂੰ ਪਰਿਵਾਰਕ ਜੀਵਨ ਜੀਣਾ ਸਿਖਾਉਂਦੀ ਹੈ, ਗ੍ਰਸਤੀ ਛੱਡ ਕੇ ਰਿਨਾਊਂਸਿੰਗ ਨਹੀਂ ਸਿਖਾਉਂਦੀ ਹੈ। ਸੋ ਪਰਿਵਾਰਕ ਜੀਵਨ ਵਿੱਚ ਮਾਂ ਦਾ ਬੱਚੇ ਨਾਲ ਮੋਹ ਹੋਏਗਾ ਹੀ ਨਹੀਂ ਤਾਂ ਉਹ ਪਾਲੇਗੀ ਨਹੀਂ, ਉਹਦੀ ਕੇਅਰ ਨਹੀਂ ਕਰੇਗੀ। ਰੱਬ ਜੀ ਨੇ ਮਾਂ ਨੂੰ ਇਹ ਗੁਣ ਦੀ ਕੁਆਲਿਟੀ ਦਿੱਤੀ ਹੈ। ਸੋ ਉਹਦਾ ਬੱਚੇ ਦੀ ਖੈਰ ਖਵਾ ਮੰਗਣਾ ਵਿਣ ਤੋਂ ਦੌਰ ਜੇ ਮੰਗਣਾ ਨਹੀਂ ਹੈ, ਬਲਕਿ ਖੈਰ ਖਵਾ ਮੰਗਦਿਆਂ ਮੰਗਦਿਆਂ ਉਹ ਦੁਨੀਆ ਦਾ ਭਲਾ ਵੀ ਮੰਗੇਗੀ, ਪੜੋਸੀਆਂ ਦੇ ਬੱਚੇ ਨੂੰ ਵੀ ਆਪਣਾ ਬੱਚਾ ਸਮਝੇਗੀ। ਉਹ ਦੁਨੀਆ ਦੇ ਭਲੇ ਵਾਸਤੇ ਦੂਜਿਆਂ ਦੇ ਬੱਚੇ ਨੂੰ ਜਦੋਂ ਆਪਣਾ ਬੱਚਾ ਸਮਝਣਾ ਸ਼ੁਰੂ ਕਰੇਗੀ ਤਾਂ ਉਹ ਉਹਨਾਂ ਨਾਲ ਵੰਡ ਛਕਣਾ ਵੀ ਕਰੇਗੀ। ਤਾਂ ਸਾਰੇ ਆਪਣੇ ਬੱਚੇ ਨੂੰ ਰੋਟੀ ਤੋਂ ਬਾਅਦ ਚਾਕਲੇਟ ਹੀ ਖਵਾ ਕੇ ਨਾਲ ਦੇ ਬੱਚੇ ਨੂੰ ਉਗਰਾਹੀ ਵੀ ਨਾ ਪੁੱਛਣਾ, ਇਸ ਤਰ੍ਹਾਂ ਨਹੀਂ ਕਰੇਗੀ। ਆਪਣੇ ਬੱਚੇ ਨੂੰ ਵਧੀਆ ਵਧੀਆ ਸਕੂਲ ਪੜ੍ਹਾ ਕੇ ਏਅਰ ਕੰਡੀਸ਼ਨ ਲਗਾ ਕੇ ਬਿਠਾਏਗੀ, ਪਰ ਝੁੱਗੀ ਝੋਪੜੀ ਵਾਲੇ ਆ ਬਾਹਰ ਜਿਹੜੇ ਮਜ਼ਦੂਰਾਂ ਦੇ ਬੱਚੇ ਪੜ੍ਹ ਰਹੇ ਨੇ ਉਹਨਾਂ ਨੂੰ ਨਹੀਂ, ਉਹਨਾਂ ਦਾ ਧਿਆਨ ਨਹੀਂ ਕਰੇਗੀ। ਸੋ ਜਦੋਂ ਆਪਣੇ ਬੱਚੇ ਦਾ ਮੋਹ ਮੰਗ ਰਹੀ ਹੈ ਤਾਂ ਉਹਦੇ ਕੋਲ ਮਦਰਹੁੱਡ ਹੈ, ਔਰ ਮਦਰਹੁੱਡ ਦੀ ਅਟੈਚਮੈਂਟ ਨੂੰ ਗੁਰਮਤਿ 'ਚ ਮਨਾ ਨਹੀਂ ਕੀਤਾ ਗਿਆ। ਜਿਹੜੇ ਮਨਾ ਕਰਦੇ ਨੇ ਉਹ ਰਿਨਾਊਂਸਿੰਗ ਸਿਖਾਉਂਦੇ ਨੇ, ਉਹ ਆਪ ਸੋ ਕਾਰਡ ਬ੍ਰਹਮਚਾਰੀ ਬ੍ਰਹਮ ਗਿਆਨੀ ਅਖਵਾਉਂਦੇ ਨੇ। ਉਹ ਕਹਿੰਦੇ ਨੇ ਅਸੀਂ ਇਸਤਰੀ ਨੂੰ ਹੱਥ ਨਹੀਂ ਲਗਾਇਆ, ਉਹ ਕਹਿੰਦੇ ਅਸੀਂ ਵਿਆਹ ਨਹੀਂ ਕਰਾਇਆ। ਇਸ ਕਰਕੇ ਉਹ ਸਾਨੂੰ ਬੱਚੇ ਦੇ ਨਾਲ ਤੋੜਦੇ ਨੇ, ਪਰਿਵਾਰ ਨਾਲ ਤੋੜਦੇ ਨੇ। ਗੁਰਮਤ ਬਿਲਕੁਲ ਨਹੀਂ ਸਾਨੂੰ ਬੱਚੇ ਦਾ ਮੋਹ ਤੋੜਨਾ ਸਿਖਾਉਂਦੀ, ਬਲਕਿ ਇਹਦੇ ਵਿੱਚ ਵਿਜ਼ਡਮ ਹੈ ਕਿ ਉਹ ਮਦਰਹੁੱਡ ਨੂੰ ਠੀਕ ਤਰੀਕੇ ਨਾਲ ਕਰ ਰਹੀ ਹੈ। ਦੂਜਾ ਸਵਾਲ, ਪਤੀ ਪਰਮੇਸ਼ਵਰ ਹੈ, ਪਰ ਤੁਸੀਂ ਕਿਹਾ ਕਿ ਵਾਹਿਗੁਰੂ ਜੀ ਨੇ। ਅੱਛਾ ਜੀ, ਬਹੁਤ ਪਾਵਰਫੁਲ ਗੱਲ ਹੈ। ਪਰ ਕੀ ਅਸੀਂ ਪਤੀ ਨੂੰ ਪਿਆਰ ਨਾ ਕਰੀਏ? ਜੀ ਜੀ ਸਦਕੇ ਕਰੀਏ, ਸਤਿਕਾਰ ਨਾਲ ਕਰੀਏ, ਪਿਆਰ ਨਾਲ ਕਰੀਏ, ਰਿਸਪੈਕਟ ਨਾਲ ਕਰੀਏ। ਪਰ ਪਿਆਰ ਦਾ ਮਤਲਬ ਸਿਰਫ ਲਸਟ ਨਹੀਂ ਹੁੰਦਾ। ਪਿਆਰ ਦਾ ਮਤਲਬ ਸਿਰਫ ਇੱਕ ਬੈੱਡਰੂਮ ਵਿੱਚ ਇਕੱਠੇ ਸੋ ਜਾਣ ਨੂੰ ਨਹੀਂ ਕਹਿੰਦੇ ਨੇ। ਪਤੀ ਦੇ ਸਾਰੇ ਟੱਬਰ ਦੇ ਨਾਲ ਸਾਡਾ ਵਿਆਹ ਹੁੰਦਾ ਹੈ। ਅਸੀਂ ਸਾਰੇ ਟੱਬਰ ਨੂੰ ਡੀਲ ਕਰਦੇ ਹਾਂ, ਕਿਉਂਕਿ ਅਸੀਂ ਘਰ ਦੇ ਪ੍ਰਾਈਮ ਮਿਨਿਸਟਰ ਹੁੰਦੇ ਹਾਂ। ਸੋ ਪਤਨੀ ਕੋਲ ਇਹ ਰੱਬ ਜੀ ਦੀ ਤਾਕਤ ਹੈ। ਅਸੀਂ ਪਤੀ ਨੂੰ ਪਿਆਰ ਨਾ ਕਰੀਏ, ਜੀ ਜੀ ਸਦਕੇ ਕਰੋ, ਪਰ ਉਹਦੇ ਸਾਰੇ ਟੱਬਰ ਨਾਲ ਕਰੋ। ਪਤੀ ਨੂੰ ਲੈ ਕੇ ਵੱਖ ਹੋ ਕੇ ਦੀਵਾਰਾਂ ਪਾ ਕੇ ਵੱਖਰਾ ਮਕਾਨ ਲੈਣਾ ਪਿਆਰ ਕਰਨਾ ਨਹੀਂ ਹੁੰਦਾ। ਹਾਂਜੀ, ਨੈਕਸਟ ਕੁਐਸਚਨ। ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਜਿਵੇਂ ਕਿਹਾ ਸੀ ਕਿ ਸੰਧੂਰ ਤੇ ਚੂੜਾ ਕਿਉਂ ਪਾਇਆ ਜਾਂਦਾ ਹੈ, ਇਹ ਸੰਧੂਰ ਜਿਹੜਾ ਮਤਲਬ ਕਿ ਜਦੋਂ ਲਗਾਉਂਦੀਆਂ ਨੇ ਲੜਕੀਆਂ ਜਾਂ ਚੂੜਾ ਪਾਉਂਦੀਆਂ ਨੇ, ਤੇ ਉਹਦੇ ਵਿੱਚ ਉਹ ਸਾਬਤ ਕਰਦਾ ਹੀ ਹੈ ਵੀ ਅਸੀਂ ਹੁਣ ਅਨਮੈਰਿਡ ਨਹੀਂ ਹਾਂ,
ਮੈਰਿਡ ਹੋ ਚੁੱਕੀ ਹੈ, ਸਾਨੂੰ ਪ੍ਰਪੋਜ਼ ਨਹੀਂ ਕੀਤਾ ਜਾ ਸਕਦਾ। ਚੂੜਾ ਤਾਂ ਸਵਾ ਕੁ ਮਹੀਨੇ ਕੁ ਪਵਾਇਆ ਜਾਂਦਾ, ਉਸ ਤੋਂ ਬਾਅਦ ਬਹੁਤੀਆਂ ਲੜਕੀਆਂ ਸੰਧੂਰ ਲਗਾਉਂਦੀਆਂ ਨੇ, ਅਤੇ ਉਹ ਉਸੇ ਲਈ ਅਤੇ ਦੂਜਾ ਮੁੰਡਾ ਵੀ ਮੇਰੇ ਹੁਣ ਪਿੱਛੇ ਤਾਕਤ ਵੀ ਹੈਗੀ ਹੈ, ਮੇਰਾ ਪਤੀ ਹੈਗਾ, ਮੇਰੇ ਨਾਲ ਮੇਰੇ ਹੋਰ 10-50 ਬੰਦੇ ਇਕੱਠੇ ਕਰਕੇ ਮੇਰੇ ਨਾਲ ਕੋਈ ਗਲਤ ਕੰਮ ਨਹੀਂ ਕਰ ਸਕੇਗਾ। ਇਸ ਕਰਕੇ ਉਹਨੂੰ ਥੋੜ੍ਹਾ ਜਿਹਾ ਆਪਣੇ ਆਪ ਨੂੰ ਥੋੜ੍ਹਾ ਸ਼ੋਅ ਕਰਨਾ ਹੁੰਦਾ, ਅਤੇ ਘੋੜੇ ਤੇ ਇਸ ਕਰਕੇ ਬਿਠਾ ਕੇ ਲਿਆਂਦੇ ਹੈ ਕਿਉਂਕਿ ਹੁਣ ਮੇਰੇ ਤੋਂ ਇਲਾਵਾ ਮੈਨੂੰ ਇੱਕ ਹੋਰ ਤਾਕਤ ਮਿਲ ਗਈ ਹੈ ਜਿਹੜੀ ਮੇਰੀ ਰੱਖਿਆ ਕਰੇਗੀ, ਨਾਲ ਮੇਰੀ ਰੱਖਿਆ ਵੀ ਕਰੇਗੀ, ਬੰਦੇ ਹੋਰ ਇਕੱਠੇ ਕਰਕੇ ਵੀ। ਹਾਂਜੀ, ਤੁਹਾਡਾ ਕੀ ਨਾਂ ਹੈ? ਪਰਮਜੀਤ ਸਿੰਘ ਜੀ। ਮਾਨਯੋਗ ਪਰਮਜੀਤ ਸਿੰਘ ਜੀ, ਅਸੀਂ ਇਹ ਜਿਹੜਾ ਪੁਰਾਣੇ ਰੀਤ ਰਿਵਾਜ਼ ਹਾਂਜੀ ਇਹ ਕਿਉਂ ਕੀਤੇ ਜਾਂਦੇ ਨੇ, ਇਸ ਦੀ ਜਾਚ ਸਿੱਖਣ ਵਾਸਤੇ ਨਹੀਂ ਬੈਠੇ ਹਾਂ। ਅੱਛਾ ਜੀ। ਅਸੀਂ ਇਸ ਵਾਸਤੇ ਬੈਠੇ ਹਾਂ ਕਿ ਗੁਰਮਤ ਸਾਨੂੰ ਕੀ ਸਿਖਾਉਂਦੀ ਹੈ। ਠੀਕ ਹੈ। ਸੋ ਗੁਰਮਤ ਸੁਮੱਤ ਦਾ ਸਿੰਦੂਰ ਪਾਉਣਾ ਸਿਖਾਉਂਦੀ ਹੈ। ਹਾਂਜੀ। ਉਹ ਸੁਮੱਤ ਜਿਹੜੀ ਜਿਸ ਬੀਬੀ ਨੂੰ ਆ ਜਾਂਦੀ ਹੈ ਉਹ ਸਦੀਵੀ ਸੁਹਾਗਣ ਰਹਿੰਦੀ ਹੈ। ਸੁਮੱਤ ਆ ਜਾਂਦੀ ਹੈ ਉਹ ਸੱਸ ਨਾਲ ਨਮਰਤਾ ਨਾਲ ਡੀਲ ਕਰਦੀ ਹੈ। ਸੁਮੱਤ ਆ ਜਾਂਦੀ ਹੈ ਉਹ ਪਤੀ ਔਰ ਬੱਚਿਆਂ ਨਾਲ ਡੀਲ ਕਰਦੀ ਹੈ। ਉਹਦਾ ਪਤੀ ਸਰੀਰਕ ਤੌਰ 'ਤੇ ਮਰ ਜਾਏ ਤਾਂ ਵੀ ਉਹਦਾ ਸਿੰਦੂਰ ਸਿਰ 'ਤੇ ਕਾਇਮ ਰਹਿੰਦਾ ਹੈ, ਵਿਜ਼ਡਮ ਦਾ, ਸੁਮੱਤ ਦਾ। ਚੂੜਾ ਭੰਨ ਪਲੰਗ ਸੀ ਮੁੰਦੇ ਵਾਲੇ, ਸਾਰੇ ਬੜੇ ਸਾਰੇ ਸ਼ਬਦ ਨੇ। ਇਹ ਗੁਰਮਤ ਦੇ ਕਨਸੈਪਟ ਨਹੀਂ ਨੇ ਜੋ ਆਪ ਜੀ ਨੇ ਸਾਂਝ ਕੀਤੇ ਨੇ। ਜੇ ਇਹ ਰੀਤ ਰਿਵਾਜ ਇਸ ਸੋਚਣੀ ਨਾਲ ਚੱਲਦੇ ਰਹਿਣਗੇ ਤਾਂ ਅਸੀਂ ਵਿਮਨ ਨੂੰ ਉਹੀ ਪਪਿਟ ਬਣਾ ਕੇ ਪੇਸ਼ ਕਰਦੇ ਰਹਾਂਗੇ ਜਿਹਦੇ ਨਾਲ ਉਹ ਕਮਜ਼ੋਰ ਹੋ ਰਹੀ ਹੈ। ਰੱਖੜੀ ਬੰਨ੍ਹਣ ਵਿੱਚ ਵੀ ਉਹ ਕਮਜ਼ੋਰ ਹੋ ਰਹੀ ਹੈ ਡੇ ਬਾਈ ਡੇ। ਉਹਨੂੰ ਫੀਲ ਕਰਾਇਆ ਜਾ ਰਿਹਾ ਤੂੰ ਅਬਲਾ ਹੈ, ਤੂੰ ਕਮਜ਼ੋਰ ਹੈ, ਤੂੰ ਰਾਖੀ ਨਹੀਂ ਕਰ ਸਕਦੀ, ਹੈ ਨਾ। ਤਾਂ ਹੀ ਫੀਮੇਲ ਫੀਟੀਸਾਈਡ ਹੁੰਦਾ ਹੈ ਜਦੋਂ ਇਸਤਰੀ ਨੂੰ ਕਮਜ਼ੋਰ ਫੀਲ ਕਰਾਇਆ ਜਾਂਦਾ ਹੈ। ਸੋ ਜਿਹੜੇ ਭੈਣ ਜੀ ਨੇ ਡਿਸਕਸ ਕੀਤਾ ਸੀ ਨਾ ਕਿ ਮੇਰੀਆਂ 3 ਧੀਆਂ ਹੈ, ਮੈਨੂੰ ਮਾਣ ਹੈ, ਉਹਨਾਂ ਨੇ ਬੜਾ ਕੀਮਤੀ ਪੱਖ ਸਾਰਿਆਂ ਦੇ ਨਾਲ ਸਾਂਝ ਕੀਤਾ ਸੀ। ਸਾਨੂੰ ਉਹ ਕੀਮਤੀ ਪੱਖ ਡਿਸਕਸ ਕਰਨਾ ਚਾਹੀਦਾ ਹੈ ਕਿ ਧੀਆਂ ਵਾਲੇ ਆਪਣੇ ਆਪ ਨੂੰ ਘਟੀਆ ਨਾ ਸਮਝੋ, ਬਲਕਿ ਧੀ ਜ਼ਿਆਦਾ ਖੈਰ ਖਵਾ ਹੁੰਦੀ ਹੈ ਤਾਂ ਫੀਮੇਲ ਫੀਟੀਸਾਈਡ ਨਾ ਕਰੋ। ਸੋ ਉਹਨਾਂ ਦਾ ਪੁਆਇੰਟ ਵੀ ਬੜਾ ਕੀਮਤੀ ਸੀ। ਸੋ ਇਸ ਤਰੀਕੇ ਦੇ ਨਾਲ ਸਾਨੂੰ ਪੁੱਤਰਾਂ ਨੂੰ ਵੀ ਸਿਖਾਉਣਾ ਹੈ ਕਿ ਤੂੰ ਡੀਲ ਕਿਵੇਂ ਕਰਨਾ ਹੈ, ਧੀਆਂ ਨੂੰ ਵੀ ਸਿਖਾਉਣਾ ਹੈ। ਅੱਜ ਦਾ ਜਿਹੜਾ ਸੈਮੀਨਾਰ ਹੈ ਉਹ ਸੈਮੀਨਾਰ ਕੋਈ ਬੇਟੀ ਹੈ ਜੀ, ਇੱਕੋ ਹੀ ਬੇਟੀ ਮੇਰੀ ਇਸ ਟਾਈਮ। ਅੱਛਾ ਜੀ। ਨਹੀਂ, ਅੱਜ ਦਾ ਸੈਮੀਨਾਰ ਜਿਹੜਾ ਹੈ, ਸੈਮੀਨਾਰ ਦਾ ਇੱਕ ਏਜੰਡਾ ਹੁੰਦਾ, ਇੱਕ ਟੌਪਿਕ ਹੁੰਦਾ ਹੈ। ਰਾਣਾ ਜੀ ਨੇ ਸਾਨੂੰ ਸੈਮੀਨਾਰ ਦਾ ਨਾਂ ਦਿੱਤਾ ਸੁਮਨ ਭੈਣ ਨਾਲ ਮਿਲ ਕੇ ਕਿ ਇਸਤਰੀ ਨੂੰ ਐਮਪਾਵਰ ਕਿਵੇਂ ਕੀਤਾ ਜਾਏ। ਉਹ ਸਿੰਦੂਰ ਔਰ ਚੂੜਿਆਂ ਨਾਲ ਐਮਪਾਵਰਡ ਨਹੀਂ ਹੋਏਗੀ। ਅੱਜ ਦੇ ਸੈਮੀਨਾਰ ਵਿੱਚ ਸਾਰੀ ਮਿਹਨਤ ਸਾਡੀ ਇਹ ਲੱਗ ਰਹੀ ਹੈ, ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸਤਰੀ ਆਪਣੇ ਗੁਣਾਂ ਨੂੰ ਕਿਸ ਤਰ੍ਹਾਂ ਕਰੇ। ਬੰਦਿਆਂ ਨੂੰ ਸਿਖਾਉਣ ਵਾਸਤੇ ਅਸੀਂ ਸੈਮੀਨਾਰ ਨਹੀਂ ਕੀਤਾ। ਅੱਜ ਬੰਦਿਆਂ ਨੂੰ ਕੋਈ ਸਿਖਾ ਨਹੀਂ ਸਕਿਆ, ਬੰਦੇ ਸੁਧਰਨਗੇ ਤਾਂ ਰੱਬ ਕਰੇ ਬੰਦੇ ਸੁਧਰ ਜਾਣ, ਰੱਬ ਕਰੇ ਸਾਡਾ ਸਮਾਜ ਸੁਧਰ ਜਾਏ, ਰੱਬ ਕਰੇ ਜਿਹੜੀ ਮੇਰੇ ਭੈਣ ਜੀ ਨੇ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਗੱਲ ਛੇੜੀ ਉਹਨੂੰ ਕੀਰਤਨ ਵਿੱਚ ਹੀ ਨਾ ਗਾਉਂਦੇ ਰਹਿਣ। ਸੋ ਕਿ ਮੰਦਾ ਆਖੇ ਦੀ ਜੰਮੇ ਰਾਜਾਨ, ਸਿੱਖ ਲੈਣ, ਸੁਣ ਲੈਣ, ਸਮਝ ਲੈਣ ਸਾਰਾ ਸਮਾਜ ਅਤੇ ਬੰਦੇ। ਲੇਕਿਨ ਅਸੀਂ ਇਸਤਰੀ ਦੀ ਤਾਕਤ ਦੀ ਗੱਲ ਕੀਤੀ ਹੈ। ਮੈਂ ਜਿਸ ਇਸਤਰੀ ਕੋਲੋਂ ਸੁਣ ਰਿਹਾ ਵਾਂ ਕਿ ਉਹਦਾ ਘਰ ਬਣਿਆ ਹੋਇਆ ਹੈ, ਉਹਦੇ ਬੱਚੇ ਸੈਟਲ ਹੋ ਗਏ ਨੇ, ਉਹਦੇ ਘਰ ਸੁਖੀ ਨੇ, ਉਸ ਇਸਤਰੀ ਦੀ ਘਰ ਵਿੱਚ ਇੱਜ਼ਤ ਹੈ, ਤਾਂ ਮੈਂ ਉਹਨਾਂ ਕੋਲੋਂ ਸੁਣਦਾ ਹਾਂ ਤੁਸੀਂ ਕੀ ਕੀਤਾ। ਸੋ ਮੇਰੇ ਇੱਕ ਵੀਰ ਚਰਨਦੀਪ ਸਿੰਘ ਜੀ ਨਿਊਯਾਰਕ ਰਹਿੰਦੇ ਨੇ, ਨਿਊ ਜਰਸੀ ਰਹਿੰਦੇ ਨੇ, ਉਹਨਾਂ ਦੇ ਮਦਰ ਫਾਦਰ ਚੰਡੀਗੜ੍ਹ ਰਹਿੰਦੇ ਨੇ, ਉਹ ਵੀ ਅਮਰੀਕਾ ਆਉਂਦੇ ਨੇ। ਸੋ ਚਰਨਦੀਪ ਦੀ ਮੰਮੀ ਨੂੰ ਮੈਂ ਗੋਡਿਆਂ ਨੂੰ ਹੱਥ ਲਾਇਆ ਅਤੇ ਮੈਂ ਕਿਹਾ ਮੰਮੀ ਜੀ ਤੁਸੀਂ ਪੜ੍ਹੇ ਲਿਖੇ ਲੱਗਦੇ ਹੋ, ਤਾਂ ਤੁਸੀਂ ਗ੍ਰਸਤੀ ਲਾਈਫ ਨੂੰ ਕਿਵੇਂ ਨਿਭਾਇਆ? ਤਾਂ ਉਹਨਾਂ ਨੇ ਮੈਨੂੰ ਦੱਸਿਆ ਭੁਪਿੰਦਰ ਮੈਂ ਮੈਥੇਮੈਟਿਕਸ ਦੀ ਟੀਚਰ ਸੀ, ਪਰ ਮੇਰੇ ਪਤੀ ਦੇ ਘਰ ਪਤੀ ਦੇ 5-6 ਭਰਾ ਸਨ ਔਰ ਮੇਰੇ ਸੱਸ ਸਹੁਰਾ ਵੀ ਸਨ ਔਰ ਉਹ ਬਿਮਾਰ ਵੀ ਸਨ। ਮੈਂ ਜੌਬ ਵੀ ਕਰਦੀ ਸੀ ਔਰ ਮੈਂ ਆਪਣੀ ਜ਼ੁਬਾਨ ਦੇ ਨਾਲ ਪਤੀ ਨਾਲ ਬਹਿਸ ਕਦੇ ਨਹੀਂ ਸੀ ਕੀਤੀ, ਸੱਸ ਨਾਲ ਬਹਿਸ ਕਦੇ ਨਹੀਂ ਸੀ ਕੀਤੀ। ਜੌਬ ਤੋਂ ਆ ਕੇ ਮੈਂ ਸਾਰਿਆਂ ਦੀ ਰੋਟੀ ਵੀ ਪਕਾਉਂਦੀ ਸੀ ਔਰ ਬਿਮਾਰ ਸੱਸ ਸਹੁਰਾ ਨੂੰ ਵੀ ਦੇਖਦੀ ਸੀ। ਅੱਜ ਮੈਨੂੰ ਇਸ ਗੱਲ 'ਤੇ ਮਾਣ ਹੈ ਕਿ ਮੈਂ ਬਿਮਾਰ ਵੀ ਹਾਂ ਤਾਂ ਮੇਰਾ ਪਤੀ ਮੇਰੀ ਸੇਵਾ ਕਰਦਾ ਹੈ, ਮੇਰਾ ਧਿਆਨ ਰੱਖਦਾ ਹੈ, ਮੇਰੇ ਸਾਰੇ ਬੱਚੇ ਵੈਲ ਸੈਟਲਡ ਨੇ। ਤਾਂ ਇਹ ਸਾਰੀ ਗੱਲ 'ਚੋਂ ਇਹ ਗੱਲ ਨਿਕਲ ਕੇ ਆਈ ਕਿ ਇੱਕ ਇਸਤਰੀ ਨੇ ਆਪਣੀ ਟੋਲਰੈਂਸ ਔਰ ਪੇਸ਼ੈਂਸ ਦਾ
ਬੇਅੰਤ ਸਦੁਪਯੋਗ ਕੀਤਾ ਤੇ ਅੱਜ ਉਸ ਨੂੰ ਆਪਣੀ ਸੈਲਫ ਐਸਟੀਮ ਤੇ ਮਾਣ ਹੈ। ਸੋ ਅਸੀਂ ਇਹ ਨਹੀਂ ਡਿਸਕਸ ਕਰ ਰਹੇ ਕਿ ਉਹਦੇ ਪਤੀ ਉਹਦੇ ਨਾਲ ਉੱਚਾ ਕਿਉਂ ਬੋਲਦਾ ਸੀ। ਅਸੀਂ ਇਹ ਡਿਸਕਸ ਨਹੀਂ ਕਰ ਰਹੇ ਕਿ ਉਹਦੇ ਸੱਸ ਸਹੁਰਾ ਬਿਮਾਰ ਕਿਉਂ ਸਨ। ਅਸੀਂ ਇਹ ਡਿਸਕਸ ਨਹੀਂ ਕਰ ਰਹੇ ਕਿ ਉਹਨਾਂ ਦੇ ਬੱਚਿਆਂ ਨੇ ਮਾਂ ਕੋਲੋਂ ਡਿਮਾਂਡ ਕਿਉਂ ਕਰਾਈ। ਅਸੀਂ ਇਹ ਡਿਸਕਸ ਨਹੀਂ ਕਰ ਰਹੇ ਹਾਂ। ਅਸੀਂ ਡਿਸਕਸ ਕਰ ਰਹੇ ਹਾਂ ਕਿ ਉਹਨੇ ਆਪਣੀ ਡਿਵਾਈਨ ਵਿਜ਼ਡਮ ਦੇ ਨਾਲ ਰੱਬੀ ਗੁਣ ਦੀ ਤਾਕਤ ਨੂੰ ਕਿਸ ਤਰ੍ਹਾਂ ਵਰਤਿਆ। ਭੁੱਲਾਂ ਚੁੱਕਾਂ ਦੀ ਖਿਮਾ,